ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ 14 15 16 ਤਰੀਕ ਨੂੰ ਪੰਜਾਬ ਪੁਲਿਸ ਦੇ ਐਗਜ਼ਾਮ ਹੋਣੇ ਆ ਤੇ ਉਹਨਾਂ ਵਾਸਤੇ ਆਪਾਂ ਬੈਸਟ 300 ਕੁਐਸਚਨ ਹੈ ਜਿਹੜੇ ਪੋਲਿਟੀ ਦੇ ਕਰਨੇ ਆ। ਠੀਕ ਹੈ, 50 ਕੁਐਸਚਨ ਆਪਾਂ ਲਾਸਟ ਵੀਡੀਓ ਦੇ ਵਿੱਚ ਕਰੇ ਸੀ, ਅੱਜ ਆਪਾਂ ਉਸ ਤੋਂ ਅੱਗੇ ਕੰਟੀਨਿਊ ਕਰਾਂਗੇ। ਅੱਜ ਹੈਗਾ ਭਾਗ ਦੂਜਾ, ਹਨਾ, ਤਾਂ ਭਾਗ ਦੂਜਾ ਆਪਾਂ ਸ਼ੁਰੂ ਕਰਾਂਗੇ ਬਾਈ। ਕਲੀਅਰ ਹੈ? ਤੇ ਮੈਨੂੰ ਉਮੀਦ ਹੈ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਜਿਹੜੀ ਉਹ ਤੁਸੀਂ ਦੇਖੀ ਹੋਣੀ, ਚੰਗੀ ਤਰ੍ਹਾਂ ਤੁਸੀਂ ਉਹਦੀ ਰਿਵੀਜ਼ਨ ਕਰੀ ਹੋਣੀ, ਉਹ ਕੁਐਸਚਨ है ना चंगी तरह तुसीं पढ़े होने उन्होंने। बाकी कोई डाउट कोई क्वेरी हैगी है तो ये इंस्टाग्राम अकाउंट है बई, जो इंस्टाग्राम यूज़ करते हो इत्थे मैनू मैसेज कर सकते हो। ठीक है, अदरवाइज अकैडमी के नंबर तुहाडे कोल हैगे आ, पीली जी पट्टी चल रही है थल्ले, है ना, उत्थे लिखे हुए हैं, वो तुसीं उत्थों कंटैक्ट कर सकते हो। ठीक है, तो आपां फटाफट अपने नैक्सट क्वेश्चन वाल चलते हैं। 51 क्वेश्चन जिहड़ा हैगा आ, एक मिनट, ठीक है, ब्राइटनेस ओके। हाँ जी, ਕਿਹੜਾ ਅਨੁਛੇਦ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਮੰਤਰੀਆਂ ਦੀ ਕੌਂਸਲ ਅਤੇ ਰਾਸ਼ਟਰਪਤੀ ਵਿਚਕਾਰ ਸੰਚਾਰ ਦੀ ਕੜੀ ਹੁੰਦੇ ਹਨ। ਸੰਚਾਰ ਦੀ ਕੜੀ ਯਾਨੀ ਚੈਨਲ ਆਫ ਕਮਿਊਨੀਕੇਸ਼ਨ, ਇਹ ਲਿਖਿਆ ਹੋਇਆ ਇੰਗਲਿਸ਼ ਦਾ ਵਰਡ ਚੈਨਲ ਆਫ ਕਮਿਊਨੀਕੇਸ਼ਨ, ਕਿ ਜੋ ਜਿਹੜਾ ਰਾਸ਼ਟਰਪਤੀ ਜਿਹੜਾ ਪ੍ਰਧਾਨ ਮੰਤਰੀ ਹੈ ਬਈ, ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਆ, ਉਹ ਚੈਨਲ ਆਫ ਕਮਿਊਨੀਕੇਸ਼ਨ ਦੇ ਤੌਰ ਤੇ ਕੰਮ ਕਰਦਾ ਹੈ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਦੇ ਵਿਚਕਾਰ। ਤਾਂ ਪਹਿਲਾਂ ਇਹਦਾ ਆਨਸਰ ਦੇਖ ਲਓ, ਇਹਦਾ ਆਨਸਰ ਹੈਗਾ ਆ आर्टिकल 78। इंपोर्टेंट है, डायरैक्ट क्वेश्चन पूछा जाता है पेपर के विच, ये प्रीवियस ईयर क्वेश्चन ही है ना। हुण देखो एक क्वेश्चन प्रश्न कह की रहा है, एक साइड हो गया अपने राष्ट्रपति प्रेजिडेंट ऑफ इंडिया, ठीक है जी, एक साइड हो गई अपनी पूरी दी पूरी कैबिनेट यानी काउंसिल ऑफ मिनिस्टर्स, पूरा दा पूरा मंत्रीमंडल, सारे मंत्री ये विच आ गए। ठीक है, हुण जदों अच्छा इन्हां मंत्रीमंडल का जिहड़ा मतलब ये मंत्रीमंडल हैगा, इहदा प्रधान कौन हुंदा है? इहदा प्रधान हुंदा है हमेशा प्रधानमंत्री। ठीक है, मंत्रीमंडल का प्रधान कौन होंदा है? प्रधानमंत्री। देखो प्रधानमंत्री के नाम तो ही क्लीयर हो रहा है ना भी मंत्रियों का प्रधान प्रधानमंत्री। ठीक है, तो राष्ट्रपति ने जदों कोई भी गल कहनी है, राष्ट्रपति ने किसी मंत्री को कुछ कहना है तो वह मंत्री को थोड़ी कहेगा, मंत्रियों के प्रधान को कहेगा। ठीक है, तो मंत्रियों का प्रधान अगे अपने मंत्री को आप कहेगा। सेम इदा ही मंत्रियों ने कोई गल राष्ट्रपति तक पहुँचानी है तो मंत्री राष्ट्रपति को डायरैक्ट थोड़ी कहेंगे ना, वो अपने प्रधान को कहेंगे, अगे उन्होंने प्रधान जाने वह काम जाने। तो लियो जी, मंत्रियों ने गल प्रधान को कही है, प्रधान ने अगे राष्ट्रपति को कही है, यानी कि राष्ट्रपति और मंत्रिमंडल विचकार जिहड़ा संचार हो रहा है, वो संचार की कड़ी कौन है? प्रधानमंत्री। ये कहता आर्टिकल 78। ठीक है, ओके, ये याद रखना है। बाकी प्रधानमंत्री ते मंत्रिमंडल पहली बार आर्टिकल 74 ਦੇ ਵਿੱਚ ਵੇਖਣ ਨੂੰ ਮਿਲਦੇ ਆ, ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਵੀ। ਠੀਕ ਹੈ, ਆਰਟੀਕਲ 124 ਦੇ ਵਿੱਚ ਸੁਪਰੀਮ ਕੋਰਟ ਹੈ, ਬਸ ਇਹ ਯਾਦ ਰੱਖੋ। ਠੀਕ ਹੈ, ਨੈਕਸਟ ਆ, ਸੰਵਿਧਾਨ ਦੇ ਕਿਹੜੇ ਭਾਗ ਨੂੰ ਇੰਸਟਰੂਮੈਂਟ ਆਫ ਇੰਸਟਰਕਸ਼ਨ ਵਜੋਂ ਜਾਣਿਆ ਜਾਂਦਾ ਹੈ? ਇੰਸਟਰੂਮੈਂਟ ਆਫ ਇੰਸਟਰਕਸ਼ਨ, ਤਾਂ ਇੰਸਟਰੂਮੈਂਟ ਆਫ ਇੰਸਟਰਕਸ਼ਨ ਕਿਹਾ ਜਾਂਦਾ ਹੈ ਭਾਗ ਚੌਥੇ ਨੂੰ, ਭਾਗ ਚੌਥੇ ਨੂੰ। ਤੇ ਭਾਗ ਚੌਥੇ ਦਾ ਵੈਸੇ ਨਾਂ ਕੀ ਹੈਗਾ ਆ? ਵੈਸੇ ਨਾਂ ਹੈਗਾ ਬਈ DPSP, ਇਹਨੂੰ ਬੋਲਦੇ ਆ ਆਪਾਂ DPSP, ਯਾਨੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਯਾਨੀ DPSP। ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕਹਾਂਗੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। ਇਹ ਸੰਵਿਧਾਨ ਦੇ ਚੌਥੇ ਭਾਗ ਦਾ ਨਾਂ ਹੈਗਾ ਆ। ਤੇ ਇੰਸਟਰੂਮੈਂਟ ਆਫ ਇੰਸਟਰਕਸ਼ਨ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇੰਸਟਰੂਮੈਂਟ ਆਫ ਇੰਸਟਰਕਸ਼ਨ ਇਸ ਕਰਕੇ ਕਿਹਾ ਜਾਂਦਾ ਹੈ ਕਿ 1935 ਦੇ ਵਿੱਚ 1935 ਦੇ ਵਿੱਚ ਅੰਗਰੇਜ਼ ਇੱਕ ਐਕਟ ਲੈ ਕੇ ਆਏ ਸੀ ਬਈ, ਗਵਰਨਮੈਂਟ ਆਫ ਇੰਡੀਆ। ਠੀਕ ਹੈ ਨਾ, ਇਹ 1935 ਦੇ ਵਿੱਚ ਆਇਆ ਸੀ। ਇਹਦੇ ਵਿੱਚ ਵੀ ਇਹੋ ਜਿਹਾ ਮਤਲਬ ਐਟ ਪ੍ਰੈਜ਼ੈਂਟ ਜਿਹੜਾ ਆਪਣਾ ਚੌਥਾ ਭਾਗ ਹੈਗਾ DPSP ਹੈ ਨਾ, DPSP ਦੇ ਵਿੱਚ ਲਿਖਿਆ ਹੋਇਆ ਕੀ ਹੈ? DPSP ਦੇ ਵਿੱਚ ਸਰਕਾਰ ਦੇ ਕੰਮ ਲਿਖੇ ਹੋਏ ਆ ਬਈ, ਕਿ ਸਰਕਾਰ ਨੇ ਇਹ ਕਰਨਾ ਹੈ, ਸਰਕਾਰ ਨੇ ਇਹ ਕਰਨਾ ਹੈ, ਸਰਕਾਰ ਨੇ ਇਹ ਕਰਨਾ ਹੈ। ਠੀਕ ਹੈ, ਸਰਕਾਰ ਦੇ ਜਿਹੜੇ ਕੰਮ ਹੁੰਦੇ ਆ, ਇੱਕ ਅੱਛੀ ਸਰਕਾਰ ਦੇ, ਇੱਕ ਚੰਗੀ ਸਰਕਾਰ ਦੇ ਦੇਸ਼ ਦੇ ਵਿੱਚ ਕੀ ਕੰਮ ਹੁੰਦੇ ਆ, ਉਹ ਸਾਰਾ ਕੁਝ ਲਿਖਿਆ ਹੋਇਆ ਭਾਗ ਚੌਥੇ ਦੇ ਵਿੱਚ। ਤਾਂ ਸੇਮ ਟੂ ਸੇਮ ਜਦੋਂ 1935 ਦੇ ਵਿੱਚ ਅੰਗਰੇਜ਼ ਲੈ ਕੇ ਐਕਟ ਆਏ ਸੀ ਨਾ, ਇਹ ਗਵਰਨਮੈਂਟ ਆਫ ਇੰਡੀਆ ਐਕਟ, ਉੱਥੇ ਵੀ ਇਦਾਂ ਹੀ ਲਿਖਿਆ ਹੋਇਆ ਸੀਗਾ ਵੀ ਸਰਕਾਰ ਨੇ ਇਹ ਕੰਮ ਕਰਨੇ ਆ, ਇਹ ਕੰਮ ਕਰਨੇ ਆ, ਸਰਕਾਰ ਦੀ ਇਹ ਜ਼ਿੰਮੇਵਾਰੀ ਹੈ, ਸਰਕਾਰ ਦੀ ਇਹ ਜ਼ਿੰਮੇਵਾਰੀ ਹੈ। ਉਸ ਭਾਗ ਦਾ ਨਾਮ ਉਹਨਾਂ ਨੇ ਰੱਖਿਆ ਸੀਗਾ ਇੰਸਟਰੂਮੈਂਟ ਆਫ ਇੰਸਟਰਕਸ਼ਨ। ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਕੀ ਨਾਂ ਸੀ ਉਹਦਾ? ਇੰਸਟਰੂਮੈਂਟ ਆਫ ਇੰਸਟਰਕਸ਼ਨਸ। इंस्ट्रक्शंस की होंगे? निर्देश देने। ठीक है ना, तो जो आपने अपना संविधान लिखा तो आपने इंस्ट्रूमेंट ऑफ इंस्ट्रक्शन वर्ड को चेंज करके डायरेक्टिव प्रिंसीपल ऑफ स्टेट पॉलिसी लिखता। ठीक है, याद रखना है। तो ये डायरेक्टिव प्रिंसीपल ऑफ स्टेट पॉलिसी अपने कंसैप्ट कितों लिया?
ਆਇਰਲੈਂਡ ਤੋਂ ਲਿਆ। ਜੇ ਤੁਹਾਨੂੰ ਕੁਐਸਚਨ ਆ ਜੇ ਡੀਪੀਐਸਪੀ ਕਿੱਥੋਂ ਲਿਆ ਆਪਾਂ ਨੇ, ਆਇਰਲੈਂਡ ਤੋਂ ਲਿਆ। ਠੀਕ ਹੈ, ਇਹ ਯਾਦ ਰੱਖਣਾ ਹੈ। ਭਾਗ ਚੌਥਾ, ਬਸ ਇੰਨਾ ਕੁ ਯਾਦ ਰੱਖੋ ਇਹਦੇ ਬਾਰੇ। ਨੈਕਸਟ ਆ ਜਾਓ। ਵਿਚ ਆਫ ਦਾ ਫੋਲੋਇੰਗ ਕਮੇਟੀ ਨੋਟ ਫਾਰਮਡ ਫॉर द ਰੀਆਰਗੇਨਾਈਜੇਸ਼ਨ ਆਫ ਸਟੇਟਸ। ਰਾਜਾਂ ਦੇ ਪੁਨਰਗਠਨ ਲਈ ਨਹੀਂ ਬਣਾਈ ਗਈ ਸੀ। ਇਹਨਾਂ ਵਿੱਚੋਂ ਕਿਹੜੀ ਕਮੇਟੀ ਹੈ ਜਿਹੜੀ ਰਾਜਾਂ ਦੇ ਪੁਨਰਗਠਨ ਲਈ ਨਹੀਂ ਬਣਾਈ ਗਈ ਸੀ? ਤਾਂ ਰਾਜਾਂ ਦੇ ਪੁਨਰਗਠਨ ਦਾ ਮਤਲਬ ਦੇਖੋ 1947 ਵਿੱਚ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਨਾ, ਉਸ ਤੋਂ ਬਾਅਦ ਲੈਂਗੁਏਜ ਦੇ ਆਧਾਰ ਤੇ ਨਵੇਂ ਸਟੇਟਾਂ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਨਾ, ਤਾਂ ਆਪਾਂ ਨੂੰ ਪਤਾ ਹੀ ਆਪਣੇ ਪੰਜਾਬ ਹਰਿਆਣੇ ਦਾ ਬਟਵਾਰਾ ਹੋਇਆ ਹੈ ਨਾ ਲੈਂਗੁਏਜ ਦੇ ਆਧਾਰ ਤੇ। ਤਾਂ ਇਹ ਪੂਰੇ ਦੇਸ਼ ਦੇ ਵਿੱਚ ਇਹ ਪ੍ਰੋਬਲਮ ਸੀਗੀ। 1947 ਤੋਂ ਇਹਦੀ ਮੰਗ ਸ਼ੁਰੂ ਹੋ ਗਈ ਸੀ ਤੇ 1956 ਦੇ ਵਿੱਚ ਫਿਰ ਗਵਰਨਮੈਂਟ ਨੇ ਕੀ ਹੈ, ਰਾਜ ਪੁਨਰਗਠਨ ਆਯੋਗ ਦਾ ਇੱਕ ਗਠਨ ਕਰਿਆ, ਇੱਕ ਐਕਟ ਆਇਆ ਤੇ ਬਹੁਤ ਸਾਰੇ ਨਵੀਂ ਸਟੇਟਾਂ ਜਿਹੜੀ ਬਣਾਈ ਗਈ, ਦੁਬਾਰੇ ਰੀਆਰਗੇਨਾਈਜ਼ ਕਰੀ ਗਈਆਂ ਸਾਰੀ ਦੀ ਸਾਰੀ ਸਟੇਟਾਂ ਨੂੰ। ਠੀਕ ਹੈ, ਲੈਂਗੁਏਜ ਦੇ ਆਧਾਰ ਤੇ ਨਵੀਂ ਸਟੇਟਾਂ ਜਿਹੜੀ ਬਣਾਈ ਗਈ। ਤਾਂ ਇਸ ਦੌਰਾਨ ਬਹੁਤ ਸਾਰੀ ਕਮੇਟੀਆਂ ਬਣੀਆਂ, ਸਾਰਿਆਂ ਨੇ ਆਪਣੀ ਸਲਾਹ ਦੀ ਹੈ। ਤਾਂ ਉਹੀ ਦੱਸਣਾ ਕਿ ਇਹਨਾਂ ਵਿੱਚੋਂ ਕਿਹੜੀ ਕਮੇਟੀ ਲੈਂਗੁਏਜ ਜਾਂ ਫਿਰ ਕਿਹੜੀ ਕਮੇਟੀ ਸਟੇਟਾਂ ਦੇ ਪੁਨਰਗਠਨ ਲਈ ਨਹੀਂ ਬਣੀ ਸੀ। ਠੀਕ ਹੈ, ਤਾਂ ਦੇਖੋ ਐਸਕੇ ਧਰ ਕਮੇਟੀ ਵੀ ਬਣੀ ਹੈ, JVP ਕਮੇਟੀ ਵੀ ਬਣੀ ਹੈ, ਫਜ਼ਲ ਅਲੀ ਤਾਂ ਬਹੁਤ ਜ਼ਿਆਦਾ ਫੇਮਸ ਹੈ, ਇਹ ਵੀ ਬਣੀ ਹੈ। ਬਟ UN ਡਾਬਰ ਜਿਹੜੀ ਕਮੇਟੀ ਹੈ ਇਹ ਨਹੀਂ ਬਣੀ। UN ਡਾਬਰ ਜਿਹੜੀ ਸੀਗੀ ਵੀ ਇਹ ਸ਼ੈਡਿਊਲ ਏਰੀਆ ਵਾਸਤੇ ਕਮੇਟੀ ਸੀਗੀ, ਸ਼ੈਡਿਊਲ ਏਰੀਆ ਵਾਸਤੇ। ਠੀਕ ਹੈ ਨਾ, ਜਾਂ ਸ਼ੈਡਿਊਲ ਕਾਸਟ ਵਾਸਤੇ ਜੋ ਏਰੀਆ ਹੁੰਦਾ ਹੈ ਨਾ ਉਹਦੇ ਵਾਸਤੇ ਸੀਗੀ ਇਹ। ਫਜ਼ਲ ਅਲੀ ਨਹੀਂ ਸੀਗੇ ਵੀ, ਫਜ਼ਲ ਅਲੀ ਬਾਰੇ ਇੱਕ ਅੱਧਾ ਪੁਆਇੰਟ ਦੇਖਾਂਗੇ। UN ਡਾਬਰ ਨਹੀਂ ਸੀ ਬਟ ਆਪਾਂ ਫਜ਼ਲ ਅਲੀ ਬਾਰੇ 2-3 ਪੁਆਇੰਟ ਦੇਖਾਂਗੇ। ਇਹਦੇ ਵਿੱਚ 3 ਮੈਂਬਰ ਸੀ, ਯਾਦ ਰੱਖਣਾ, ਇਹ ਡਾਇਰੈਕਟ ਪੁੱਛਿਆ ਜਾਂਦਾ ਹੈ। ਫਜ਼ਲ ਅਲੀ ਦੇ ਵਿੱਚ ਕਿੰਨੇ ਮੈਂਬਰ ਸੀ? 3 ਮੈਂਬਰ ਸੀ। ਠੀਕ ਹੈ, ਇਸ ਕਮੇਟੀ ਨੇ ਲੈਂਗੁਏਜ ਦੇ ਆਧਾਰ ਤੇ, ਭਾਸ਼ਾ ਦੇ ਆਧਾਰ ਤੇ ਨਵੀਂ ਸਟੇਟਾਂ ਦੀ ਡਿਮਾਂਡ ਹੈ ਜਿਹੜੀ ਉਸ ਨੂੰ ਮੰਨਿਆ ਕਿ ਹਾਂ ਨਵੀਂ ਸਟੇਟਾਂ ਹੋਣੀ ਚਾਹੀਏ ਲੈਂਗੁਏਜ ਦੇ ਬੇਸ ਤੇ। ਯਾਦ ਰੱਖਣਾ ਵੀ ਲੈਂਗੁਏਜ ਦੇ ਬੇਸ ਤੇ। ਇਸ ਤੋਂ ਪਹਿਲਾਂ ਜਿੰਨੀ ਵੀ ਕਮੇਟੀਆਂ ਸੀਗੀ SK ਦਰ, ਇਹਨਾਂ ਨੇ ਵੀ ਰਿਜੈਕਟ ਕਰਤਾ ਸੀ ਕਿ ਨਹੀਂ ਲੈਂਗੁਏਜ ਦੇ ਆਧਾਰ ਤੇ ਆਪਾਂ ਨਵੀਂ ਸਟੇਟ ਨਹੀਂ ਬਣਾਵਾਂਗੇ। JVP ਕਮੇਟੀ ਨੇ ਵੀ ਕਹਿਤਾ ਸੀ ਕਿ ਨਹੀਂ ਲੈਂਗੁਏਜ ਦੇ ਬੇਸ ਤੇ ਆਪਾਂ ਨਵੀਂ ਸਟੇਟ ਨਹੀਂ ਬਣਾ ਸਕਦੇ। ਬਟ ਫਜ਼ਲ ਅਲੀ ਆਯੋਗ ਜਿਹੜਾ ਸੀਗਾ ਬਈ, ਇਹਨੇ ਕਿਹਾ ਸੀ ਕਿ ਲੈਂਗੁਏਜ ਦੇ ਆਧਾਰ ਤੇ ਨਵੀਂ ਸਟੇਟਾਂ ਜਿਹੜੀ ਬਣਾ ਦੇਣੀ ਚਾਹੀਦੀਆਂ, ਇਹਨਾਂ ਨੇ ਮਨਜ਼ੂਰੀ ਦੇਈ ਸੀ। ਓਕੇ, ਯਾਦ ਰੱਖਣਾ ਹੈ। ਠੀਕ ਹੈ, 1953 ਦੇ ਵਿੱਚ ਇਹ ਕਮੇਟੀ ਬਣੀ ਸੀ, 3 ਮੈਂਬਰ ਸੀ, ਬਸ ਇੰਨਾ ਯਾਦ ਰੱਖੋ। ਚੇਅਰਮੈਨ ਫਜ਼ਲ ਅਲੀ ਸੀਗਾ, ਇਸ ਤੋਂ ਇਲਾਵਾ 2 ਮੈਂਬਰ ਹੋਰ ਸੀ, KM ਪਾਨੀਕਰ, HN ਕੁੰਜਰੂ, 2 ਮੈਂਬਰ ਹੋਰ ਸੀ। ਠੀਕ ਹੈ, ਨੈਕਸਟ ਹੈ ਜੀ, ਮੌਲਿਕ ਅਧਿਕਾਰ ਦੇ ਮਾਮਲੇ ਵਿੱਚ ਉੱਚ ਅਦਾਲਤ ਕਿਹੜੇ ਅਨੁਛੇਦ ਦੇ ਅਧੀਨ ਰਿਟ ਜਾਰੀ ਕਰਦੀ ਹੈ? ਤਾਂ ਇਹ ਕੁਐਸਚਨ ਆਇਆ ਹੋਇਆ ਸੀ ਪਿਛਲੀ ਵਾਰ ਪੰਜਾਬ ਦੇ ਪੇਪਰਾਂ ਦੇ ਵਿੱਚ। ਬੱਚਿਆਂ ਨੇ ਰਿਟ ਦੇਖਿਆ ਤੇ ਸਿੱਧਾ ਆਨਸਰ ਉਹਨਾਂ ਨੇ ਲਾਤਾ ਕਿ ਆਰਟੀਕਲ 32। ਉਹਨਾਂ ਨੇ ਧਿਆਨ ਨਾਲ ਇਹ ਵੀ ਨਹੀਂ ਪੜਿਆ ਕਿ ਬਈ ਕਿਹੜੀ ਅਦਾਲਤ ਪੁੱਛੀ ਹੈ, ਹਾਈ ਕੋਰਟ ਪੁੱਛੀ ਜਾਂ ਸੁਪਰੀਮ ਕੋਰਟ ਪੁੱਛੀ ਹੈ। ਦੋਨਾਂ ਵਾਸਤੇ ਆਰਟੀਕਲ ਅਲੱਗ ਹੁੰਦੇ ਆ। ਇਹਨਾਂ ਨੇ ਹਾਈ ਕੋਰਟ ਹੈ, ਕੁਐਸਚਨ ਕੀ ਹੈ, ਹਾਈ ਕੋਰਟ ਹੈ, ਤਾਂ ਇਹਦਾ ਆਨਸਰ ਹੋ ਜਾਏਗਾ 226। ਹਾਈ ਕੋਰਟ ਵਾਸਤੇ 226 ਹੁੰਦਾ ਹੈ, ਸੁਪਰੀਮ ਕੋਰਟ ਵਾਸਤੇ 232 ਹੁੰਦਾ ਹੈ। ਸੁਪਰੀਮ ਕੋਰਟ ਵਾਸਤੇ 32 ਹੁੰਦਾ ਹੈ। ਸੁਪਰੀਮ ਕੋਰਟ ਵਾਸਤੇ ਆਰਟੀਕਲ 32 ਹੈ ਰਿਟ ਜਾਰੀ ਕਰਨ ਦਾ, ਹਾਈ ਕੋਰਟ ਵਾਸਤੇ ਆਰਟੀਕਲ 226 ਹੈ ਰਿਟ ਜਾਰੀ ਕਰਨ ਦਾ। ਜਦੋਂ ਵੀ ਰਿਟ ਦਾ ਕੁਐਸਚਨ ਆਵੇ ਪਹਿਲਾਂ ਦੇਖਣਾ ਕਿ ਸੁਪਰੀਮ ਕੋਰਟ ਪੁੱਛ ਰਹੇ ਆ ਜਾਂ ਹਾਈ ਕੋਰਟ ਪੁੱਛ ਰਹੇ ਆ। ਠੀਕ ਹੈ, ਯਾਦ ਰੱਖਣਾ, ਉਹ ਵੀ ਮੌਲਿਕ ਅਧਿਕਾਰਾਂ ਦੇ ਮਾਮਲੇ ਦੇ ਵਿੱਚ। ਠੀਕ ਹੈ, ਮੌਲਿਕ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਰਿਟ ਕਿੰਨੀ ਤਰ੍ਹਾਂ ਦੀ ਹੁੰਦੀ ਹੈ? 5 ਤਰ੍ਹਾਂ ਦੀ ਰਿਟਾਂ ਹੁੰਦੀਆਂ। ਕਿੱਥੋਂ ਲਈਆਂ ਆਪਾਂ ਨੇ? UK ਯਾਨੀ ਬ੍ਰਿਟੇਨ ਤੋਂ ਲਈਆਂ। ਹਾਂਜੀ, ਸਰਕਾਰੀਆ ਕਮਿਸ਼ਨ ਕਿਹਦੇ ਨਾਲ ਸੰਬੰਧਿਤ ਹੈ? ਸਰਕਾਰੀਆ ਕਮਿਸ਼ਨ ਕਿਹਦੇ ਨਾਲ ਸੰਬੰਧਿਤ ਹੈ? ਤਾਂ ਸਰਕਾਰੀਆ ਕਮਿਸ਼ਨ ਸੰਬੰਧਿਤ ਹੈ ਬਈ ਅੰਤਰਰਾਜੀ ਪਰਿਸ਼ਦ ਯਾਨੀ ਇੰਟਰਸਟੇਟ ਕਾਉਂਸਿਲ ਦੇ ਨਾਲ। ਠੀਕ ਹੈ, ਮੈਂ ਤੁਹਾਨੂੰ ਥੋੜੀ ਜਿਹੀ ਡਿਟੇਲ ਇਹਦੇ ਕੁਐਸਚਨ ਦੀ ਦਿੰਦਾ ਹੈ। ਆਪਣੇ ਸੰਵਿਧਾਨ ਦੇ ਵਿੱਚ ਇੱਕ ਆਰਟੀਕਲ ਹੈਗਾ, ਆਰਟੀਕਲ 263 ਹੈ। ਠੀਕ ਹੈ, ਆਰਟੀਕਲ 263 ਇਹਦੇ ਚ ਲਿਖਿਆ ਹੋਇਆ ਕਿ ਜਿਹੜੇ ਆਪਣੇ ਰਾਸ਼ਟਰਪਤੀ ਹੈਗੇ ਆ, ਪ੍ਰੈਜ਼ੀਡੈਂਟ ਸਾਹਿਬ ਨਾ, ਇਹ ਇੰਟਰਸਟੇਟ ਕਾਉਂਸਿਲ ਇਸਟੈਬਲਿਸ਼ ਕਰਨਗੇ ਜਾਂ ਬਣਾਉਣਗੇ। ਪ੍ਰੈਜ਼ੀਡੈਂਟ ਕੋਲ ਪਾਵਰ ਹੈ ਕਿ ਉਹ ਇੰਟਰਸਟੇਟ ਕਾਉਂਸਿਲ ਬਣਾਏਗਾ। ਇਹ ਆਰਟੀਕਲ 263 ਕਹਿੰਦਾ ਹੈ ਬਈ। ਤਾਂ ਗਵਰਨਮੈਂਟ ਨੇ 1983 ਦੀ ਗੱਲ ਹੈ, 1983 ਦੇ ਵਿੱਚ ਸਰਕਾਰੀਆ ਕਮਿਸ਼ਨ ਦਾ ਗਠਨ ਕਰਿਆ ਤੇ ਇਹਨੂੰ ਕਿਹਾ ਕਿ ਇਹਨੂੰ ਕੁਝ ਕੰਮ ਸੌਂਪੇ ਗਏ ਆ ਇੰਟਰਸਟੇਟ ਕਾਉਂਸਿਲ ਦੇ ਨਾਲ ਰਿਲੇਟਡ, ਤੇ ਸਰਕਾਰੀਆ ਕਮਿਸ਼ਨ ਨੇ ਹੀ ਕਿਹਾ ਕਿ ਬਈ ਇੰਟਰਸਟੇਟ ਕਾਉਂਸਿਲ ਬਣਾਓ। ਠੀਕ ਹੈ, ਸਰਕਾਰੀਆ ਕਮਿਸ਼ਨ ਦੀ ਸਿਫਾਰਿਸ਼ਾਂ ਤੇ ਹੀ, ਯਾਦ ਰੱਖਣਾ ਹੈ, ਕੁਐਸਚਨ ਆ ਜਾਂਦਾ ਹੈ ਕਿ ਜਿਹੜੀ ਇੰਟਰਸਟੇਟ ਕਾਉਂਸਿਲ ਹੈ ਉਹ ਕਿਹਦੀ ਸਿਫਾਰਿਸ਼ਾਂ ਤੇ ਬਣੀ ਹੈ? ਤਾਂ ਇੰਟਰਸਟੇਟ ਕਾਉਂਸਿਲ ਸਰਕਾਰੀਆ ਆਯੋਗ ਦੀ ਸਿਫਾਰਿਸ਼ਾਂ ਤੇ ਬਣੀ ਹੈ, ਸਰਕਾਰੀਆ ਆਯੋਗ ਦੀ ਸਿਫਾਰਿਸ਼ਾਂ ਤੇ। ਠੀਕ ਹੈ, ਇੰਟਰਸਟੇਟ ਕਾਉਂਸਿਲ ਕਦ ਬਣੀ ਹੈ? 1990। ਇੰਟਰਸਟੇਟ ਕਾਉਂਸਿਲ ਦਾ ਚੇਅਰਮੈਨ ਕੌਣ ਹੁੰਦਾ ਹੈ ਬਈ?
ਚੇਅਰਮੈਨ, ਇੰਟਰ ਸਟੇਟ ਕਾਉਂਸਿਲ ਦਾ ਚੇਅਰਮੈਨ ਹੁੰਦਾ ਬਈ ਜੋ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹੀ ਆਟੋਮੈਟਿਕਲੀ ਇੰਟਰ ਸਟੇਟ ਕਾਉਂਸਿਲ ਦਾ ਚੇਅਰਮੈਨ ਹੈ। ਡਨ। ਨੈਕਸਟ ਆ ਜਾਓ ਫਿਰ। ਹਾਂਜੀ, ਇਹ ਕੁਐਸਚਨ ਆਪਾਂ ਕੱਲ ਡਿਸਕਸ ਕਰ ਚੁੱਕੇ ਹਾਂ, ਹਨਾ। ਵਿਧਾਨ ਸਭਾ ਦੇ ਵਿੱਚ ਕਿੰਨੀ ਔਰਤਾਂ ਸਨ? 15। ਓਕੇ, ਮੈਂ ਤੁਹਾਨੂੰ ਕੱਲ ਦੱਸਤਾ ਸੀ, ਇਹ ਕੁਐਸਚਨ ਮੈਂ ਅੱਜ ਪਾਇਆ। ਠੀਕ ਹੈ, ਇੰਨਾ ਕਿ ਯਾਦ ਰੱਖਣਾ ਹੈ। ਵਿਧਾਨ ਸਭਾ ਦੇ ਵਿੱਚ 15 ਔਰਤਾਂ ਸਨ ਬਈ। ਨੈਕਸਟ ਆ ਜਾਓ, ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਕਿਹੜੇ ਆਰਟੀਕਲ ਦੇ ਵਿੱਚ? ਕੰਪਟਰੋਲਰ ਮਤਲਬ ਇਹਨੂੰ ਆਪਾਂ ਸ਼ੋਰਟ ਦੇ ਵਿੱਚ ਕੈਗ ਵੀ ਲਿਖ ਦਿੰਦੇ, CAG, ਕੈਗ। ਠੀਕ ਹੈ, ਹਿੰਦੀ ਜਾਂ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਬੋਲਾਂਗੇ ਨਿਯੰਤਰਕ ਅਤੇ ਮਹਾਲੇਖਾ ਪ੍ਰੀਖਕ। ਨਿਯੰਤਰਕ ਅਤੇ ਮਹਾਲੇਖਾ ਪ੍ਰੀਖਕ ਇਹ ਕਿਹੜੇ ਆਰਟੀਕਲ ਦੇ ਵਿੱਚ ਹੈ? ਪਹਿਲਾਂ ਇਹਦਾ ਆਨਸਰ ਦੇਖ ਲਓ, ਫਿਰ ਆਪਾਂ ਇਹਦੀ ਥੋੜੀ ਜਿਹੀ ਡਿਟੇਲ ਦੇਖ ਸਕਦੇ ਹਾਂ। ਆਰਟੀਕਲ 148 ਇਹਦਾ ਰਾਈਟ ਆਨਸਰ ਹੈ, ਯਾਦ ਰੱਖਣਾ, ਸੁਪਰ ਇੰਪੋਰਟੈਂਟ ਹੈ। ਕੈਗ ਦਾ ਕਾਰਜਕਾਲ ਪੁੱਛਿਆ ਜਾਂਦਾ ਬਈ, ਕੈਗ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਕੈਗ ਦਾ ਕਾਰਜਕਾਲ ਹੁੰਦਾ ਬਹੁਤ ਇੰਪੋਰਟੈਂਟ ਹੈ, 6 ਸਾਲ। ਠੀਕ ਹੈ, ਕੈਗ ਦੀ ਨਿਯੁਕਤੀ ਕੌਣ ਕਰਦਾ ਹੈ? ਪ੍ਰੈਜ਼ੀਡੈਂਟ ਕਰੇਗਾ। ਠੀਕ ਹੈ, ਕੈਗ ਨੇ ਜੇ ਅਸਤੀਫਾ ਦੇਣਾ ਅਫਕੋਰਸ ਆਪਣੇ ਰਾਸ਼ਟਰਪਤੀ ਨੂੰ ਹੀ ਦੇਗਾ ਨਾ ਅਸਤੀਫਾ ਵੀ। ਕੈਗ ਦਾ ਕੰਮ ਕੀ ਹੈ? ਮੇਨ ਗੱਲ ਇੱਥੇ ਹੈ। ਦੇਖੋ, ਮੈਂ ਤੁਹਾਨੂੰ ਸਿੰਪਲ ਜੀ ਭਾਸ਼ਾ ਦੇ ਵਿੱਚ, ਸਿੰਪਲ ਜਿਹੇ ਵਰਡਾਂ ਦੇ ਵਿੱਚ ਦੱਸਦਾ ਕੈਗ ਦਾ ਕੰਮ ਕੀ ਹੈ। ਕੈਗ ਇੱਕ ਤਰ੍ਹਾਂ ਨਾਲ ਆਪਣੇ ਜਿਹੜੀ ਪਬਲਿਕ ਮਨੀ ਹੈ ਹਨਾ, ਜਾਂ ਸਰਕਾਰ ਦਾ ਪੈਸਾ ਹੈ, ਜਿਹੜਾ ਵੀ ਸਰਕਾਰ ਦਾ ਖਜ਼ਾਨਾ ਜਿਹੜਾ, ਉਹਦਾ ਰੱਖਿਅਕ ਹੈ ਇੱਕ ਤਰ੍ਹਾਂ ਨਾਲ। ਠੀਕ ਹੈ, ਇਹ ਕੀ ਕਰਦਾ ਹੈ? ਜੋ ਵੀ ਖਜ਼ਾਨੇ ਦੇ ਵਿੱਚ ਪੈਸਾ ਆ ਰਿਹਾ ਹਨਾ, ਜਾਂ ਖਜ਼ਾਨੇ ਤੋਂ ਪੈਸਾ ਜਾ ਰਿਹਾ, ਔਰ ਉਹਦਾ ਸਾਰਾ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਆਪਣੇ ਕੋਲ। ਠੀਕ ਹੈ, ਤੇ ਐਂਡ ਦੇ ਵਿੱਚ ਉਹ ਰਿਪੋਰਟ ਰਾਸ਼ਟਰਪਤੀ ਨੂੰ ਸਬਮਿਟ ਕਰ ਦਿੰਦਾ ਹੈ। ਇਹ ਕਿਸੇ ਨੂੰ ਰੋਕ ਨਹੀਂ ਸਕਦਾ, ਇਹਦੇ ਕੋਲ ਇਹ ਪਾਵਰ ਨਹੀਂ ਹੈ ਕਿ ਕਿਸੇ ਨੂੰ ਪੈਸੇ ਲੈਣ ਤੋਂ ਰੋਕ ਦੇ। ਜਿੰਨਾ ਪੈਸਾ ਆ ਰਿਹਾ ਆਏਗਾ, ਜਿੰਨਾ ਪੈਸਾ ਜਾ ਰਿਹਾ ਉਹ ਤਾਂ ਜਾਏਗਾ। ਇਹਦਾ ਕੰਮ ਹੈ ਉਹਦਾ ਲੇਖਾ ਜੋਖਾ ਰੱਖਣਾ। ਠੀਕ ਹੈ, ਹਿਸਾਬ ਕਿਤਾਬ ਰੱਖਣਾ, ਡਾਇਰੀ ਹੈ ਜਿਹੜੀ ਉਹ ਮੇਨਟੇਨ ਕਰਨੀ ਹੈ ਬਸ। ਇਸ ਤੋਂ ਇਲਾਵਾ ਗਵਰਨਮੈਂਟ ਦਾ ਕਿਤੇ ਵੀ ਕੋਈ ਵੀ ਹਿੱਸਾ ਹੈ, ਮੰਨ ਲਓ ਕੋਈ ਪ੍ਰਾਈਵੇਟ ਕਹਿੰਦਾ ਕੋਈ ਵੀ ਸਰਕਾਰੀ ਕੰਪਨੀ ਹੋਗੀ, ਸਰਕਾਰ ਦਾ ਕਿਤੇ ਵੀ ਹਿੱਸਾ ਹੈਗਾ ਆ, ਜਿਵੇਂ ਸਰਕਾਰ ਦੀ ਕੰਪਨੀਆਂ ਹੁੰਦੀਆਂ, HMT ਕੰਪਨੀ ਸਰਕਾਰ ਦੀ ਹੈ, BSNL ਹੋਗੀ ਹੈ ਨਾ, ਹਿੰਦੁਸਤਾਨ ਪੈਟਰੋਲੀਅਮ, ਸਟੀਲ ਅਥਾਰਟੀ ਆਫ ਇੰਡੀਆ, ਐਦਾਂ ਕਰਕੇ ਜਿੰਨੀ ਵੀ ਸਰਕਾਰੀ ਕੰਪਨੀਆਂ ਹੈਗੀਆਂ ਉਹਨਾਂ ਦੀ ਵੀ ਇਹ ਆਡਿਟ ਕਰ ਸਕਦਾ, ਉਹਨਾਂ ਦਾ ਵੀ ਹਿਸਾਬ ਕਿਤਾਬ ਲੈ ਸਕਦਾ, ਲੇਖਾ ਜੋਖਾ ਲੈ ਸਕਦਾ। ਠੀਕ ਹੈ, ਉਹ ਸਾਰੀ ਰਿਪੋਰਟ ਸਾਲ ਦੇ ਐਂਡ ਦੇ ਵਿੱਚ ਤਿਆਰ ਕਰਕੇ ਇਹ ਰਾਸ਼ਟਰਪਤੀ ਨੂੰ ਸਬਮਿਟ ਕਰਦਾ ਹੈ। ਠੀਕ ਹੈ, ਯਾਦ ਰੱਖਣਾ। ਬਾਕੀ ਫਿਰ ਕਿਸੇ ਕੁਐਸਚਨ ਦੇ ਵਿੱਚ ਇਹਦੀ ਹੋਰ ਡਿਟੇਲ ਆਪਾਂ ਕਰਾਂਗੇ। ਤੇ ਚਲੋ, ਤੁਹਾਡੇ ਵਾਸਤੇ ਇਹ ਕੁਐਸਚਨ ਹੈ, ਥੋੜਾ ਜਿਹਾ ਐਫਰਟ ਤੁਸੀਂ ਵੀ ਕਰੋ। ਐਟ ਪ੍ਰੈਜ਼ੈਂਟ ਕੈਗ ਕੌਣ ਹੈ? ਕੈਗ ਕਿਸੇ ਬੰਦੇ ਦਾ ਨਾਂ ਨਹੀਂ ਹੈਗਾ, ਕੈਗ ਇੱਕ ਪੋਸਟ ਹੈ ਬਈ। ਠੀਕ ਹੈ, ਐਟ ਪ੍ਰੈਜ਼ੈਂਟ ਕੈਗ ਕੌਣ ਹੈ? ਇਹ ਮੈਨੂੰ ਕਮੈਂਟ ਕਰਕੇ ਦੱਸਣਾ ਸਾਰਿਆਂ ਨੇ। ਨੈਕਸਟ ਹੈ ਜੀ, ਕੈਗ ਦਾ ਕਾਰਜਕਾਲ ਹੁਣੇ ਤਾਂ ਡਿਸਕਸ ਕਰਕੇ ਹਟੇ ਆ, 6 ਸਾਲ ਹੁੰਦਾ ਹੈ। ਯਾਦ ਰੱਖਣਾ ਹੈ, ਕੈਗ ਦਾ ਕਾਰਜਕਾਲ 6 ਸਾਲ ਹੁੰਦਾ ਹੈ, ਨਾ ਕਿ 5 ਸਾਲ। ਠੀਕ ਹੈ, ਨੈਕਸਟ ਹੈ ਜੀ, ਦਿੱਲੀ ਦੀ ਵਿਧਾਨ ਸਭਾ ਦੀ ਸਥਾਪਨਾ ਕਿਹੜੀ ਸੋਧ ਰਾਹੀਂ ਕੀਤੀ ਗਈ ਸੀ? ਤਾਂ ਦਿੱਲੀ, ਤੁਹਾਨੂੰ ਪਤਾ ਹੈ ਦਿੱਲੀ UT ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਤੇ ਆਪਣੇ ਦੇਸ਼ ਦੇ ਵਿੱਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਆ। ਇਹਨਾਂ 8 ਵਿੱਚੋਂ 3 ਦੇ ਵਿੱਚ ਵਿਧਾਨ ਸਭਾ ਹੈ। 3 ਮਤਲਬ ਐਟ ਪ੍ਰੈਜ਼ੈਂਟ ਤਾਂ 2 ਦੇ ਵਿੱਚ ਹੈ, ਇੱਕ ਜੰਮੂ ਕਸ਼ਮੀਰ ਉਹਦੇ ਵਿੱਚ ਫਿਊਚਰ 'ਚ ਹੋਏਗੀ, ਗਵਰਨਮੈਂਟ ਨੇ ਅਨਾਉਂਸ ਕਰਿਆ ਹੋਇਆ। ਕਿਹੜੀ ਹੈ? ਇੱਕ ਦਿੱਲੀ ਹੋਗੀ, ਜਾਂ ਆਪਾਂ ਪਹਿਲਾਂ ਲਿਖਾਂਗੇ ਪੁਡੂਚੇਰੀ, ਕਿਉਂਕਿ ਪਹਿਲਾਂ ਤਾਂ ਪੁਡੂਚੇਰੀ ਦੇ ਵਿੱਚ ਸੀਗੀ ਬਈ, ਫਿਰ ਦਿੱਲੀ ਹੋ ਗਿਆ, ਤੇ ਜੰਮੂ ਕਸ਼ਮੀਰ ਇਹ ਫਿਊਚਰ 'ਚ ਹੈ। ਠੀਕ ਹੈ, ਐਟ ਪ੍ਰੈਜ਼ੈਂਟ ਇਹ 2 ਹੋ ਗਏ ਦਿੱਲੀ। ਤਾਂ ਦਿੱਲੀ ਦੇ ਵਿੱਚ ਜਿਹੜੀ ਵਿਧਾਨ ਸਭਾ ਉਹਦੇ 'ਚ 70 ਸੀਟਾਂ, ਤੇ ਇਹ ਕਦੋਂ ਬਣੀ ਹੈ ਵਿਧਾਨ ਸਭਾ? ਇਹ 69ਵਾਂ ਸੰਸ਼ੋਧਨ ਸੀਗਾ ਬਈ। 70 ਸੀਟਾਂ ਲਿਖ ਲਓ, ਕਦੀ ਕਨਫਿਊਜ਼ ਹੋ ਜਾਓ ਹਨਾ। ਦਿੱਲੀ ਵਿਧਾਨ ਸਭਾ ਦੇ ਵਿੱਚ 70 MLA ਆ, 70 ਸੀਟਾਂ ਹੈਗੀਆਂ। 69ਵਾਂ ਸੰਸ਼ੋਧਨ ਸੀਗਾ 1991 ਦਾ। ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਦਿੱਲੀ ਦੇ ਵਿੱਚ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ, ਵਿਧਾਨ ਸਭਾ, ਜਿਹਦੇ 'ਚ 70 ਸੀਟਾਂ ਹੈਗੀਆਂ। CM ਤੁਹਾਨੂੰ ਪਤਾ ਦਿੱਲੀ ਦਾ ਕੌਣ ਹੈ? ਝਾੜੂ ਵਾਲਾ ਅਰਵਿੰਦ ਕੇਜਰੀਵਾਲ। ਠੀਕ ਹੈ ਨਾ, ਤਾਂ 69ਵਾਂ ਸੰਸ਼ੋਧਨ ਹੈ 1991। ਠੀਕ ਹੈ ਬਈ, ਯਾਦ ਰੱਖਣਾ ਹੈ। ਦਿੱਲੀ ਦਾ ਆਰਟੀਕਲ ਬਹੁਤ ਇੰਪੋਰਟੈਂਟ ਹੈ। ਦਿੱਲੀ ਦਾ ਕਿਹੜਾ ਆਰਟੀਕਲ ਹੈ? ਦਿੱਲੀ ਦਾ ਆਰਟੀਕਲ ਹੈਗਾ ਬਈ 239AA। 239AA ਇਹ ਦਿੱਲੀ ਦਾ ਆਰਟੀਕਲ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ। ਪੁਡੂਚੇਰੀ ਦਾ ਆਰਟੀਕਲ ਵੀ ਯਾਦ ਰੱਖ ਸਕਦੇ ਹੋ, 239A ਇਹ ਪੁਡੂਚੇਰੀ ਦਾ, 239A ਪੁਡੂਚੇਰੀ ਦਾ, 239AA ਦਿੱਲੀ ਦਾ ਹੈਗਾ। ਠੀਕ ਹੈ, ਯਾਦ ਰੱਖਣਾ ਹੈ ਬਈ। ਕਲੀਅਰ ਹੈ ਇੱਥੋਂ ਤੱਕ? ਆ ਜਾਓ ਫਟਾਫਟ ਨੈਕਸਟ ਕੁਐਸਚਨ ਦੇ ਉੱਤੇ। ਹਾਂਜੀ, ਕੌਣ ਫੈਸਲਾ ਕਰਦਾ ਹੈ ਕਿ ਕੋਈ ਬਿੱਲ ਇੱਕ ਮਨੀ ਬਿੱਲ ਹੈ ਜਾਂ ਨਹੀਂ? ਠੀਕ ਹੈ ਜੀ, ਮਨੀ ਬਿੱਲ। ਤਾਂ ਪਹਿਲਾਂ ਦਾ ਆਨਸਰ ਦੇਖ ਲਓ ਬਈ, ਲੋਕ ਸਭਾ ਦਾ ਸਪੀਕਰ ਡਿਸਾਈਡ ਕਰਦਾ ਹੈ ਕਿ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ ਹੈ। ਠੀਕ ਹੈ, ਦੇਖੋ ਬਹੁਤ ਸਾਰੇ ਬਿੱਲ ਹੁੰਦੇ ਆ, ਇੱਕ ਆਮ ਬਿੱਲ ਹੁੰਦਾ ਹੈ, ਮਨੀ ਬਿੱਲ ਹੁੰਦਾ ਹੈ, ਵਿੱਤ ਬਿੱਲ ਹੁੰਦਾ ਹੈ, ਜਾਂ ਸੰਵਿਧਾਨ ਸੰਸ਼ੋਧਨ ਬਿੱਲ ਵੀ ਹੁੰਦਾ ਹੈ। ਇਹ 4 ਤਰ੍ਹਾਂ ਦੇ ਬਿੱਲ ਹੁੰਦੇ ਆ। ਠੀਕ ਹੈ,
ਮਨੀ ਬਿੱਲ ਦਾ ਆਰਟੀਕਲ ਕੀ ਹੈ? ਮਨੀ ਬਿੱਲ ਦੇ ਆਰਟੀਕਲ ਜ਼ਰੂਰ ਯਾਦ ਰੱਖਣੇ ਆ। ਤਾਂ ਮਨੀ ਬਿੱਲ ਦਾ ਆਰਟੀਕਲ ਦੋ ਹੈਗੇ ਆ, ਇੱਕ 109 ਹੈ ਤੇ ਇੱਕ 110 ਹੈ। ਠੀਕ ਹੈ। ਇੰਟਰੋਡਕਸ਼ਨ ਜੇ ਪੁੱਛੇ ਜਾਏ ਮਨੀ ਬਿੱਲ ਦੀ ਇੰਟਰੋਡਕਸ਼ਨ, ਤਾਂ ਮਨੀ ਬਿੱਲ ਦਾ ਜ਼ਿਕਰ ਹੈ ਜਿਹੜਾ ਇੰਟਰੋਡਕਸ਼ਨ ਹੈ ਹਨਾ, ਉਹ ਆਂਦਾ 109 ਦੇ ਵਿੱਚ। ਜੇ ਤੁਹਾਨੂੰ ਡੈਫੀਨੇਸ਼ਨ ਪੁੱਛੀ ਜਾਏ ਪ੍ਰੋਪਰ ਵਿਆਖਿਆ ਉਹਦੀ ਪੂਰਾ ਹੈ ਨਾ ਐਕਸਪਲੇਨ ਕਰਕੇ, ਉਹ ਆਰਟੀਕਲ 110 ਹੈ ਬਾਈ ਮਨੀ ਬਿੱਲ ਦਾ। ਤਾਂ ਮਨੀ ਬਿੱਲ ਹਮੇਸ਼ਾ ਆਲਵੇਜ ਰਾਸ਼ਟਰਪਤੀ ਦੇ ਕਹਿਣ ਤੇ ਆਂਦਾ। ਯਾਦ ਰੱਖਣਾ, ਇਹ ਕੁਐਸਚਨ ਬਹੁਤ ਵਾਰ ਆਂਦਾ ਹੈ ਕਿ ਮਨੀ ਬਿੱਲ ਕਿਹਦੇ ਕਹਿਣ ਤੇ ਲਿਆਇਆ ਜਾਂਦਾ ਹੈ। ਮਨੀ ਬਿੱਲ ਹਮੇਸ਼ਾ 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 ਰਾਸ਼ਟਰਪਤੀ ਦੇ ਕਹਿਣ ਤੇ ਹੀ ਆਂਦਾ ਹੈ ਤੇ ਹਮੇਸ਼ਾ ਲੋਕ ਸਭਾ ਦੇ ਵਿੱਚ ਹੀ ਆਂਦਾ ਹੈ। ਤਾਂ ਮਨੀ ਬਿੱਲ ਰਾਸ਼ਟਰਪਤੀ ਨੇ ਕਿਹਾ ਤੇ ਮਨੀ ਬਿੱਲ ਕਿੱਥੇ ਆਇਆ? ਲੋਕ ਸਭਾ ਦੇ ਵਿੱਚ ਆਇਆ ਬਾਈ, ਲੋਕ ਸਭਾ ਦੇ ਵਿੱਚ ਆ ਗਿਆ। ਹੁਣ ਲੋਕ ਸਭਾ ਦਾ ਜਿਹੜਾ ਪੀਠਾਸੀਨ ਅਧਿਕਾਰੀ ਹੁੰਦਾ ਹੈ, ਮਤਲਬ ਲੋਕ ਸਭਾ ਦਾ ਸਪੀਕਰ ਹੁੰਦਾ ਜਿਹੜਾ ਹਨਾ, ਉਹ ਬਿੱਲ ਨੂੰ ਦੇਖਦਾ ਤੇ ਉਹੀ ਡਿਸਾਈਡ ਕਰਦਾ ਕਿ ਇਹ ਬਿੱਲ ਜਿਹੜਾ ਹੈਗਾ ਇਹ ਮਨੀ ਬਿੱਲ ਹੈ ਜਾਂ ਨਹੀਂ ਹੈ। ਠੀਕ ਹੈ। ਤੇ ਉਹੀ ਸਾਰਿਆਂ ਨੂੰ ਦੱਸਦਾ, ਬਸ ਇਦਾਂ ਸਮਝ ਕੇ ਰੱਖੋ ਤੁਸੀਂ। ਠੀਕ ਹੈ। ਤਾਂ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਹੈ, ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਹੈ, ਉਹੀ ਡਿਸਾਈਡ ਕਰਦਾ ਹੈ ਕਿ ਇਹ ਜਿਹੜਾ ਬਿੱਲ ਆਇਆ ਇਹ ਮਨੀ ਬਿੱਲ ਹੈ ਜਾਂ ਨਹੀਂ ਹੈ। ਜੇ ਮਨੀ ਬਿੱਲ ਹੈ ਤਾਂ ਉਹ ਦੱਸੇਗਾ ਕਿ ਇਹ ਮਨੀ ਬਿੱਲ ਹੈ ਬਾਈ। ਠੀਕ ਹੈ। ਫਿਰ ਉਹਦੇ ਤੇ ਵੋਟਿੰਗ ਤਾਂ ਹੋਏਗੀ। ਠੀਕ ਹੈ। ਫਿਰ ਉਹ ਜਾਏਗਾ ਰਾਜ ਸਭਾ ਦੇ ਵਿੱਚ। ਮਨੀ ਬਿੱਲ ਕਿੱਥੇ ਜਾਏਗਾ? ਰਾਜ ਸਭਾ। ਰਾਜ ਸਭਾ ਦੇ ਕੋਲ ਸਿਰਫ 14 ਦਿਨਾਂ ਦਾ ਟਾਈਮ ਹੁੰਦਾ ਹੈ, ਓਨਲੀ 14 ਡੇਜ਼। 14 ਦਿਨਾਂ ਦੇ ਵਿੱਚ ਬਿੱਲ ਨੂੰ ਪਾਸ ਕਰਨਾ ਹੀ ਪੜੇਗਾ। ਜੇ ਬਿੱਲ ਪਾਸ ਨਹੀਂ ਕਰਿਆ ਤਾਂ ਬਿੱਲ ਆਟੋਮੈਟਿਕਲੀ ਪਾਸ ਹੋ ਜਾਏਗਾ। ਰਾਜ ਸਭਾ ਬਿੱਲ ਨੂੰ ਰਿਜੈਕਟ ਨਹੀਂ ਕਰ ਸਕਦੀ, ਯਾਦ ਰੱਖਣਾ ਹੈ। ਰਾਜ ਸਭਾ ਮਨੀ ਬਿੱਲ ਨੂੰ ਰਿਜੈਕਟ ਨਹੀਂ ਕਰ ਸਕਦੀ, ਨਹੀਂ ਕਰ ਸਕਦੀ, ਨਹੀਂ ਕਰ ਸਕਦੀ। ਠੀਕ ਹੈ। ਸਿਰਫ 14 ਦਿਨਾਂ ਦਾ ਟਾਈਮ ਹੈ। 14 ਦਿਨਾਂ ਦੇ ਵਿੱਚ ਬਿੱਲ ਨੂੰ ਪਾਸ ਕਰਦੇ ਆ ਤਾਂ ਬਹੁਤ ਵਧੀਆ, ਜੇ ਨਹੀਂ ਪਾਸ ਕਰਿਆ ਫਿਰ ਉਸ ਤੋਂ ਵੀ ਵਧੀਆ, ਉਹ ਆਟੋਮੈਟਿਕਲੀ ਪਾਸ ਹੋ ਜਾਏਗਾ। ਉਸ ਤੋਂ ਬਾਅਦ ਜਾਏਗਾ ਬਈ ਰਾਸ਼ਟਰਪਤੀ ਕੋਲ ਤੇ ਰਾਸ਼ਟਰਪਤੀ ਨੇ ਸਾਈਨ ਕਰਨੇ ਹੀ ਪੈਣੇ ਆ। ਰਾਸ਼ਟਰਪਤੀ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਉਹਦੇ ਕਹਿਣ ਤੇ ਤਾਂ ਬਿੱਲ ਲੈ ਕੇ ਆ ਰਹੇ ਆ ਬਈ, ਹੁਣ ਉਹੀ ਥੋੜੀ ਨਖਰੇ ਕਰੇਗਾ। ਠੀਕ ਹੈ। ਬਸ ਇਹ ਯਾਦ ਰੱਖਣਾ ਹੈ। ਤਾਂ ਇਹਦਾ ਆਨਸਰ ਹੋ ਗਿਆ ਲੋਕ ਸਭਾ ਦਾ ਸਪੀਕਰ। ਨੈਕਸਟ, ਭਾਰਤ ਵਿੱਚ ਰਾਜਨੀਤਿਕ ਸ਼ਕਤੀ ਦਾ ਸਰੋਤ ਕੌਣ ਹੈ? ਭਾਰਤ ਵਿੱਚ ਰਾਜਨੀਤਿਕ ਸ਼ਕਤੀ, ਸਾਰੀ ਪੋਲੀਟੀਕਲ ਪਾਵਰ ਕਿਹਦੇ ਹੱਥ ਦੇ ਵਿੱਚ ਹੈ? ਤਾਂ ਆਪਸ਼ਨ ਦੇ ਵਿੱਚ ਜਨਤਾ ਹੈਗਾ, ਇਹ ਹੈਗੀ ਹੈ ਜਨਤਾ, ਇਹਦਾ ਰਾਈਟ ਆਨਸਰ ਹੈ। ਠੀਕ ਹੈ। ਓਕੇ, ਨੈਕਸਟ ਆ ਜਾਓ। ਕੌਣ ਮੌਲਿਕ ਅਧਿਕਾਰਾਂ ਦਾ ਸਰਪ੍ਰਸਤ ਮੰਨਿਆ ਜਾਂਦਾ ਹੈ? ਗਾਰਡੀਅਨ। ਠੀਕ ਹੈ ਨਾ, ਕੌਣ ਬਚਾਏਗਾ ਮੌਲਿਕ ਅਧਿਕਾਰਾਂ ਨੂੰ? ਤਾਂ ਜੇ ਤੁਹਾਡੇ ਮੌਲਿਕ ਅਧਿਕਾਰ ਤੁਹਾਨੂੰ ਨਹੀਂ ਮਿਲਦੇ ਤਾਂ ਤੁਹਾਡੇ ਕੋਲ ਪਾਵਰ ਹੈਗੀ ਆ ਵੀ ਤੁਸੀਂ ਜਾ ਕੇ ਸਿੱਧਾ ਸੁਪਰੀਮ ਕੋਰਟ ਪਹੁੰਚੋ। ਠੀਕ ਹੈ। ਤਾਂ ਫਿਰ ਕੌਣ ਹੈ ਇੱਥੇ? ਸੁਪਰੀਮ ਕੋਰਟ, ਯਾਨੀ ਸਰਵੋੱਚ ਅਦਾਲਤ। ਠੀਕ ਹੈ। ਮੌਲਿਕ ਅਧਿਕਾਰਾਂ ਦਾ ਸਰਪ੍ਰਸਤ ਸੁਪਰੀਮ ਕੋਰਟ ਨੂੰ ਕਿਹਾ ਜਾਂਦਾ ਹੈ ਤੇ ਸੁਪਰੀਮ ਕੋਰਟ 'ਚ ਤੁਸੀਂ ਸਿੱਧਾ ਜਾ ਸਕਦੇ ਹੋ ਜੇ ਤੁਹਾਨੂੰ ਤੁਹਾਡੇ ਮੌਲਿਕ ਅਧਿਕਾਰ ਨਹੀਂ ਮਿਲਦੇ। ਅਜਿਹਾ ਕਿੱਥੇ ਲਿਖਿਆ ਹੋਇਆ? ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ? ਅਜਿਹਾ ਲਿਖਿਆ ਹੋਇਆ ਆਰਟੀਕਲ 32 ਦੇ ਵਿੱਚ। ਕਿੱਥੇ ਲਿਖਿਆ ਹੋਇਆ? ਆਰਟੀਕਲ 32 ਦੇ ਵਿੱਚ ਲਿਖਿਆ ਹੋਇਆ ਕਿ ਮੌਲਿਕ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਜਾਂ ਮੌਲਿਕ ਅਧਿਕਾਰਾਂ ਦਾ ਜੇ ਹਨਨ ਹੁੰਦਾ ਹੈ ਤਾਂ ਵਿਅਕਤੀ ਸਿੱਧਾ ਸੁਪਰੀਮ ਕੋਰਟ ਜਾ ਸਕਦਾ ਹੈ। ਆਰਟੀਕਲ 32 ਦੇ ਵਿੱਚ ਇਹੀ ਲਿਖਿਆ ਹੋਇਆ। ਠੀਕ ਹੈ। ਯਾਦ ਰੱਖਣਾ ਹੈ। ਸੁਪਰੀਮ ਕੋਰਟ ਕੀ ਕਰੇਗੀ? ਸੁਪਰੀਮ ਕੋਰਟ ਰਿਟ ਜਾਰੀ ਕਰਦੀ ਹੈ। ਫਿਰ ਰਿਟ ਜਾਰੀ ਕਰਦੀ ਹੈ। ਰਿਟ ਕਿੰਨੀ ਤਰ੍ਹਾਂ ਦੀ ਹੁੰਦੀ ਹੈ? 5 ਤਰ੍ਹਾਂ ਦੀ ਰਿਟ ਹੁੰਦੀ ਹੈ। ਯੂਕੇ ਬ੍ਰਿਟੇਨ ਤੋਂ ਆਪਾਂ ਨੇ ਲਈ ਹੈ। ਚਲੋ ਅੱਗੇ। ਨਿਮਨਲਿਖਿਤ ਵਿੱਚੋਂ ਕਿਹੜਾ ਅਧਿਕਾਰਤ ਦਸਤਾਵੇਜ਼ ਭਾਰਤ ਨਾਲ ਸੰਬੰਧਿਤ ਹੈ? ਕਿਹੜਾ ਆਫੀਸ਼ੀਅਲ ਡਾਕੂਮੈਂਟ ਹੈ ਜਿਹੜਾ ਇੰਡੀਆ ਦੇ ਨਾਲ ਰਿਲੇਟਡ ਹੈ? ਤਾਂ ਇਹ 4 ਪੇਪਰ ਦੇ ਹੋਏ ਆ। ਜਦੋਂ ਇੰਡੀਆ ਮਤਲਬ ਆਪਣਾ ਦੇਸ਼ ਹੈ ਕੋਈ ਪੇਪਰ ਜਾਰੀ ਕਰਦਾ ਤਾਂ ਉਹਨੂੰ ਆਪਾਂ ਵਾਈਟ ਪੇਪਰ ਬੋਲਦੇ ਹਾਂ, ਸ਼ਵੇਤ ਪੱਤਰ। ਠੀਕ ਹੈ। ਇਹ ਆਫੀਸ਼ੀਅਲ ਡਾਕੂਮੈਂਟ ਹੈ। ਆਫੀਸ਼ੀਅਲ ਡਾਕੂਮੈਂਟ ਕੀ ਹੈ? ਵਾਈਟ ਪੇਪਰ, ਸ਼ਵੇਤ ਦਸਤਾਵੇਜ਼। ਇਹਨੂੰ ਪੰਜਾਬੀ ਦੇ ਜਾਂ ਹਿੰਦੀ ਦੇ ਵਿੱਚ ਕਹਾਂਗੇ ਆਪਾਂ ਸ਼ਵੇਤ ਦਸਤਾਵੇਜ਼। ਨੈਕਸਟ ਆ ਜਾਓ। who was the chairman of ad hoc committee on national flag? ਤਾਂ ਜਦੋਂ ਸੰਵਿਧਾਨ ਬਣਨਾ ਸ਼ੁਰੂ ਹੋਇਆ 399 ਬੰਦੇ ਆ ਜਿਹੜੇ ਪਹੁੰਚੇ ਆ ਸੰਵਿਧਾਨ ਸਭਾ ਦੇ ਵਿੱਚ। ਸਾਰਿਆਂ ਨੂੰ ਕੁਝ ਕੰਮ ਦੇ ਗਏ ਆ, ਸਾਰਿਆਂ ਨੂੰ ਕੁਝ ਡਿਊਟੀਆਂ ਦੇ ਗਈਆਂ ਬਈ ਤੁਸੀਂ 10 ਬੰਦੇ ਇਹ ਕੰਮ ਕਰ ਲਓ, ਤੁਸੀਂ 10 ਬੰਦੇ ਇਹ ਕੰਮ ਕਰ ਲਓ, ਤੁਸੀਂ 7 ਬੰਦੇ ਇਹ ਕੰਮ ਕਰ ਲਓ। ਤਾਂ ਇੱਕ ਕੰਮ ਇਹ ਵੀ ਸੀਗਾ ਵੀ ਨੈਸ਼ਨਲ ਫਲੈਗ ਵਾਲਾ। ਇਸ ਕਮੇਟੀ ਦਾ ਚੇਅਰਮੈਨ ਕੌਣ ਸੀ? ਇਸ ਕਮੇਟੀ ਦਾ ਚੇਅਰਮੈਨ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ। ਯਾਦ ਰੱਖਣਾ ਹੈ, ਜਿਹੜੇ ਕਿ ਵੈਸੇ ਵੀ ਆਪਣੇ ਪ੍ਰੈਜ਼ੀਡੈਂਟ ਸੀਗੇ ਕਨਸਟੀਟਿਊਐਂਟ ਅਸੈਂਬਲੀ ਦੇ, ਸੰਵਿਧਾਨ ਸਭਾ ਦੇ ਸਥਾਈ ਚੇਅਰਮੈਨ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਤੇ ਬਾਅਦ ਦੇ ਵਿੱਚ ਦੇਸ਼ ਦੇ ਪਹਿਲੇ ਰਾਸ਼ਟਰਪਤੀ ਵੀ ਬਣੇ ਆ। ਠੀਕ ਹੈ। ਬਾਕੀ ਝੰਡੇ ਬਾਰੇ ਤੁਹਾਨੂੰ ਪਤਾ ਹੀ ਹੈ ਬਈ ਕਿਹਨੇ ਡਿਜ਼ਾਈਨ ਕਰਿਆ? ਪਿੰਗਾਲੀ ਵੈਂਕਈਆ। ਪਿੰਗਾਲੀ ਵੈਂਕਈਆ ਨੇ ਡਿਜ਼ਾਈਨ ਕਰਿਆ, ਜਿਹੜੇ ਕਿ ਆਂਧਰਾ ਪ੍ਰਦੇਸ਼ ਤੋਂ ਸੀਗੇ। ਪਿੰਗਾਲੀ ਵੈਂਕਈਆ ਕਿੱਥੋਂ ਬਿਲੋਂਗ ਕਰਦੇ ਸੀ? ਆਂਧਰਾ ਪ੍ਰਦੇਸ਼ ਦੇ ਇੱਕ ਮਾਈਨ ਇੰਜੀਨੀਅਰ ਸੀਗੇ। ਹਾਂਜੀ। ਰਾਸ਼ਟਰੀ ਆਪਾਤਕਾਲ ਦੇ ਦੌਰਾਨ ਕਿਹੜੇ ਮੌਲਿਕ ਅਧਿਕਾਰ ਮੁਅੱਤਲ ਮਤਲਬ ਰੱਦ ਨਹੀਂ ਕੀਤੇ ਜਾ ਸਕਦੇ, ਮਤਲਬ ਸਸਪੈਂਡ ਨਹੀਂ ਕਰੇ ਜਾ ਸਕਦੇ ਬਈ। ਠੀਕ ਹੈ। ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਲੱਗਦੀ ਹੈ, ਨੈਸ਼ਨਲ ਐਮਰਜੈਂਸੀ ਕਿਹੜੇ ਆਰਟੀਕਲ ਦੇ ਵਿੱਚ ਹੈ? 352 ਦੇ ਵਿੱਚ ਹੈ ਹਨਾ। ਤਾਂ ਜਦੋਂ ਵੀ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਲੱਗਦੀ ਹੈ, ਰਾਸ਼ਟਰੀ ਆਪਾਤਕਾਲ ਲੱਗਦਾ ਹੈ, ਤਾਂ ਕਿਹੜੇ ਮੌਲਿਕ ਅਧਿਕਾਰ ਰੱਦ ਨਹੀਂ ਹੁੰਦੇ?
ਇਹ ਹੈਗੇ ਆ ਬਈ 20 ਤੇ 21 ਆਰਟੀਕਲ 20 ਤੇ 21 ਆਪਾਤਕਾਲ ਦੇ ਦੌਰਾਨ ਰੱਦ ਨਹੀਂ ਹੁੰਦੇ। ਯਾਦ ਰੱਖਣਾ ਹੈ, ਇਹਨੂੰ ਇਦਾਂ ਵੀ ਯਾਦ ਰੱਖ ਸਕਦੇ ਆ। ਇਹ ਕੀ ਹੈ 20 ਤੇ ਇਹ 21 20 21 ਨੂੰ ਕੰਬਾਈਨ ਕਰ ਦੋ ਕੀ ਬਣ ਗਿਆ 22। ਤਾਂ 22 ਦੇ ਉੱਤੇ ਆਪਾਤਕਾਲ ਦਾ ਕੋਈ ਅਸਰ ਨਹੀਂ ਹੁੰਦਾ। 22 ਦੇ ਉੱਤੇ ਆਪਾਤਕਾਲ ਦਾ ਕੋਈ ਅਸਰ ਨਹੀਂ ਹੁੰਦਾ। ਓਕੇ 20 21 ਯਾਨੀ 22। ਨੈਕਸਟ ਆ ਜਾਓ ਵੀ ਸਮਾਨ ਨਾਗਰਿਕ ਸੰਹਿਤਾ यूनीफॉर्म सिविल कोड बहुत इंपॉर्टेंट है, बहुत ज़्यादा न्यूज़ ਦੇ ਵਿੱਚ ਰਹਿੰਦਾ ਹੈ। ਠੀਕ ਹੈ ਤਾਂ ਇਹ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਹੈ? यूनीफॉर्म सिविल कोड ਇਹ ਆਰਟੀਕਲ 44 ਦੀ ਗੱਲ ਹੋ ਰਹੀ ਹੈ ਬਈ। यूनीफॉर्म सिविल कोड यानी ਸਮਾਨ ਨਾਗਰਿਕ ਸੰਹਿਤਾ यानी ਦੇਸ਼ ਦੇ ਵਿੱਚ ਰਹਿਣ ਵਾਲੇ ਹਰ ਇੱਕ ਨਾਗਰਿਕ ਦੇ ਲਈ ਇੱਕ ਸਮਾਨ ਕਾਨੂੰਨ ਹੋਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਜਾਤ ਦਾ ਹੋਵੇ, ਭਾਵੇਂ ਉਹ ਕਿਸੇ ਕਬੀਲੇ ਦਾ ਹੋਵੇ, ਭਾਵੇਂ ਉਹ ਕਿਸੇ ਧਰਮ ਦਾ ਹੋਵੇ, ਸਾਰਿਆਂ ਵਾਸਤੇ ਇੱਕ ਸਮਾਨ ਕਾਨੂੰਨ ਹੋਵੇਗਾ ਹਰ ਮਾਮਲੇ ਦੇ ਵਿੱਚ, ਸ਼ਾਦੀ ਵਿਆਹ ਡਾਈਵੋਰਸ ਕ੍ਰਾਈਮ ਹਰ ਮਾਮਲੇ ਦੇ ਵਿੱਚ। ਠੀਕ ਹੈ ਤਾਂ यूनीफॉर्म सिविल कोड ਇਸ ਨੂੰ ਕਿਹਾ ਜਾਂਦਾ ਹੈ। ਇਹ ਆਰਟੀਕਲ 44 ਹੈ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਦਾ ਕੰਮ ਹੈ ਕਿ ਉਹ ਦੇਸ਼ ਦੇ ਵਿੱਚ यूनीफॉर्म सिविल कोड ਲਾਗੂ ਕਰੇ। ਅਜਿਹਾ ਆਰਟੀਕਲ 44 ਦੇ ਵਿੱਚ ਲਿਖਿਆ ਹੋਇਆ ਹੈ। ਕੀ ਇਹ ਆਪਣੇ ਦੇਸ਼ ਦੇ ਵਿੱਚ ਲਾਗੂ ਹੈਗਾ? ਨਹੀਂ, ਹਾਲੇ ਤੱਕ ਲਾਗੂ नहीं है। ठीक है मुस्लिम्स वास्ते कुछ अलग स्पेशल कानून हैगे आ, थोड़ी जी ढिल हैगी आ, ये मतलब अलग है तो बाकियों वास्ते अलग है, तो कुछ ਜਿਹੜੇ ट्राइब हैगे आ ट्राइबल पीपल्स हैगे आदिवासी उन्होंने वास्ते थोड़े जे अलग है। ठीक है हाले प्रॉपर नहीं हैगा बई, याद रखना है। बट हाँ ਇਹੋ ਜਿਹਾ ਇੱਕ ਕਾਨੂੰਨ ਗੋਆ ਦੇ ਵਿੱਚ ਜ਼ਰੂਰ ਲਾਗੂ ਹੈ। ਜੇ ਤੁਹਾਨੂੰ ਐਦਾਂ ਪੁੱਛਿਆ ਜਾਵੇ ਕਿ ਕਿਹੜੀ ਸਟੇਟ ਦੇ ਵਿੱਚ यूनीफॉर्म सिविल कोड ਜਾਂ यूनीफॉर्म सिविल कोड ਜਿਹੇ ਕੁਝ ਕਾਨੂੰਨ ਲਾਗੂ ਹੈਗੇ ਆ ਤਾਂ ਤੁਸੀਂ ਗੋਆ ਬੋਲ ਸਕਦੇ ਹੋ। ਠੀਕ ਹੈ ਗੋਆ। ਨੈਕਸਟ ਹੈ ਜੀ ਕਿਹੜਾ ਅਨੁਛੇਦ ਦੁਸ਼ਮਣ ਦੇਸ਼ ਦੇ ਵਿਅਕਤੀ ਲਈ ਨਹੀਂ ਹੈ? ਵਿਚ ਆਰਟੀਕਲ ਇਜ਼ ਨੋਟ ਫॉर ਦੀ ਪਰਸਨ ਆਫ ਐਨੀਮੀ ਕੰਟਰੀ। ਦੁਸ਼ਮਣ ਦੇਸ਼ ਦੇ ਨਾਗਰਿਕ ਵਾਸਤੇ ਕਿਹੜਾ ਆਰਟੀਕਲ ਨਹੀਂ ਹੈ? ਤਾਂ ਆਰਟੀਕਲ 22 ਦੀ ਗੱਲ ਹੋ ਰਹੀ ਹੈ। ਇੱਥੇ ਇਦਾਂ ਵੀ ਲਿਖਿਆ ਆ ਸਕਦਾ ਹੈ ਕਿ ਕਿਹੜਾ ਮੌਲਿਕ ਅਧਿਕਾਰ, ਠੀਕ ਹੈ ਨਾ, ਕਿਹੜਾ ਮੌਲਿਕ ਅਧਿਕਾਰ ਦੁਸ਼ਮਣ ਦੇਸ਼ ਦੇ ਨਾਗਰਿਕਾਂ ਨੂੰ ਨਹੀਂ ਮਿਲਦਾ, ਤਾਂ ਆਰਟੀਕਲ 22 ਦੀ ਗੱਲ ਹੋ ਰਹੀ ਹੈ ਬਈ। ਠੀਕ ਹੈ ਇਹਨੂੰ ਆਪਾਂ ਸਿੰਪਲੀ ਯਾਦ ਰੱਖ ਸਕਦੇ ਹਾਂ। ਦੁਸ਼ਮਣ ਦੇਸ਼ ਦੇ ਵਿਅਕਤੀ ਨੂੰ ਆਪਾਂ ਬਾਈ ਨਹੀਂ ਕਹਿ ਸਕਦੇ ਬਈ। ਠੀਕ ਹੈ ਬਾਈ ਆਪਾਂ ਆਪਣੇ ਖਾਸ ਬੰਦੇ ਨੂੰ ਹੀ ਬੋਲਦੇ ਆ ਨਾ, ਹੋਰ ਬਾਈ ਕੀ ਹਾਲ ਹੈ, ਤਾਂ ਬਾਈ ਆਪਾਂ ਦੁਸ਼ਮਣ ਨੂੰ ਨਹੀਂ ਕਹਿ ਸਕਦੇ। ਨੈਕਸਟ ਆ ਕੈਬਨਿਟ ਮਿਨਿਸਟਰਸ ਆਰ ਕੋਲੈਕਟਿਵਲੀ ਰਿਸਪੌਂਸਿਬਲ ਟੂ। ਠੀਕ ਹੈ ਜੀ ਕੋਲੈਕਟਿਵਲੀ ਜਿਹੜੀ ਕੈਬਨਿਟ ਹੈ ਸਾਰੇ ਦੇ ਸਾਰੇ ਮੰਤਰੀ, ਕੈਬਨਿਟ ਦੇ ਵਿੱਚ ਬਹੁਤ ਸਾਰੇ ਮੰਤਰੀ ਹੁੰਦੇ ਆ ਮੰਤਰੀ ਮੰਡਲ ਦੇ ਵਿੱਚ ਹੈ ਨਾ, ਤੁਹਾਨੂੰ ਪਤਾ ਹੀ ਹੈ, ਤਾਂ ਉਹ ਸਾਰੇ ਮੰਤਰੀ ਕੋਲੈਕਟਿਵਲੀ ਸਾਮੂਹਿਕ ਤੌਰ ਤੇ ਇਕੱਠੇ ਕਿਹਨੂੰ ਜਵਾਬਦੇਹ ਹੈ? ਤਾਂ ਬਾਈ ਉਹ ਜਵਾਬਦੇਹ ਹੈਗੇ ਆ ਸੰਸਦ ਨੂੰ। ਜੇ ਆਪਸ਼ਨ ਦੇ ਵਿੱਚ ਲੋਕ ਸਭਾ ਹੋਵੇ ਤਾਂ ਲੋਕ ਸਭਾ ਹੋ ਜਾਏਗਾ ਰਾਈਟ ਆਨਸਰ। ਠੀਕ ਹੈ ਲੋਕ ਸਭਾ। ਕੋਲੈਕਟਿਵਲੀ ਇਹਨਾਂ ਨੇ ਕੋਲੈਕਟਿਵਲੀ ਪੁੱਛਿਆ, ਜਾਂ ਤਾਂ ਸੰਸਦ ਹੈ ਤਾਂ ਸੰਸਦ ਕਰ ਦੋ, ਜੇ ਨਹੀਂ ਤਾਂ ਫਿਰ ਸੰਸਦ ਨਹੀਂ ਤਾਂ ਲੋਕ ਸਭਾ ਹੈਗੀ ਹੈ ਲੋਕ ਸਭਾ ਕਰ ਦੋ, ਕੋਈ ਚੱਕਰ ਨਹੀਂ ਹੈਗਾ। ਠੀਕ ਹੈ ਕੋਲੈਕਟਿਵਲੀ ਇਹ ਵਰਡ ਤੇ ਫੋਕਸ ਕਰਨਾ ਹੈ। ਕੋਲੈਕਟਿਵਲੀ ਯਾਨੀ ਸਾਮੂਹਿਕ ਤੌਰ ਤੇ ਸਾਰੇ ਦੇ ਸਾਰੇ। ਇਸੇ ਵਰਡ ਨੂੰ ਮੈਂ ਚੇਂਜ ਕਰਦਾ, ਮੈਂ ਸਾਮੂਹਿਕ ਹਟਾ ਦਿੰਦਾ, ਮੈਂ ਕੋਲੈਕਟਿਵਲੀ ਹਟਾ ਦਿੰਦਾ, ਮੈਂ ਕਹਿੰਦਾ ਕੈਬਨਿਟ ਮੰਤਰੀ ਜਿਹੜਾ ਹੈਗਾ ਵਿਅਕਤੀਗਤ ਤੌਰ ਤੇ, ਵਿਅਕਤੀਗਤ ਕੱਲਾ ਇੰਡੀਵਿਜੂਅਲੀ ਵਿਅਕਤੀਗਤ ਤੌਰ ਤੇ, ਯਾਨੀ ਕੱਲੇ ਮੰਤਰੀ ਦੀ ਮੈਂ ਗੱਲ ਕਰ ਰਿਹਾ। ਕੱਲਾ ਮੰਤਰੀ ਕਿਹਨੂੰ ਰਿਸਪੌਂਸੀਬਲ ਹੈ, ਕਿਹਨੂੰ ਜ਼ਿੰਮੇਵਾਰ ਹੈ? ਰਾਸ਼ਟਰਪਤੀ ਨੂੰ। ਕੱਲਾ ਬੰਦਾ, ਕੱਲਾ ਮੰਤਰੀ ਰਾਸ਼ਟਰਪਤੀ ਨੂੰ ਜਵਾਬਦੇਹ ਹੈ। ਕਲੈਕਟਿਵਲੀ ਸਾਰੇ ਮੰਤਰੀ ਲੋਕ ਸਭਾ ਪ੍ਰਤੀ ਜ਼ਿੰਮੇਵਾਰ ਹੈ। ਲੋਕ ਸਭਾ, ਜੇ ਲੋਕ ਸਭਾ ਆਪਸ਼ਨ ਦੇ ਵਿੱਚ ਨਹੀਂ ਹੈ ਤਾਂ ਸੰਸਦ ਹੋ ਗਿਆ। ਠੀਕ ਹੈ ਯਾਦ ਰੱਖਣਾ। ਨੈਕਸਟ ਆ ਜਾਓ ਅੰਬੇਡਕਰ ਦੁਆਰਾ ਕਿਸ ਅਨੁਛੇਦ ਨੂੰ ਸੰਵਿਧਾਨ ਦੀ ਆਤਮਾ ਕਿਹਾ ਗਿਆ ਸੀ? ਠੀਕ ਹੈ ਸੰਵਿਧਾਨ ਦੀ ਦਿਲ ਅਤੇ ਆਤਮਾ, ਸੰਵਿਧਾਨ ਦੀ ਦਿਲ ਵੀ ਲਿਖ ਲਓ। ਠੀਕ ਹੈ ਨਾ ਸੰਵਿਧਾਨ ਦੀ ਦਿਲ ਅਤੇ ਆਤਮਾ ਕਿਹਨੂੰ ਕਿਹਾ ਗਿਆ ਸੀ? ਤਾਂ ਦਿਲ ਅਤੇ ਆਤਮਾ ਕਿਹਾ ਗਿਆ ਬਈ ਆਰਟੀਕਲ 32। ਆਰਟੀਕਲ 32 ਮੌਲਿਕ ਅਧਿਕਾਰ ਹੈਗਾ ਆਪਣਾ। ਠੀਕ ਹੈ ਨਾ ਕਿ ਜਦੋਂ ਸਾਨੂੰ ਸਾਡੇ ਮੌਲਿਕ ਅਧਿਕਾਰ ਨਹੀਂ ਮਿਲਦੇ ਤਾਂ ਆਪਾਂ ਸਿੱਧਾ ਸੁਪਰੀਮ ਕੋਰਟ ਜਾ ਸਕਦੇ ਹਾਂ। ਇਹ ਆਰਟੀਕਲ 32 ਦੇ ਵਿੱਚ ਲਿਖਿਆ ਹੋਇਆ ਹੈ। ਹਾਰਟ ਐਂਡ ਸੋਲ ਇਹਨੂੰ ਕਿਹਾ ਜਾਂਦਾ ਹੈ ਕਨਸਟੀਟਿਊਸ਼ਨ ਦੀ ਅਕੋਰਡਿੰਗ ਟੂ ਡਾਕਟਰ ਭੀਮ ਰਾਓ ਅੰਬੇਡਕਰ। ਠੀਕ ਹੈ ਯਾਦ ਰੱਖਣਾ ਹੈ। ਇਸੇ ਕੁਐਸਚਨ ਨੂੰ ਮੈਂ ਚੇਂਜ ਕਰ ਦਿੰਦਾ, ਅੰਬੇਡਕਰ ਦੀ ਥਾਂ ਤੇ ਮੈਂ ਲਿਖ ਦਿੰਦਾ ਹੈ ਜਵਾਹਰ ਲਾਲ ਨਹਿਰੂ। ਜਵਾਹਰ ਲਾਲ ਨਹਿਰੂ ਨੇ ਕਿਸ ਨੂੰ ਕਿਹਾ ਸੀ? ਅਨੁਛੇਦ ਵੀ ਹਟਾ ਦਿੰਦਾ ਮੈਂ। ਜਵਾਹਰ ਲਾਲ ਨਹਿਰੂ ਨੇ ਕਿਸ ਨੂੰ ਸੰਵਿਧਾਨ ਦੀ ਆਤਮਾ ਕਿਹਾ? ਤਾਂ ਆਨਸਰ ਹੋ ਜਾਏਗਾ ਪ੍ਰਸਤਾਵਨਾ ਯਾਨੀ ਪ੍ਰੇਮਬਲ। ਠੀਕ ਹੈ ਯਾਨੀ ਜਵਾਹਰ ਲਾਲ ਨਹਿਰੂ ਦੇ ਅਨੁਸਾਰ ਜਿਹੜੀ ਪ੍ਰਸਤਾਵਨਾ ਹੈ ਨਾ ਉਹਨੂੰ ਸੰਵਿਧਾਨ ਦੀ ਆਤਮਾ ਕਿਹਾ ਗਿਆ, ਤੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਅਨੁਸਾਰ ਆਰਟੀਕਲ 32 ਨੂੰ ਸੰਵਿਧਾਨ ਦੀ ਆਤਮਾ ਕਿਹਾ ਗਿਆ। ਦੋਨੇ ਯਾਦ ਰੱਖਣੇ, ਦੋਨੇ ਇਕੱਠੇ ਲਿਖ ਲਓ। ਓਕੇ ਠੀਕ ਹੈ ਇਹਦਾ ਆਨਸਰ 32 ਹੋ ਗਿਆ ਬਾਈ ਫਿਰ। ਠੀਕ ਹੈ ਹਾਂਜੀ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਕਿਸ ਕਮੇਟੀ ਦੀ ਸਿਫਾਰਿਸ਼ ਤੇ ਜੋੜੇ ਗਏ ਸੀ? ਠੀਕ ਹੈ ਜੀ ਮੌਲਿਕ ਕਰਤੱਵ ਯਾਨੀ ਫੰਡਾਮੈਂਟਲ ਡਿਊਟੀਜ਼। ਤਾਂ ਆਪਣਾ ਜਦੋਂ ਸੰਵਿਧਾਨ ਬਣਿਆ ਉਹਦੇ ਵਿੱਚ
ਮੌਲਿਕ ਅਧਿਕਾਰ ਤਾਂ ਸੀਗੇ, ਜਿਹੜੇ ਜਨਤਾ ਦੇ ਅਧਿਕਾਰ ਹੁੰਦੇ ਆ, ਹੱਕ ਤਾਂ ਸੀਗੇ, ਬਟ ਜਨਤਾ ਦੇ ਫਰਜ਼ ਨਹੀਂ ਨੋਟ ਸੀਗੇ, ਮੌਲਿਕ ਕਰਤੱਵ ਨਹੀਂ ਐਡ ਕਰੇ ਹੋਏ ਸੀ। ਠੀਕ ਹੈ, ਇਹ ਆਪਾਂ ਨੂੰ ਬਾਅਦ ਚ ਐਡ ਕਰਨੇ ਪਏ ਆ। ਕਦੋਂ ਐਡ ਕਰੇ ਆ? ਮੌਲਿਕ ਕਰਤੱਵ 42ਵਾਂ ਸੰਸ਼ੋਧਨ ਜਦੋਂ ਹੋਇਆ 1976 ਦੇ ਵਿੱਚ, ਜਿਹਨੂੰ ਲਘੂ ਸੰਵਿਧਾਨ ਵੀ ਕਿਹਾ ਜਾਂਦਾ ਹੈ, ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ ਨਾ। ਚਲੋ ਇਹ ਕੁਐਸਚਨ ਵੀ ਕਰਾਂਗੇ। ਤਾਂ 42ਵਾਂ ਸੰਸ਼ੋਧਨ 1976 ਦਾ ਜਦੋਂ ਹੋਇਆ, ਇਹਦੇ ਵਿੱਚ ਜੋੜੇ ਗਏ ਆ ਫੰਡਾਮੈਂਟਲ ਡਿਊਟੀਜ਼ यानी मौलिक कर्तव्य यानी बुनियादी फर्ज। ठीक है, याद रखना है बई। ਤੇ ਕਿਹੜੀ ਕਮੇਟੀ ਦੇ ਕਹਿਣ ਤੇ ਜੋੜੇ ਗਏ ਆ? ਸਵਰਨ ਸਿੰਘ ਕਮੇਟੀ ਦੇ ਕਹਿਣ ਤੇ ਜੋੜੇ ਗਏ ਸੀ। ਸਵਰਨ ਸਿੰਘ ਕਮੇਟੀ ਨੇ ਕਿੰਨੇ ਕਹੇ ਸੀ? ਸਵਰਨ ਸਿੰਘ ਕਮੇਟੀ ਨੇ 8 ਰਿਕਮੈਂਡ ਕਰੇ ਸੀ ਕਿ 8 ਜੋੜ ਦਿਓ ਬਈ, 8। ਬਟ ਜੋੜੇ ਕਿੰਨੇ ਸੀ? ਸਰਕਾਰ ਨੇ ਜੋੜੇ ਸੀਗੇ 10 ਮੌਲਿਕ ਕਰਤੱਵ ਜੋੜੇ ਗਏ ਸੀ। ਤੇ ਐਟ ਪ੍ਰੈਜ਼ੈਂਟ ਕਿੰਨੇ ਆ? ਐਟ ਪ੍ਰੈਜ਼ੈਂਟ ਹੈਗੇ ਆ 11 ਮੌਲਿਕ ਕਰਤੱਵ। ਇਹ ਆਪਾਂ ਨੇ ਲਾਸਟ ਵੀਡੀਓ ਦੇ ਵਿੱਚ ਵੀ ਡਿਸਕਸ ਕਰਿਆ ਹੋਇਆ ਸਾਰਾ ਕੁਝ। ਠੀਕ ਹੈ, ਨੈਕਸਟ ਆ ਜਾਓ ਬਈ। ਕਿਹੜਾ ਅਨੁਛੇਦ ਕਾਰਜਕਾਰੀ ਸ਼ਕਤੀਆਂ ਤੇ ਨਿਆਇਕ ਸ਼ਕਤੀਆਂ ਵਿਚਕਾਰ ਵੱਖਰਾਪਣ ਪ੍ਰਦਾਨ ਕਰਦਾ ਹੈ? ਮਤਲਬ ਕਿਹੜਾ ਆਰਟੀਕਲ ਹੈ ਜਿਹੜਾ ਬਈ ਸੈਪਰੇਟ ਕਰਦਾ ਹੈ ਐਗਜ਼ੀਕਿਊਟਿਵ ਨੂੰ ਜੁਡੀਸ਼ਰੀ ਤੋਂ। ਠੀਕ ਹੈ, ਐਗਜ਼ੀਕਿਊਟਿਵ ਮਤਲਬ ਜਿਹੜੇ ਕੰਮ ਕਰਨ ਵਾਲੇ ਹੈਗੇ, ਜਿਹਨੇ ਮਤਲਬ ਸਰਕਾਰ ਹੈ। ਠੀਕ ਹੈ, ਮੰਤਰੀ ਵਗੈਰਾ ਹੋ ਗਏ। ਠੀਕ ਹੈ, ਉਹ ਹੋ ਗਏ ਐਗਜ਼ੀਕਿਊਟਿਵ। ਜੁਡੀਸ਼ਰੀ ਤੁਹਾਨੂੰ ਪਤਾ ਹੈ ਜੱਜਾਂ ਦੀ ਗੱਲ ਹੋ ਰਹੀ ਹੈ। ਠੀਕ ਹੈ, ਮਤਲਬ ਜਿਹੜੀ ਆਪਣਾ ਨਿਆਇਕ ਪ੍ਰਣਾਲੀ ਹੈਗੀ ਆ, ਉਹ ਦੋਨਾਂ ਨੂੰ ਅਲੱਗ-ਅਲੱਗ ਰੱਖਣਾ ਹੈ। ਦੋਨੇ ਜੇ ਮਿਕਸ ਹੋ ਗਏ ਫਿਰ ਨਿਆਂ ਨਹੀਂ ਮਿਲਣਾ ਇਸ ਦੇਸ਼ ਦੇ ਵਿੱਚ। ਠੀਕ ਹੈ, ਅਲੱਗ-ਅਲੱਗ ਰੱਖਣਾ ਹੈ। ਤਾਂ ਇਹ ਆਰਟੀਕਲ 50 ਦੀ ਗੱਲ ਹੋ ਰਹੀ ਹੈ। ਇਹ ਆਰਟੀਕਲ 50 ਦੇ ਵਿੱਚ ਲਿਖਿਆ ਹੋਇਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕੁਐਸਚਨ ਡਾਇਰੈਕਟ ਆਉਂਦਾ ਪੇਪਰ ਦੇ ਵਿੱਚ। ਠੀਕ ਹੈ, ਯਾਦ ਰੱਖਣਾ ਹੈ ਬਈ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਫਿਰ ਆਪਾਂ। ਹਾਂਜੀ, ਕਿਸ ਸੰਵਿਧਾਨਿਕ ਸੋਧ ਦੁਆਰਾ ਜਾਇਦਾਦ ਦੇ ਮੌਲਿਕ ਅਧਿਕਾਰ ਨੂੰ ਮਿਟਾ ਦਿੱਤਾ ਗਿਆ ਸੀ? ਤਾਂ ਰਾਈਟ ਟੂ ਪ੍ਰੋਪਰਟੀ ਹੈ ਜਿਹੜਾ, ਉਹ ਕਦੋਂ ਹਟਾਇਆ ਗਿਆ? ਤਾਂ ਰਾਈਟ ਟੂ ਪ੍ਰੋਪਰਟੀ ਪਹਿਲਾਂ ਆਪਣਾ ਮੌਲਿਕ ਅਧਿਕਾਰ ਸੀਗਾ, ਹਨਾ। ਜਦੋਂ ਸੰਵਿਧਾਨ ਬਣਿਆ ਉਸ ਟਾਈਮ ਆਪਣੇ ਕੋਲ 7 ਮੌਲਿਕ ਅਧਿਕਾਰ ਸੀਗੇ। ਐਟ ਪ੍ਰੈਜ਼ੈਂਟ ਕਿੰਨੇ ਆ? ਐਟ ਪ੍ਰੈਜ਼ੈਂਟ 6 ਹੈ, ਯਾਨੀ ਇੱਕ ਡਿਲੀਟ ਕਰਤਾ। ਕਿਹੜਾ ਡਿਲੀਟ ਕਰਿਆ? ਆਰਟੀਕਲ 31 ਡਿਲੀਟ ਕਰਿਆ ਬਈ। ਆਰਟੀਕਲ 31 ਹੈ ਜਿਹੜਾ, ਉਹ ਡਿਲੀਟ ਕਰਿਆ। ਆਰਟੀਕਲ 31 ਕੀ ਸੀ? ਇਹੀ ਤਾਂ ਸੀਗਾ, ਰਾਈਟ ਟੂ ਪ੍ਰੋਪਰਟੀ। ਰਾਈਟ ਟੂ ਪ੍ਰੋਪਰਟੀ, ਇਹਨੂੰ ਡਿਲੀਟ ਕਰਿਆ ਸੀਗਾ ਬਈ। ਤਾਂ ਰਾਈਟ ਟੂ ਪ੍ਰੋਪਰਟੀ ਕਿਹੜੇ ਸੰਸ਼ੋਧਨ ਦੇ ਤਹਿਤ ਡਿਲੀਟ ਕਰਿਆ ਗਿਆ ਬਈ? 44ਵੇਂ ਸੰਸ਼ੋਧਨ ਦੇ ਤਹਿਤ 1978 ਦੇ ਵਿੱਚ। ਠੀਕ ਹੈ, 44ਵੇਂ ਸੰਸ਼ੋਧਨ ਦੇ ਤਹਿਤ 1978। ਤਾਂ ਰਾਈਟ ਆਨਸਰ ਹੋ ਗਿਆ ਏ। ਤੇ ਕੋਈ ਕਨਫਿਊਜ਼ ਤਾਂ ਨਹੀਂ ਹੁੰਦਾ ਕਿ 44ਵਾਂ 1978 ਚ ਹੋਇਆ ਸੀ ਕਿ 42ਵਾਂ 1978 ਚ ਹੋਇਆ ਸੀ? ਦੇਖੋ ਬਈ, ਇਹਨੂੰ ਯਾਦ ਰੱਖਣਾ ਬੜਾ ਆਸਾਨ ਹੈ। 42ਵਾਂ ਹੋਇਆ ਸੀ 76 ਦੇ ਵਿੱਚ, 4 ਤੇ 2 6। 44ਵਾਂ ਹੋਇਆ ਸੀ 78 ਦੇ ਵਿੱਚ, 4 ਅਤੇ 4 8। ਠੀਕ ਹੈ, ਤਾਂ 44ਵਾਂ 78 ਹੋ ਗਿਆ, 42ਵਾਂ 76 ਹੋ ਗਿਆ। ਹੁਣ ਨਹੀਂ ਅੱਗੇ ਤੋਂ ਕਨਫਿਊਜ਼ ਹੋਣਾ। ਠੀਕ ਹੈ, ਤਾਂ ਇਹਦਾ ਆਨਸਰ ਹੈ 44ਵਾਂ ਸੰਸ਼ੋਧਨ 1978। ਠੀਕ ਹੈ, ਹਾਂਜੀ। ਤੇ ਇੱਕ ਇਹ ਦੇਖੋ ਆਪਸ਼ਨ ਸੀ 36ਵਾਂ ਸੰਸ਼ੋਧਨ 1975। ਯਾਦ ਆਇਆ ਕੁਛ? ਸਿੱਕਮ ਦੇਸ਼ ਦਾ 22ਵਾਂ ਰਾਜ ਬਣਿਆ ਸੀ। ਸਿੱਕਮ ਦੇਸ਼ ਦਾ 22ਵਾਂ ਰਾਜ ਬਣਿਆ ਸੀ ਇਸ ਸੰਸ਼ੋਧਨ ਦੇ ਤਹਿਤ ਹੀ ਬਣਿਆ ਸੀ, 36ਵੇਂ ਸੰਸ਼ੋਧਨ ਦੇ ਤਹਿਤ 1975 ਦੇ ਵਿੱਚ। ਠੀਕ ਹੈ, ਚਲੋ ਸ਼ਕਤੀਮਾਨ। ਨੈਕਸਟ ਆ ਜਾਓ ਫਿਰ। ਨਿਮਨਲਿਖਿਤ ਵਿੱਚੋਂ ਭਾਰਤ ਦਾ ਪਹਿਲਾ ਮੁਸਲਿਮ ਰਾਸ਼ਟਰਪਤੀ। ਕਈ ਵਾਰ ਇੰਨੇ ਸੌਖੇ ਕੁਐਸਚਨ ਆ ਜਾਂਦੇ ਆ, ਇਹ ਨਾ ਕਹੋਗੇ ਇੰਨਾ ਸੌਖਾ ਕੁਐਸਚਨ ਪਾਇਆ ਹੋਇਆ। ਠੀਕ ਹੈ, ਡਾਕਟਰ ਜ਼ਾਕਿਰ ਹੁਸੈਨ। ਤੁਹਾਨੂੰ ਦੇਸ਼ ਦੇ ਫਸਟ ਇੰਡੀਅਨਸ ਸਾਰੇ ਪਤਾ ਹੋਣੇ ਚਾਹੀਦੇ ਆ, ਸਾਰੇ ਫਸਟ ਇੰਡੀਅਨਸ। ਪਹਿਲਾ ਰਾਸ਼ਟਰਪਤੀ, ਪਹਿਲਾ ਪ੍ਰਧਾਨ ਮੰਤਰੀ, ਪਹਿਲਾ ਇਹ ਉਹ ਜੋ ਵੀ ਹੋਇਆ ਦੇਸ਼ ਦੇ ਵਿੱਚ, ਸਾਰੇ ਪਤਾ ਹੋਣੇ ਚਾਹੀਦੇ ਆ। ਹਾਂਜੀ, ਫਾਈਨੈਂਸ ਕਮਿਸ਼ਨ ਜਿਹੜਾ ਹੈਗਾ ਵਿੱਤ ਆਯੋਗ ਕਿਹੜੇ ਅਨੁਛੇਦ ਦੇ ਵਿੱਚ ਹੈ? ਤਾਂ ਇਹ ਹੈਗਾ ਆ ਬਈ ਆਰਟੀਕਲ 280। ਬਹੁਤ ਇੰਪੋਰਟੈਂਟ ਹੈ। ਠੀਕ ਹੈ, ਆਰਟੀਕਲ 280 ਵਿੱਤ ਆਯੋਗ। ਇਹਦੇ ਬਾਰੇ ਥੋੜੇ ਜਿਹੇ ਪੁਆਇੰਟ ਦੇਖਦੇ ਹਾਂ। ਵਿੱਤ ਆਯੋਗ ਦਾ ਗਠਨ ਕੌਣ ਕਰਦਾ ਹੈ? ਕੌਣ ਅਪਾਇੰਟ ਕਰਦਾ ਹੈ? ਰਾਸ਼ਟਰਪਤੀ ਹੈ ਬਈ, ਪ੍ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ, ਆਰਟੀਕਲ 280 ਦੇ ਵਿੱਚ ਵਿੱਤ ਆਯੋਗ ਹੈਗਾ ਆ। ਇੱਕ ਵਾਰ ਜਿਹੜਾ ਵਿੱਤ ਆਯੋਗ ਬਣਦਾ ਹੈ, ਇਹਦੇ ਵਿੱਚ 5 ਮੈਂਬਰ ਹੁੰਦੇ ਆ। ਮੈਂਬਰ ਕਿੰਨੇ ਹੁੰਦੇ ਆ? ਮੈਂਬਰ ਹੁੰਦੇ ਆ ਬਈ 5। ਇੱਕ ਹੁੰਦਾ ਚੇਅਰਮੈਨ, 4 ਹੁੰਦੇ ਆ ਅਦਰ ਮੈਂਬਰ। ਠੀਕ ਹੈ, ਓਕੇ। 5 ਸਾਲ ਵਾਸਤੇ ਹੀ ਬਣਦਾ ਹੈ। ਕਾਰਜਕਾਲ ਟੈਨਿਓਰ, ਜੇ ਤੁਹਾਨੂੰ ਪੁੱਛਿਆ ਜਾਏ ਟੈਨਿਓਰ ਕਿਤਨਾ ਹੈ ਬਈ? ਟੈਨਿਓਰ ਹੈਗਾ 5 ਸਾਲ। ਓਕੇ, ਪਹਿਲੀ ਵਾਰ ਕਦੋਂ ਬਣਿਆ ਵਿੱਤ ਆਯੋਗ? ਪਹਿਲੀ ਵਾਰ, ਬਹੁਤ ਇੰਪੋਰਟੈਂਟ ਹੈ ਬਈ, ਬਹੁਤ ਜ਼ਿਆਦਾ, ਬਹੁਤ ਵਾਰ ਆ ਚੁੱਕਿਆ ਕੁਐਸਚਨ। ਪਹਿਲੇ ਵਿੱਤ ਆਯੋਗ ਦਾ ਗਠਨ ਕਦੋਂ ਹੋਇਆ? ਪਹਿਲੇ ਵਿੱਤ ਆਯੋਗ ਦਾ ਗਠਨ ਹੋਇਆ 1951। ਠੀਕ ਹੈ, ਪਹਿਲੇ ਵਿੱਤ ਆਯੋਗ ਦਾ ਗਠਨ 1951 ਦੇ ਵਿੱਚ ਹੋਇਆ। 5 ਸਾਲਾਂ ਬਾਅਦ ਇਹ ਬਣਦਾ ਹੈ। ਤੇ ਐਟ ਪ੍ਰੈਜ਼ੈਂਟ ਜਿਹੜਾ ਵਿੱਤ ਆਯੋਗ ਚੱਲ ਰਿਹਾ ਬਈ, ਉਹ ਚੱਲ ਰਿਹਾ 15ਵਾਂ ਵਿੱਤ ਆਯੋਗ। 15ਵਾਂ ਵਿੱਤ ਆਯੋਗ ਚੱਲ ਰਿਹਾ ਤੇ ਇਹਦਾ ਚੇਅਰਮੈਨ ਕੌਣ ਹੈ? NK ਸਿੰਘ। NK ਸਿੰਘ 15ਵੇਂ ਵਿੱਤ ਆਯੋਗ ਦਾ ਚੇਅਰਮੈਨ ਹੈ। ਤੇ ਜਿਹੜਾ ਪਹਿਲਾ ਵਿੱਤ ਆਯੋਗ ਬਣਿਆ ਸੀ,
ਇਹਦਾ ਚੇਅਰਮੈਨ ਕੌਣ ਸੀ? ਇਹਦਾ ਚੇਅਰਮੈਨ ਸੀ ਕੇ.ਸੀ. ਨਿਯੋਗੀ। ਕੇ.ਸੀ. ਨਿਯੋਗੀ, ਠੀਕ ਹੈ, याद रखना है भाई। नेक्स्ट आ जाओ, ਹੁਣ ਤਾਂ डिस्कस करके हटे हैं। 15वें वित्त आयोग का चेयरमैन कौन है? एन.के. सिंह, ठीक है। नेक्स्ट आ जाओ, भारत का संविधान किस तरीक ਨੂੰ पूरा होया? कंप्लीट होया यानी कि, ठीक है। तो कदों कंप्लीट हो गया सी? 26 नवंबर 1949 ਨੂੰ कंप्लीट हो गया सी, अपना लिया सी यानी कि, ठीक है। 26 नवंबर 1949 ਨੂੰ कंप्लीट हो गया यानी अपना लिया। किने अपनाया? ਜਿਹੜੇ ਸੰਵਿਧਾਨ ਬਣਾ ਰਹੇ ਸੀ ਸੰਵਿਧਾਨ ਸਭਾ ਵਾਲੇ ਉਹੀ ਤਾਂ ਅਪਣਾਣਗੇ, ਤਾਂ ਉਹਨਾਂ ਨੇ ਅਪਣਾ ਲਿਆ ਬਈ, ਠੀਕ ਹੈ। ਲਾਗੂ ਕਦੋਂ ਹੋਇਆ? 26 ਜਨਵਰੀ 1950 ਨੂੰ ਲਾਗੂ ਹੋਇਆ ਸੀ, ਠੀਕ ਹੈ, ਯਾਦ ਰੱਖਣਾ, ਸਿੰਪਲ ਹੈ। ਨੈਕਸਟ ਆ ਜਾਓ। ਹਾਂਜੀ, ਭਾਰਤੀ ਸੰਵਿਧਾਨ ਦੇ ਗਠਨ ਲਈ ਭਾਰਤੀ ਸੰਵਿਧਾਨ ਸਭਾ ਦੇ ਕਿੰਨੇ ਸੈਸ਼ਨ ਆਯੋਜਿਤ ਕੀਤੇ ਗਏ ਸਨ? ਕਿੰਨੇ ਸੈਸ਼ਨ ਹੋਏ ਆ, ਮਤਲਬ ਜਿਹੜੀ ਆਪਣੀ ਸੰਵਿਧਾਨ ਸਭਾ ਸੀ ਉਹ ਕਿੰਨੀ ਵਾਰ ਮਿਲੀ ਹੈ ਸੰਵਿਧਾਨ ਨੂੰ ਬਣਾਉਣ ਦੇ ਲਈ? ਤਾਂ ਤੁਹਾਨੂੰ ਪਤਾ ਹੈ ਸੰਵਿਧਾਨ ਨੂੰ ਬਣਾਉਣ ਦੇ ਵਿੱਚ 2 ਸਾਲ ਦਾ ਟਾਈਮ ਲੱਗਿਆ, 2 ਸਾਲ 11 ਮਹੀਨੇ 18 ਦਿਨਾਂ ਦਾ ਟਾਈਮ ਲੱਗਿਆ ਸੰਵਿਧਾਨ ਨੂੰ ਬਣਾਉਣ ਦੇ ਲਈ, ਤੇ ਇੰਨੇ ਟਾਈਮ ਦੇ ਵਿੱਚ ਉਹ 11 ਵਾਰ ਮਿਲੇ ਆ। ਕਿੰਨੀ ਵਾਰ ਮਿਲੇ ਆ? 11 ਵਾਰ ਮਿਲੇ ਆ, 11 ਸੈਸ਼ਨ ਹੋਏ ਆ ਯਾਨੀ 11 ਮੀਟਿੰਗਾਂ ਹੋਈਆਂ, ਠੀਕ ਹੈ, ਯਾਦ ਰੱਖਣਾ ਹੈ। ਤੇ ਪਹਿਲੀ ਮੀਟਿੰਗ ਕਦੋਂ ਹੋਈ ਸੀ? ਪਹਿਲੀ ਮੀਟਿੰਗ 9 ਦਸੰਬਰ 1946, ਆਖਰੀ ਮੀਟਿੰਗ 24 ਜਨਵਰੀ 1950, ਯਾਦ ਰੱਖਣਾ ਹੈ। ਆਖਰੀ ਮੀਟਿੰਗ, ਲਾਸਟ ਮੀਟਿੰਗ 24 ਜਨਵਰੀ 1950, ਪਹਿਲੀ ਮੀਟਿੰਗ 9 ਦਸੰਬਰ 1946 ਭਾਈ। ਨੈਕਸਟ ਆ ਜਾਓ, ਸੰਵਿਧਾਨ ਸਭਾ ਦੀ ਸੂਬਾਈ ਸੰਵਿਧਾਨ ਕਮੇਟੀ ਦਾ ਚੇਅਰਮੈਨ ਕੌਣ ਸੀ? ਯਾਨੀ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ। ਕੱਲ ਯਾਦ ਹੈ ਮੈਂ ਤੁਹਾਨੂੰ ਕਿਹਾ ਸੀ ਇਹ ਕੁਐਸਚਨ ਆਇਆ ਹੋਇਆ ਸੀ, ਪ੍ਰੋਵਿੰਸ਼ੀਅਲ ਦੀ ਥਾਂ ਤੇ ਲਿਖਿਆ ਹੋਇਆ ਸੀ ਬਸ ਯੂਨੀਅਨ। ਯੂਨੀਅਨ ਪ੍ਰੋਵਿੰਸ਼ੀਅਲ सॉरी वो वाज द चेयरमैन ऑफ यूनियन कॉन्स्टिट्यूशन कमेटी ਦਾ ਚੇਅਰਮੈਨ ਕੌਣ ਸੀ? ਤਾਂ ਉਹ ਸੀ ਜਵਾਹਰ ਲਾਲ ਨਹਿਰੂ। ਮੈਂ ਕਿਹਾ ਸੀ ਜੇ ਯੂਨੀਅਨ ਵਰਡ ਦੀ ਥਾਂ ਤੇ ਪ੍ਰੋਵਿੰਸ਼ੀਅਲ ਵਰਡ ਲਿਖ ਦੇਣ ਤਾਂ ਕੌਣ ਹੋ ਜਾਏਗਾ? ਸਰਦਾਰ ਵੱਲਭ ਭਾਈ ਪਟੇਲ, ਦੀ ਆਇਰਨ ਮੈਨ ਆਫ ਇੰਡੀਆ, ਠੀਕ ਹੈ। ਦੇਸ਼ ਦੇ ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ ਜਾਂ ਦੇਸ਼ ਦੇ ਪਹਿਲੇ ਹੋਮ ਮਿਨਿਸਟਰ, ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਸੀਗੇ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ ਦੇ ਚੇਅਰਮੈਨ, ਠੀਕ ਹੈ। ਹਾਂਜੀ, ਸੰਵਿਧਾਨ ਸਭਾ ਨੇ ਕਿਸ ਤਰੀਕ ਨੂੰ ਡਰਾਫਟ ਕਮੇਟੀ ਬਣਾਈ? ਤਾਂ ਡਰਾਫਟ ਕਮੇਟੀ ਯਾਦ ਆ ਗਿਆ, ਜਿਹਦੇ ਚੇਅਰਮੈਨ ਸੀਗੇ ਡਾਕਟਰ ਭੀਮ ਰਾਓ ਅੰਬੇਡਕਰ। 7 ਮੈਂਬਰ ਸੀਗੇ, 7 ਵਿੱਚੋਂ ਇੱਕ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਡਕਰ ਤੇ 6 ਅਦਰ ਮੈਂਬਰ ਸੀਗੇ, ਹਨਾ। ਕੱਲ ਮੈਂ ਤੁਹਾਨੂੰ ਦੱਸਿਆ ਸੀ ਇਹਦੇ ਬਾਰੇ, ਜਿਹਦਾ ਕੰਮ ਸੀ ਕਿ ਇੱਕ ਸੰਵਿਧਾਨ ਦਾ ਡਰਾਫਟ ਤਿਆਰ ਕਰਨਾ ਹੈ, ਮਸੌਦਾ ਤਿਆਰ ਕਰਨਾ ਹੈ, ਠੀਕ ਹੈ। ਤਾਂ ਇਹਨੂੰ ਮਸੌਦਾ ਕਮੇਟੀ ਵੀ ਬੋਲਦੇ ਆ, ਖਰੜਾ ਕਮੇਟੀ ਵੀ ਬੋਲਦੇ ਆ ਬਈ, ਆ ਗਿਆ ਵਰਡ ਯਾਦ, ਖਰੜਾ ਕਮੇਟੀ। ਹਿੰਦੀ ਦੇ ਵਿੱਚ ਕੀ ਬੋਲਦੇ ਆ? प्रारूप समिति। ਤਾਂ प्रारूप समिति, ਡਰਾਫਟ ਕਮੇਟੀ, ਮਸੌਦਾ ਕਮੇਟੀ, ਖਰੜਾ ਕਮੇਟੀ ਸਾਰੇ ਇਹੀ ਹੈਗੇ ਆ। ਬਣੀ ਸੀਗੀ 29 ਅਗਸਤ 1947, 7 ਮੈਂਬਰ ਹੈਗੇ ਆ, ਠੀਕ ਹੈ। ਨੈਕਸਟ ਹੈ, ਚਲਿਏ ਫਿਰ ਅੱਗੇ ਚਲੋ। ਸੰਵਿਧਾਨ ਦੀ ਡਰਾਫਟ ਕਮੇਟੀ ਵਿੱਚ ਕਿੰਨੇ ਮੈਂਬਰ ਸ਼ਾਮਿਲ ਸਨ? ਹੁਣੇ ਤਾਂ ਕਰਕੇ ਹਟੇ ਆ। ਨੈਕਸਟ ਆ ਜਾਓ, ਭਾਰਤ ਦੀ ਸੰਵਿਧਾਨ ਸਭਾ ਵਿੱਚ ਸ਼ੁਰੂ ਵਿੱਚ ਕਿੰਨੇ ਮੈਂਬਰ ਸਨ? ਤਾਂ ਜਦੋਂ ਸੰਵਿਧਾਨ ਸਭਾ ਬਣੀ ਆ ਉਸ ਟਾਈਮ ਸੀਗੇ 389 ਮੈਂਬਰ। ਕੱਲ ਆਪਾਂ ਨੇ ਦੱਸਿਆ ਨਾ ਤੁਹਾਨੂੰ 389 ਮੈਂਬਰ ਸੀਗੇ ਬਈ। ਇਹ 389 ਮੈਂਬਰ ਕਿੱਦਾਂ ਸੀਗੇ? 296 ਮੈਂਬਰ ਸੀਗੇ ਬਈ ਬ੍ਰਿਟਿਸ਼ ਇੰਡੀਆ ਤੋਂ, ਯਾਨੀ ਉਹ ਵਾਲਾ ਇੰਡੀਆ ਜਿੱਥੇ ਅੰਗਰੇਜ਼ ਰੂਲ ਕਰਦੇ ਸੀ। ਬਚੇ 93 ਮੈਂਬਰ ਇਹ ਸੀਗੇ ਬਈ ਆਪਣੀ ਦੇਸੀ ਰਿਆਸਤਾਂ ਯਾਨੀ ਪ੍ਰਿੰਸਲੀ ਸਟੇਟਸ, ਯਾਨੀ ਰਾਜੇ ਮਹਾਰਾਜਿਆਂ ਦੇ ਇਲਾਕੇ। ਇਹ ਜਿਹੜੇ 296 ਮੈਂਬਰ ਸੀ ਇਹ ਸੀ ਇਲੈਕਟਡ ਮੈਂਬਰ, ਇਹ ਚੁਣ ਕੇ ਆਣੇ ਸੀ। ਇਹ ਸੀਗੇ ਨੋਮੀਨੇਟਡ ਮੈਂਬਰ, ਯਾਨੀ ਇਹ ਰਾਜੇ ਮਹਾਰਾਜਾ ਨੇ ਨੋਮੀਨੇਟ ਕਰਨੇ ਸੀ ਆਪਣੇ ਵੱਲੋਂ ਆਪਣੇ ਖਾਸ ਬੰਦੇ। 296 ਦੇ ਵਿੱਚੋਂ 292 ਬੰਦੇ ਇਹ ਆਣੇ ਸੀ ਪ੍ਰੋਵਿੰਸਿਸ ਤੋਂ। ਪ੍ਰੋਵਿੰਸਿਸ ਮਤਲਬ ਪਹਿਲਾਂ ਪ੍ਰੋਵਿੰਸਿਸ ਕਿਹਾ ਜਾਂਦਾ ਸੀ, ਪ੍ਰੋਵਿੰਸ ਕਿਹਾ ਜਾਂਦਾ ਸੀ, ਅੱਜ ਆਪਾਂ ਸਟੇਟ ਬੋਲਦੇ ਹਾਂ, ਯਾਨੀ ਸਟੇਟਾਂ ਤੋਂ ਆਣੇ ਸੀਗੇ। ਤੇ 4 ਬੰਦੇ ਆਣੇ ਸੀਗੇ ਚੀਫ ਕਮਿਸ਼ਨਰੀਜ਼ ਤੋਂ। ਚੀਫ ਕਮਿਸ਼ਨਰੀਜ਼ ਯਾਨੀ ਯੂਟੀਜ਼, ਅੱਜ ਦੇ ਟਾਈਮ ਦੇ ਵਿੱਚ ਆਪਾਂ ਯੂਟੀ ਬੋਲ ਦਿੰਦੇ ਆ ਜਿੱਦਾਂ, ਹਨਾ। ਤਾਂ 4 ਬੰਦੇ ਇਹ ਆਣੇ ਸੀਗੇ। ਕਿਹੜੀ 4 ਯੂਟੀਆਂ ਸੀਗੀ? ਮੈਂ ਕੱਲ ਕਰਾਇਆ ਤੁਹਾਨੂੰ, A, B, C ਤੇ D। A, B, C, D। A ਤੋਂ ਅਜਮੇਰ, B ਤੋਂ ਬਲੂਚਿਸਤਾਨ, C ਤੋਂ ਕੁਰਗ ਤੇ D ਤੋਂ ਦਿੱਲੀ। ਓਕੇ, ਹਨਾ, ਯਾਦ ਆ ਗਿਆ, ਠੀਕ ਹੈ। ਤੇ ਬਟਵਾਰਾ ਹੋ ਗਿਆ ਬਈ। ਬਟਵਾਰਾ ਹੋਣੇ ਤੋਂ ਬਾਅਦ ਕਿੰਨੇ ਮੈਂਬਰ ਰਹੇ ਆਪਣੇ ਕੋਲ? 299। ਸੰਵਿਧਾਨ ਸਭਾ ਦੇ ਵਿੱਚ ਕਿੰਨੇ ਮੈਂਬਰ ਰਹੇ ਆ? 299 ਮੈਂਬਰ ਰਹੇ ਆ। ਤੇ ਦੇਸੀ ਰਿਆਸਤਾਂ ਦੇ ਰਹਿ ਗਏ ਸੀਗੇ 73।
ਦੇਸੀ ਰਿਆਸਤਾਂ ਦੇ ਕਿੰਨੇ ਰਹਿ ਗਏ ਸੀ ਬਈ 73 ਰਹਿ ਗਏ ਸੀ। ਠੀਕ ਹੈ, ਤੇ 229 ਫਿਰ ਬਚੇ ਆ ਹਨਾ, ਨਹੀਂ ਬਸ 299 ਰਹਿ ਗਏ ਸੀ ਹਨਾ, 299 ਸੀਗੇ, ਇਹ ਯਾਦ ਰੱਖੋ ਇੱਕ ਤਾਂ। ਹਾਂ ਠੀਕ ਹੈ, ਨੈਕਸਟ ਆ ਜਾਓ। ਇਹਨਾਂ ਵਿੱਚੋਂ ਕਿਸ ਦੇਸ਼ ਦਾ ਇੱਕ ਅਲਿਖਿਤ ਸੰਵਿਧਾਨ ਹੈ? ਕਿਸ ਦੇਸ਼ ਦਾ ਇੱਕ ਅਲਿਖਿਤ ਸੰਵਿਧਾਨ ਹੈ? ਤਾਂ ਸੰਵਿਧਾਨ ਜਿਹੜੇ ਹੁੰਦੇ ਆ ਬਈ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਆ ਲਿਖਿਤ, ਇੱਕ ਹੁੰਦੇ ਆ ਅਲਿਖਿਤ। ਲਿਖਿਤ ਸੰਵਿਧਾਨ ਉਹ ਵਾਲੇ ਹੁੰਦੇ ਆ ਜਿਹੜੇ ਇੱਕ ਪ੍ਰੋਪਰ ਬੁੱਕ ਦੇ ਵਿੱਚ ਲਿਖੇ ਹੁੰਦੇ ਆ, ਬਸ ਇੱਕ ਹੀ ਕਿਤਾਬ ਹੁੰਦੀ ਹੈ, ਸਾਰਾ ਕੁਝ ਉਹਦੇ ਵਿੱਚ ਹੀ ਲਿਖਿਆ ਹੋਇਆ, ਜਿਵੇਂ ਆਪਣੇ ਦੇਸ਼ ਦਾ ਹੋ ਗਿਆ ਲਿਖਿਤ ਸੰਵਿਧਾਨ ਹੋ ਗਿਆ ਉਹ। ਠੀਕ ਹੈ, ਅਲਿਖਿਤ ਹੁੰਦੇ ਆ ਜਿਹੜੇ ਇੱਕ ਬੁੱਕ ਦੇ ਵਿੱਚ ਨਹੀਂ ਹੁੰਦੇ, ਪਿਛਲੇ ਜਿਹੜੇ ਕਾਨੂੰਨ ਚਲੇ ਆ ਰਹੇ ਆ ਬਸ ਉਹਦੇ ਹਿਸਾਬ ਨਾਲ ਹੀ ਚਲੇ ਜਾਂਦੇ ਆ ਉਹ। ਜਦੋਂ ਉਹਨਾਂ ਨੂੰ ਕੁਝ ਚੇਂਜ ਕਰਨਾ ਹੁੰਦਾ ਹੈ ਤਾਂ ਉਹਨਾਂ ਦੀ ਪਾਰਲੀਮੈਂਟ ਹੈ ਜਿਹੜੀ ਨਵਾਂ ਕੁਝ ਵੀ ਐਕਟ ਲੈ ਕੇ ਆ ਜਾਂਦੀ ਹੈ, ਫਿਰ ਉਸ ਐਕਟ ਦੇ ਹਿਸਾਬ ਨਾਲ ਉਹ ਚੱਲਦੇ ਆ। ਤਾਂ ਯਾਨੀ ਕਿ ਉਹ ਇੱਕ ਸੰਵਿਧਾਨ ਨਹੀਂ ਹੈਗਾ ਉਹਨਾਂ ਦੇ ਬਹੁਤ ਸਾਰੇ ਸੰਵਿਧਾਨ ਹੈਗੇ ਆ, ਉਹਨਾਂ ਦੇ ਜਿਹੜੇ ਕਾਨੂੰਨ ਹੈ ਉਹ ਬਹੁਤ ਸਾਰੇ ਮਲਟੀਪਲ ਡਾਕੂਮੈਂਟਸ ਦੇ ਵਿੱਚ ਰਿਕਾਰਡ ਹੋ ਕੇ ਰੱਖੇ ਹੋਏ ਹੁੰਦੇ ਆ। ਠੀਕ ਹੈ, ਜਿਵੇਂ ਕਿ ਬ੍ਰਿਟੇਨ ਹੋ ਗਿਆ, ਬ੍ਰਿਟੇਨ ਦੇ ਵਿੱਚ ਇੱਕ ਕੋਈ ਬੁੱਕ ਨਹੀਂ ਹੈਗੀ ਬਈ ਇਹ ਉਸ ਹਿਸਾਬ ਨਾਲ ਚੱਲ ਰਹੇ ਆ। ਇਹਨਾਂ ਦੇ ਬਹੁਤ ਸਾਰੇ ਡਾਕੂਮੈਂਟ ਹੈਗੇ ਆ, ਇਹ ਹਰ ਮਤਲਬ ਕੁਝ ਟਾਈਮ ਬਾਅਦ ਕੋਈ ਨਵਾਂ ਐਕਟ ਲੈ ਕੇ ਆਉਂਦੇ ਆ, ਫਿਰ ਉਸ ਐਕਟ ਦੇ ਹਿਸਾਬ ਨਾਲ ਇਹਨਾਂ ਦਾ ਪ੍ਰਾਵਧਾਨ ਹੈ ਜਿਹੜਾ ਉਹ ਚੱਲਦਾ ਸਾਰਾ ਕੁਝ। ਠੀਕ ਹੈ, ਹਾਂਜੀ। ਇਹ ਕਿਹਨੇ ਕਿਹਾ ਸੀ ਕਿ ਲੋਕਤੰਤਰ ਜਿਹੜਾ ਹੈਗਾ ਵੀ ਲੋਕਾਂ ਦੁਆਰਾ ਤੇ ਲੋਕਾਂ ਲਈ ਸਰਕਾਰ ਹੈ? ਇਹ ਕਿਹਦੇ ਕਥਨ ਹੈ? ਤਾਂ ਇਹ ਅਮਰੀਕਾ ਦਾ ਰਾਸ਼ਟਰਪਤੀ ਸੀਗਾ ਇਬਰਾਹਿਮ ਲਿੰਕਨ, ਉਹਦੇ ਵਚਨ ਹੈਗੇ, ਉਹਦੇ ਕਥਨ ਹੈ, ਯਾਦ ਰੱਖਣਾ। ਨੈਕਸਟ ਆ ਜਾਓ। ਹਾਂਜੀ, ਗਾਂਧੀ ਦੇ ਲਈ ਰਾਮ ਰਾਜ ਦਾ ਮਤਲਬ ਕੀ ਹੈ? ਗਾਂਧੀ ਦੀ ਮਤਲਬ ਵਿਚਾਰਧਾਰਾ ਦੇ ਅਨੁਸਾਰ ਜਾਂ ਗਾਂਧੀ ਦੇ ਅਨੁਸਾਰ ਰਾਮ ਰਾਜ ਦਾ ਕੀ ਮਤਲਬ ਹੈ? ਤਾਂ ਗਾਂਧੀ ਦੇ ਅਨੁਸਾਰ ਰਾਮ ਰਾਜ ਦਾ ਮਤਲਬ ਹੈ ਬਈ, ਇਹ ਆਪਸ਼ਨ ਦੇਖ ਲਓ ਤੁਸੀਂ ਤਾਂ ਆਰਾਮ ਦੇ ਨਾਲ ਪਤਾ ਲੱਗ ਜਾਂਦਾ ਹੈ। ਠੀਕ ਹੈ, ਆਪਸ਼ਨ ਏ ਇਹਦਾ ਰਾਈਟ ਆਨਸਰ ਹੈ। ਠੀਕ ਹੈ, ਸੋਵਰਨਿਟੀ ਆਫ ਦਾ ਪੀਪਲ, ਲੋਕਾਂ ਨੂੰ ਹੈ ਮਤਲਬ ਆਜ਼ਾਦੀ ਹੈ, ਬੇਸਡ ਔਨ ਦੀ ਪਿਓਰ ਮੋਰਲ ਅਥਾਰਟੀ, ਸ਼ੁੱਧ ਨੈਤਿਕਤਾ ਦੇ ਆਧਾਰ ਤੇ। ਠੀਕ ਹੈ, ਸ਼ੁੱਧ ਨੈਤਿਕਤਾ ਦੇ ਆਧਾਰ ਤੇ ਲੋਕਾਂ ਨੂੰ ਪੂਰੀ ਆਜ਼ਾਦੀ ਹੈ, ਇਹ ਰਾਮ ਰਾਜ ਦਾ ਮਤਲਬ ਹੈ ਗਾਂਧੀ ਦੇ ਲਈ। ਨੈਕਸਟ ਆ ਜਾਓ ਬਈ, ਇੰਡੀਅਨ ਪੋਲਿਟੀ ਦੇ ਵਿੱਚ ਕੌਣ ਸੁਪਰੀਮ ਹੈਗਾ ਆ? ਭਾਰਤ ਦੀ ਰਾਜਨੀਤੀ ਵਿੱਚ ਕਿਹੜਾ ਸਭ ਤੋਂ ਉੱਚੇ ਹੈ? ਤਾਂ ਅਕੋਰਡਿੰਗ ਟੂ ਆਪਸ਼ਨਸ ਇੱਥੇ ਰਾਈਟ ਆਨਸਰ ਹੋ ਜਾਏਗਾ ਸੰਵਿਧਾਨ। ਠੀਕ ਹੈ, ਸੰਵਿਧਾਨ ਜਿਹੜਾ ਹੈਗਾ ਉਹ ਸਰਵੋੱਚ ਹੈ ਰਾਜਨੀਤੀ ਦੇ ਵਿੱਚ। ਠੀਕ ਹੈ, ਨੈਕਸਟ ਆ ਜਾਓ। ਭਾਰਤੀ ਰਾਜਨੀਤੀ ਵਿੱਚ ਕਾਰਜਕਾਰੀ ਕਿਸ ਦੇ ਅਧੀਨ ਹੈ? ਜਿਹੜੇ ਐਗਜ਼ੀਕਿਊਟਿਵ ਹੈਗੇ ਆ ਬਈ, ਐਗਜ਼ੀਕਿਊਟਿਵ ਕਿਹਦੇ ਅੰਡਰ ਆਉਂਦੇ ਆ? ਐਗਜ਼ੀਕਿਊਟਿਵ ਕੌਣ ਹੁੰਦੇ ਆ? ਗਵਰਨਮੈਂਟ ਦੇ ਲੋਕ ਜਿਹੜੇ ਮੰਤਰੀ ਵਗੈਰਾ ਹੋ ਗਏ, ਠੀਕ ਹੈ, ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਤਾਂ ਉਹ ਲੈਜਿਸਲੇਟਿਵ ਦੇ ਅੰਡਰ ਹੀ ਆਣਗੇ। ਠੀਕ ਹੈ, ਕਿਹਦੇ ਅੰਡਰ ਆਣਗੇ? ਲੈਜਿਸਲੇਟਿਵ ਹੋ ਗਏ ਜਿਹੜੇ ਪਾਰਲੀਮੈਂਟ ਦੇ ਸਾਰੇ ਮੈਂਬਰ ਹੋ ਗਏ। ਠੀਕ ਹੈ ਨਾ, ਲੈਜਿਸਲੇਟਿਵ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠਦੇ ਆ, ਹਾਂਜੀ, ਨੇਤਾ ਲੋਕ ਹੋ ਗਏ ਜਿਹੜੇ ਹਨਾ, ਉਹਨਾਂ ਦੇ ਅੰਡਰ ਹੀ ਆਉਂਦੇ ਐਗਜ਼ੀਕਿਊਟਿਵ। ਸਰਕਾਰ ਦਾ ਪਹਿਲਾ ਸੰਸਦੀ ਰੂਪ ਕਿੱਥੇ ਬਣਿਆ? ਵੇਅਰ ਵਾਜ਼ ਦਾ ਫਸਟ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਜਿਹੜੀ ਬਣੀ ਹੈ ਉਹ ਕਿੱਥੇ ਬਣੀ ਹੈ? ਤਾਂ ਉਹ ਬਣੀ ਹੈ ਬ੍ਰਿਟੇਨ ਦੇ ਵਿੱਚ, ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ। ਇਹ ਪਾਰਲੀਮੈਂਟ ਵਾਲਾ ਸਿਸਟਮ ਵੀ ਆਪਣੇ ਦੇਸ਼ ਦੇ ਵਿੱਚ ਉੱਥੋਂ ਹੀ ਆਇਆ ਹੈ, ਲੋਕ ਸਭਾ, ਰਾਜ ਸਭਾ, ਇਹ ਸਾਰਾ ਬ੍ਰਿਟੇਨ ਤੋਂ ਹੀ ਆਇਆ, ਕਿਉਂਕਿ ਉਹੀ ਰੂਲ ਕਰ ਰਹੇ ਸੀ ਇੱਥੇ, ਉਹਨਾਂ ਨੇ ਹੀ ਇਹ ਬਣਾਇਆ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਇਲੈਕਸ਼ਨ, ਇਹ ਉਹ ਸਾਰਾ ਕੁਝ ਉਹਨਾਂ ਨੇ ਹੀ ਬਣਾਇਆ, ਆਪਣੇ ਵਾਲਿਆਂ ਨੇ ਕੁਝ ਨਹੀਂ ਬਣਾਇਆ। ਠੀਕ ਹੈ, ਯਾਦ ਰੱਖਣਾ। ਨੈਕਸਟ ਹੈ ਜੀ, ਲਿਖਿਤ ਸੰਵਿਧਾਨ ਦੀ ਧਾਰਨਾ ਸਭ ਤੋਂ ਪਹਿਲਾਂ ਕਿੱਥੇ ਪੈਦਾ ਹੋਈ ਹੈ? ਲਿਖਿਤ ਸੰਵਿਧਾਨ ਵੀ ਰਿਟਨ ਦੇ ਵਿੱਚ ਕਨਸਟੀਟਿਊਸ਼ਨ ਹੋਣਾ ਚਾਹੀਦਾ ਹੈ, ਇੱਕ ਹੀ ਬੁੱਕ ਹੋਣੀ ਚਾਹੀਦੀ ਹੈ, ਤਾਂ ਇਹ ਅਮਰੀਕਾ ਬਈ, ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਹੈ ਜਿਹਨੇ ਲਿਖਿਤ ਸੰਵਿਧਾਨ ਬਣਾਇਆ। ਸੰਵਿਧਾਨ ਦੀ ਗੱਲ ਨਹੀਂ ਮੈਂ ਕਰ ਰਿਹਾ, ਲਿਖਿਤ ਜਿਹੜਾ ਇੱਕ ਬੁੱਕ ਦੇ ਵਿੱਚ ਹੈਗਾ ਆ, ਤਾਂ ਉਹ ਅਮਰੀਕਾ ਬਈ। ਠੀਕ ਹੈ, ਯਾਦ ਰੱਖਣਾ ਹੈ। ਨੈਕਸਟ ਆ ਜਾਓ। ਦ ਕਨਸਟੀਟਿਊਸ਼ਨ ਆਫ ਇੰਡੀਆ ਇਜ਼, ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਕਿਹੋ ਜਿਹਾ ਹੈ? ਆਪਸ਼ਨ ਦੇਖ ਲਓ ਬਈ, ਕਠੋਰ ਹੋ ਗਿਆ, ਲਚਕਦਾਰ ਹੋ ਗਿਆ, ਬਹੁਤ ਕਠੋਰ ਹੋ ਗਿਆ, ਜਾਂ ਕੁਝ ਕਠੋਰ ਤੇ ਕੁਝ ਲਚਕੀਲਾ। ਤਾਂ ਦੇਖੋ ਆਪਣਾ ਜਿਹੜਾ ਸੰਵਿਧਾਨ ਹੈ ਇਹ ਰਾਈਟ ਆਨਸਰ ਆ ਜਾਏਗਾ ਬਈ, ਪਾਰਸ਼ਲੀ ਰਿਗਡ ਤੇ ਪਾਰਸ਼ਲੀ ਫਲੈਕਸੀਬਲ। ਮਤਲਬ ਕੁਝ ਕੰਮ ਅਜਿਹੇ ਹੈਗੇ ਆ ਸੰਵਿਧਾਨ ਦੇ ਵਿੱਚ ਜਿਨ੍ਹਾਂ ਨੂੰ ਜਿਹੜੇ ਬਹੁਤ ਕਠੋਰ ਹੈ, ਜਿਨ੍ਹਾਂ ਨੂੰ ਚੇਂਜ ਕਰਨਾ ਬਹੁਤ ਔਖਾ ਹੋ ਗਿਆ, ਤੇ ਕੁਝ ਹੈਗੇ ਆ ਵੀ ਜਿਹਨੂੰ ਆਪਾਂ ਆਸਾਨੀ ਦੇ ਨਾਲ ਬਦਲ ਸਕਦੇ ਹਾਂ। ਤਾਂ ਭਾਰਤ ਦੇ ਸੰਵਿਧਾਨ ਕਿਹੋ ਜਿਹਾ ਹੋ ਗਿਆ? ਫਿਰ ਕੁਝ ਕਠੋਰ ਹੈ ਤੇ ਕੁਝ ਫਲੈਕਸੀਬਲ ਹੈ। ਠੀਕ ਹੈ, ਇਦਾਂ ਕਰਕੇ ਯਾਦ ਰੱਖਣਾ ਹੈ। ਸਾਰਾ ਦਾ ਸਾਰਾ ਸੰਵਿਧਾਨ ਵੀ ਕਠੋਰ ਨਹੀਂ ਹੈਗਾ, ਕੁਝ ਚੀਜ਼ਾਂ ਆਪਾਂ ਆਸਾਨੀ ਦੇ ਨਾਲ ਬਦਲ ਸਕਦੇ ਹਾਂ, ਤੇ ਸਾਰਾ ਦਾ ਸਾਰਾ ਫਲੈਕਸੀਬਲ ਵੀ ਨਹੀਂ ਹੈਗਾ ਕਿ ਆਸਾਨੀ ਦੇ ਨਾਲ ਸਭ ਕੁਝ ਬਦਲ ਦਿਓ। ਤੇ ਕੁਝ ਚੀਜ਼ਾਂ ਬਹੁਤ ਔਖੀ, ਕਿਉਂਕਿ ਆਪਾਂ ਨੇ ਦੇਖਿਆ ਨਾ, ਕਿਸੇ ਕੰਮ ਨੂੰ ਕਰਨ ਦੇ ਲਈ ਮੈਜੋਰਟੀ ਚਾਹੀਦੀ ਹੈ ਤਾਂ ਸਿੰਪਲ ਮੈਜੋਰਟੀ ਦੇ ਨਾਲ ਵੀ ਹੋ ਜਾਂਦਾ ਹੈ ਕੋਈ ਕੰਮ। ਠੀਕ ਹੈ, ਤੇ ਕੋਈ ਕੰਮ ਜੇ ਕਰਨਾ ਹੋਵੇ ਤਾਂ 2/3 ਬਹੁਮਤ ਲੈਣਾ ਪੈਂਦਾ ਹੈ, ਤਾਂ ਕੋਈ ਕੰਮ ਬੜਾ ਆਸਾਨੀ ਦੇ ਨਾਲ ਹੋ ਜਾਂਦਾ ਹੈ, ਕੋਈ ਕੰਮ ਬੜਾ ਔਖਾ ਹੁੰਦਾ ਹੈ। ਠੀਕ ਹੈ, ਤਾਂ ਇਸ ਕਰਕੇ ਕੁਝ ਹੱਦ ਤੱਕ ਕਠੋਰ ਹੈ, ਕੁਝ ਹੱਦ ਤੱਕ ਲਚਕੀਲਾ ਹੈ। ਉਸ ਤੋਂ ਬਾਅਦ ਬਈ, ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਹੈ, ਇਹ ਕਥਨ ਕਿਹਦੇ ਹੈ?
ਤਾਂ ਦੇਖੋ ਪ੍ਰਸਤਾਵਨਾ ਨੂੰ ਸੰਵਿਧਾਨ ਦੀ ਆਤਮਾ ਜੇ ਤਾਂ ਆਪਸ਼ਨ ਦੇ ਵਿੱਚ ਮਿਲਦਾ ਠਾਕੁਰਦਾਸ ਭਾਰਗਵ, ਤਾਂ ਰਾਈਟ ਆਨਸਰ ਇਹੀ ਕਰਨਾ ਆਪਾਂ ਨੇ। ਬਾਈ ਚਾਂਸ ਜੇ ਆਪਸ਼ਨ ਦੇ ਵਿੱਚ ਇਹ ਨਹੀਂ ਹੈਗਾ ਬਈ, ਤਾਂ ਆਪਸ਼ਨ ਦੇ ਵਿੱਚ ਦੂਜਾ ਬੰਦਾ ਲੱਭੋ, ਜਵਾਹਰ ਲਾਲ ਨਹਿਰੂ, ਤਾਂ ਇਹ ਰਾਈਟ ਆਨਸਰ ਹੋ ਜਾਏਗਾ। ਤਾਂ ਆਪਣੇ ਕੁਐਸਚਨ ਦੇ ਵਿੱਚ ਆਪਸ਼ਨ ਦੇ ਵਿੱਚ ਹੈਗਾ ਠਾਕੁਰਦਾਸ ਭਾਰਗਵ, ਤਾਂ ਆਪਣਾ ਆਨਸਰ ਕੀ ਹੋਇਆ ਫਿਰ? ਠਾਕੁਰਦਾਸ ਭਾਰਗਵ। ਜੇ ਦੋਨੇ ਹੈਗੇ ਆ ਤਾਂ ਵੀ ਠਾਕੁਰਦਾਸ ਭਾਰਗਵ ਹੈ। ਪ੍ਰੈਫਰੈਂਸ ਆਪਾਂ ਨੇ ਪਹਿਲੀ ਪ੍ਰੈਫਰੈਂਸ ਦੇਣੀ ਹੈ ਠਾਕੁਰਦਾਸ ਭਾਰਗਵ ਨੂੰ। ਪ੍ਰਸਤਾਵਨਾ ਨੂੰ ਇਹਨੇ ਸੰਵਿਧਾਨ ਦੀ ਆਤਮਾ ਕਿਹਾ ਹੈ, ਠੀਕ ਹੈ। ਬਾਕੀ ਪ੍ਰਸਤਾਵਨਾ ਬਾਰੇ ਆਪਾਂ ਲਾਸਟ ਵੀਡੀਓ ਦੇ ਵਿੱਚ ਬਹੁਤ ਕੁਝ ਪੜਿਆ। ਨੈਕਸਟ ਆ ਜਾਓ। ਸਿੱਖਿਆ ਜਿਹੜਾ ਵਿਸ਼ੇ ਹੈਗਾ, ਸਬਜੈਕਟ ਹੈ, ਉਹ ਕਿਹੜੀ ਸੂਚੀ ਦੇ ਨਾਲ ਸੰਬੰਧਿਤ ਹੈ? ਕਿਹੜੀ ਸੂਚੀ ਦੇ ਨਾਲ ਸੰਬੰਧਿਤ ਹੈ? ਠੀਕ ਹੈ ਜੀ। ਦੇਖੋ ਆਪਣਾ ਜਿਹੜਾ ਕੇਂਦਰ ਹੈਗਾ ਬਈ, ਸੈਂਟਰ ਹੈ ਨਾ, ਤੇ ਸਟੇਟ, ਇਹਨਾਂ ਦੋਨਾਂ ਦੇ ਵਿਚਕਾਰ ਕੀ ਹੈ? ਸ਼ਕਤੀਆਂ ਜਿਹੜੀ ਹੈਗੀਆਂ ਉਹਨਾਂ ਦਾ ਬਟਵਾਰਾ ਕਰਿਆ ਹੋਇਆ। ਮਤਲਬ ਸ਼ਕਤੀਆਂ ਦਾ ਮਤਲਬ ਇਹ ਨਹੀਂ ਕਿ ਕੋਈ ਤੀਰ ਮਾਰਨ ਤੋਂ ਬਹੁਤ ਸਾਰੇ ਤੀਰ ਨਿਕਲ ਜਾਣਗੇ, ਉਹ ਵਾਲੀ ਸ਼ਕਤੀਆਂ ਨਹੀਂ, ਠੀਕ ਹੈ। ਸ਼ਕਤੀਆਂ ਮਤਲਬ ਕਿਸੇ ਚੀਜ਼ ਦੇ ਉੱਤੇ ਕੋਈ ਕਾਨੂੰਨ ਵਗੈਰਾ ਬਣਾਉਣਾ, ਜਿਵੇਂ ਕੋਈ ਡਿਫੈਂਸ ਹੋ ਗਿਆ ਹੈ ਨਾ, ਡਿਫੈਂਸ ਦੇ ਉੱਤੇ ਕਾਨੂੰਨ ਬਣਾਉਣਾ ਤਾਂ ਸੈਂਟਰ ਗਵਰਨਮੈਂਟ ਬਣਾਏਗੀ, ਯਾਨੀ ਡਿਫੈਂਸ ਦੀ ਸ਼ਕਤੀ ਕਿਹਦੇ ਕੋਲ ਹੈ? ਸੈਂਟਰ ਕੋਲ ਹੋਗੀ, ਹੈ ਨਾ। ਤਾਂ ਇਦਾਂ ਕਰਕੇ ਜਿੰਨੀ ਵੀ ਸ਼ਕਤੀਆਂ ਹੈਗੀਆਂ ਉਹ ਸਾਰੇ ਨੂੰ ਵੰਡਿਆ ਹੋਇਆ ਆਪਾਂ ਨੇ 3 ਸੂਚੀਆਂ ਦੇ ਵਿੱਚ। ਕਿੰਨੀ ਸੂਚੀਆਂ ਦੇ ਵਿੱਚ? 3 ਸੂਚੀਆਂ ਬਣਾਈ ਹੋਈਆਂ। ਕਿਹੜੀ ਕਿਹੜੀ ਸੂਚੀ ਹੈ? ਪਹਿਲੀ ਸੂਚੀ ਹੈਗੀ ਹੈ ਬਈ ਯੂਨੀਅਨ ਲਿਸਟ, ਯਾਨੀ ਕੇਂਦਰ ਸੂਚੀ, ਸੰਘ ਸੂਚੀ ਵੀ ਬੋਲ ਦਿੰਦੇ ਆ। ਦੂਜੀ ਹੈਗੀ ਹੈ ਬਈ ਸਟੇਟ ਲਿਸਟ, ਯਾਨੀ ਰਾਜ ਸੂਚੀ, ਠੀਕ ਹੈ। ਤੇ ਤੀਜੀ ਹੈਗੀ ਹੈ ਬਈ ਕੌਨਕਰੈਂਟ, ਇਹ ਲਿਖਿਆ ਹੋਇਆ ਕੌਨਕਰੈਂਟ, ਯਾਨੀ ਸਮਵਰਤੀ ਜਾਂ ਸਮਕਾਲੀ, ਓਕੇ, ਸਮਵਰਤੀ ਜਾਂ ਸਮਕਾਲੀ, ਠੀਕ ਹੈ। ਤਾਂ ਇਹ 3 ਸ਼ਕਤੀਆਂ ਵੰਡੀ ਹੋਈ, ਮਤਲਬ ਇਹ 3 ਸੂਚੀਆਂ ਬਣਾਈ ਹੋਈ ਹੈ, ਜਿੰਨੀ ਸ਼ਕਤੀਆਂ ਹੈਗੀ ਇਹਨਾਂ ਵਿੱਚ ਲਿਖੀ ਹੋਈਆਂ। ਮੰਨ ਲਓ ਯੂਨੀਅਨ ਲਿਸਟ ਦੇ ਵਿੱਚ ਮੈਂ ਲਿਖਦਾ ਕੁਛ ਵੀ, ਡਿਫੈਂਸ ਲਿਖਤਾ ਮੈਂ, ਤਾਂ ਫਿਰ ਡਿਫੈਂਸ ਦੇ ਉੱਤੇ ਕਾਨੂੰਨ ਕੌਣ ਬਣਾਏਗਾ? ਡਿਫੈਂਸ ਦੇ ਉੱਤੇ ਕੁਛ ਵੀ ਕਰਨਾ ਕੌਣ ਬਣਾਏਗਾ? ਯੂਨੀਅਨ ਵਾਲੇ ਬਣਾਉਣਗੇ। ਸਟੇਟ ਦੇ ਵਿੱਚ ਮੈਂ ਲਿਖਦਾ ਕੁਛ ਵੀ, ਤਾਂ ਸਟੇਟ ਵਾਲੇ ਕੰਮ ਕਰਨਗੇ ਉਹ ਵਾਲਾ, ਠੀਕ ਹੈ। ਲਾ ਐਂਡ ਆਰਡਰ ਲਿਖਦਾ ਮੈਂ, ਪਬਲਿਕ ਹੈਲਥ ਵਗੈਰਾ ਲਿਖਦਾ, ਤਾਂ ਇਹ ਸਟੇਟ ਵਾਲੇ ਕਰਨਗੇ। ਸਮਵਰਤੀ ਦੇ ਵਿੱਚ ਮੈਂ ਜੋ ਵੀ ਲਿਖਦਾ ਤਾਂ ਸਮਵਰਤੀ ਦੇ ਉੱਤੇ ਦੋਨੇ ਬਣਾ ਸਕਦੇ ਆ, ਯੂਨੀਅਨ ਵਾਲੇ ਵੀ ਸਟੇਟ ਵਾਲੇ ਵੀ, ਠੀਕ ਹੈ। ਤਾਂ ਇਹ ਕੁਐਸਚਨ ਇਹੀ ਹੈ ਬਈ ਕਿ ਜਿਹੜਾ ਐਜੂਕੇਸ਼ਨ ਹੈ ਹਨਾ, ਜਿਹੜਾ ਐਜੂਕੇਸ਼ਨ ਹੈ ਉਹ ਕਿਹੜੀ ਸੂਚੀ ਦੇ ਵਿੱਚ ਹੈ? ਜਿਹੜਾ ਐਜੂਕੇਸ਼ਨ ਵਿਸ਼ੇ ਹੈਗਾ ਉਹ ਕਿਹੜੀ ਸੂਚੀ ਦੇ ਵਿੱਚ ਹੈ? ਤਾਂ ਐਜੂਕੇਸ਼ਨ ਹੈਗਾ ਬਈ ਸਮਵਰਤੀ ਸੂਚੀ ਦੇ ਵਿੱਚ। ਕਿਹੜੀ ਸੂਚੀ ਦੇ ਵਿੱਚ? ਸਮਵਰਤੀ, ਯਾਨੀ ਇੱਥੇ ਐਜੂਕੇਸ਼ਨ ਹੈ, ਯਾਨੀ ਐਜੂਕੇਸ਼ਨ ਦੇ ਉੱਤੇ ਦੋਨੇ ਕਾਨੂੰਨ ਬਣਾ ਸਕਦੇ ਆ, ਯੂਨੀਅਨ ਵੀ ਤੇ ਸਟੇਟ ਵੀ, ਠੀਕ ਹੈ। ਇਹ ਜਿਹੜੀ 3 ਸੂਚੀਆਂ ਹੈਗੀਆਂ, ਇਹ ਤਿੰਨੋਂ ਸੂਚੀਆਂ ਕਿੱਥੇ ਲਿਖੀ ਹੋਈਆਂ? ਇਹ ਲਿਖੀ ਹੋਈਆਂ ਆਪਣੇ ਸੰਵਿਧਾਨ ਦੇ ਵਿੱਚ। ਕਿੰਨੀਆਂ ਸੂਚੀਆਂ? 12 ਨਾ, ਇਹ 7ਵੀਂ ਦੇ ਵਿੱਚ ਲਿਖੀ ਹੋਈਆਂ। 7ਵੀਂ ਦੇ ਵਿੱਚ ਕੇਂਦਰ ਤੇ ਰਾਜ ਵਿਚਕਾਰ ਸ਼ਕਤੀਆਂ ਦਾ ਬਟਵਾਰਾ ਕਰਿਆ ਹੋਇਆ 3 ਸੂਚੀਆਂ ਬਣਾ ਕੇ, 3 ਲਿਸਟਾਂ ਬਣਾ ਕੇ, ਯੂਨੀਅਨ ਲਿਸਟ, ਸਟੇਟ ਲਿਸਟ, ਕੌਨਕਰੈਂਟ ਲਿਸਟ। ਨੈਕਸਟ ਆ ਜਾਓ ਬਈ। ਭਾਰਤ ਨੇ ਕਿੰਨੀ ਭਾਸ਼ਾਵਾਂ ਨੂੰ ਸੰਵਿਧਾਨ ਦੁਆਰਾ ਮਾਨਤਾ ਦਿੱਤੀ ਗਈ ਹੈ? ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦੀ ਹੋਈ ਹੈ ਬਈ, ਯਾਦ ਰੱਖ ਲੈਣਾ ਆਪਾਂ ਨੇ। ਕਿਹੜੀ ਅਨੁਸੂਚੀ ਦੇ ਵਿੱਚ ਹੈ? 8ਵੀਂ ਅਨੁਸੂਚੀ ਦੇ ਵਿੱਚ ਲਿਸਟ ਹੈਗੀ ਹੈ। ਇਹਨਾਂ 22 ਭਾਸ਼ਾਵਾਂ ਦੀ ਲਿਸਟ ਹੈਗੀ ਹੈ 8ਵੀਂ ਅਨੁਸੂਚੀ ਦੇ ਵਿੱਚ। ਕੀ ਇਹਨਾਂ 22 ਭਾਸ਼ਾਵਾਂ ਦੇ ਵਿੱਚ ਇੰਗਲਿਸ਼ ਹੈਗੀ ਹੈ ਬਈ? ਨਹੀਂ ਹੈਗੀ, ਯਾਦ ਰੱਖਣਾ ਹੈ, ਇੰਗਲਿਸ਼ ਨਹੀਂ ਹੈਗੀ ਬਈ। ਬਾਕੀ ਉਰਦੂ ਹੈਗੀ ਹੈ, ਆਫ ਕੋਰਸ ਉਰਦੂ ਹੈਗੀ ਹੈ, ਠੀਕ ਹੈ। ਸਿੰਧੀ ਹੈਗੀ ਹੈ ਸਿੰਧੀ ਵੀ। ਨੇਪਾਲੀ ਹੈਗੀ ਹੈ, ਨੇਪਾਲੀ ਵੀ ਹੈਗੀ ਹੈ, ਠੀਕ ਹੈ। ਬਾਕੀ ਤਾਂ ਕਾਮਨ ਹੈ, ਬੰਗਾਲੀ ਹੈਗੀ ਹੈ, ਠੀਕ ਹੈ। ਸਾਊਥ ਵਾਲੀ ਸਾਰੀ ਹੈਗੀ ਹੈ ਬਈ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਉੜੀਆ ਜੋ ਵੀ ਹੈਗੀ ਸਾਰੀ ਹੈਗੀ ਹੈ। ਮਰਾਠੀ ਵੀ ਹੈਗੀ ਹੈ, ਗੁਜਰਾਤੀ ਹੈਗੀ ਹੈ, ਪੰਜਾਬੀ ਹੈਗੀ ਹੈ, ਠੀਕ ਹੈ। ਸੰਸਕ੍ਰਿਤ ਹੈਗਾ, ਹਿੰਦੀ ਹੈਗੀ ਹੈ, ਔਰ ਜਿਹੜੀ ਮੈਥਲੀ, ਸੰਥਲੀ, ਬੋਡੋ, ਡੋਗਰੀ ਇਹ ਸਾਰੀ ਹੈਗੀਆਂ, ਠੀਕ ਹੈ। ਇੰਗਲਿਸ਼ ਨਹੀਂ ਹੈਗੀ, ਯਾਦ ਰੱਖਣਾ। ਇਹ 22 ਭਾਸ਼ਾ ਹੋ ਗਈ ਬਈ। ਤੇ ਜਦੋਂ ਸੰਵਿਧਾਨ ਓਰੀਜਨਲੀ ਬਣਿਆ ਸੀਗਾ ਉਸ ਟਾਈਮ 14 ਭਾਸ਼ਾ ਸੀਗੀ। ਕਿੰਨੀ? 14 ਭਾਸ਼ਾ। ਕਿੰਨੀ ਸੀਗੀ ਬਈ? 14 ਭਾਸ਼ਾ ਸੀਗੀ, ਬਾਕੀ ਬਾਅਦ ਦੇ ਵਿੱਚ ਜੋੜੀ ਗਈਆਂ, ਠੀਕ ਹੈ। ਜੇ ਤੁਹਾਨੂੰ ਪੁੱਛਦੇ ਆ ਕਿ ਓਰੀਜਨਲ ਸੰਵਿਧਾਨ, ਮੂਲ ਸੰਵਿਧਾਨ ਦੇ ਵਿੱਚ ਕਿੰਨੀ ਭਾਸ਼ਾਵਾਂ ਨੂੰ ਮਾਨਤਾ ਦੀ ਗਈ ਸੀ? 14, ਠੀਕ ਹੈ। ਹੁਣ ਕਿੰਨੀ ਹੈ? ਹੁਣ 22 ਹੈ। ਤਾਂ ਪਹਿਲੀ ਭਾਸ਼ਾ ਕਿਹੜੀ ਹੋਈ ਜਿਹੜੀ ਜੋੜੀ ਗਈ ਹੈ? 14 ਤਾਂ ਆਲਰੇਡੀ ਸੀਗੀ, ਜਦੋਂ 15ਵੀਂ ਜੋੜੀ ਗਈ ਹੈ ਹਨਾ, ਉਹ ਸਭ ਤੋਂ ਪਹਿਲਾਂ ਕਿਹੜੀ ਜੋੜੀ ਗਈ ਸੀ? ਸਿੰਧੀ ਭਾਸ਼ਾ ਜੋੜੀ ਗਈ ਸੀ, ਠੀਕ ਹੈ, ਯਾਦ ਰੱਖ ਲੈਣਾ। ਨੈਕਸਟ ਆ ਜਾਓ। ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਬੁਨਿਆਦੀ ਅਧਿਕਾਰ ਯਾਨੀ ਮੌਲਿਕ ਅਧਿਕਾਰ ਯਾਨੀ ਫੰਡਾਮੈਂਟਲ ਜਿਹੜੇ ਆਪਣੇ ਰਾਈਟ ਹੈਗੇ ਆ ਉਹਦੇ ਨਾਲ ਸੰਬੰਧਿਤ ਹੈ? ਬੜਾ ਹੀ ਬੇਸਿਕ ਸਿੰਪਲ ਜਿਹਾ ਕੁਐਸਚਨ ਹੈ। ਭਾਗ ਤੀਜੇ ਦੀ ਗੱਲ ਹੋ ਰਹੀ ਹੈ, ਇਹਨੂੰ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ। ਇਹ ਬਹੁਤ ਇੰਪੋਰਟੈਂਟ ਹੈ। ਮੈਗਨਾ ਕਾਰਟਾ ਕੁਐਸਚਨ ਡਾਇਰੈਕਟ ਆਂਦਾ ਹੈ। ਮੈਗਨਾ ਕਾਰਟਾ ਸੰਵਿਧਾਨ ਦੇ ਕਿਹੜੇ ਭਾਗ ਨੂੰ ਕਿਹਾ ਜਾਂਦਾ ਹੈ? ਤਾਂ ਮੈਗਨਾ ਕਾਰਟਾ ਕਿਹਾ ਜਾਂਦਾ ਹੈ ਭਾਗ ਤੀਜੇ ਨੂੰ, ਜਿਹਦੇ ਚ ਮੌਲਿਕ ਅਧਿਕਾਰ ਲਿਖੇ ਹੋਏ ਆ। ਕਿੰਨੇ ਮੌਲਿਕ ਅਧਿਕਾਰ ਹੈਗੇ ਆ? ਹੈਗੇ ਐਟ ਪ੍ਰੈਜ਼ੈਂਟ 6 ਹੈਗੇ ਆ। ਸਟਾਰਟਿੰਗ ਦੇ ਵਿੱਚ 7 ਸੀਗੇ,
है ना। ठीक है, कित्थों लए ਆਪਾਂ ਨੇ USA अमेरिका, कित्थों लए बई मौलिक अधिकार USA तो। ठीक है, ਕਿਹੜਾ ਮੌਲਿਕ ਅਧਿਕਾਰ ਦੁਸ਼ਮਣ ਦੇਸ਼ ਦੇ ਨਾਗਰਿਕਾਂ ਲਈ ਨਹੀਂ ਹੈ, ਤਾਂ ਦੁਸ਼ਮਣ ਦੇਸ਼ ਦੇ ਨਾਗਰਿਕਾਂ ਨੂੰ ਆਪਾਂ ਬਾਈ ਨਹੀਂ ਬੋਲ ਸਕਦੇ, ਤਾਂ ਬਾਈ ਨਹੀਂ ਹੈਗਾ ਬਈ। ਕਿਹੜੇ ਮੌਲਿਕ ਅਧਿਕਾਰ ਰੱਦ ਨਹੀਂ ਹੁੰਦੇ ਜਦੋਂ ਆਪਾਤਕਾਲ ਲੱਗਦਾ ਹੈ, ਤਾਂ ਵਿੱਕੀ ਦੇ ਉੱਤੇ ਆਪਾਤਕਾਲ ਦਾ ਕੋਈ ਅਸਰ ਨਹੀਂ। ਵਿੱਕੀ ਮਤਲਬ 20 ਤੇ 21, 20 ਅਤੇ 21 ਆਪਾਤਕਾਲ ਦੇ ਦੌਰਾਨ ਰੱਦ ਨਹੀਂ ਹੁੰਦੇ। ਠੀਕ ਹੈ, ਇਹ ਕਾਮਨ ਜੀ ਗੱਲਾਂ ਹੈਗੀਆਂ ਜਿਹੜੀ ਕਿ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਪਾਣੀ ਵਾਂਗੂ ਰੱਟੀ ਹੋਣੀ ਚਾਹੀਦੀ ਹੈ। ਆਰਟੀਕਲ 112, ਆਰਟੀਕਲ 112 ਕਿਹਦੇ ਨਾਲ ਸੰਬੰਧਿਤ ਹੈ, ਤਾਂ ਆਰਟੀਕਲ 112 ਬਈ ਸੰਬੰਧਿਤ ਹੈਗਾ ਆ ਬਜਟ ਦੇ ਨਾਲ, ਤੇ ਇਹਦਾ ਫਿਰ ਰਾਈਟ ਆਨਸਰ ਹੋ ਗਿਆ ਸਾਲਾਨਾ ਵਿੱਤੀ ਲੇਖਾ ਜੋਖਾ, ਯਾਨੀ ਕਿ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ, ਜਿਹਨੂੰ ਆਪਾਂ ਬਜਟ ਬੋਲਦੇ ਹਾਂ। ਵੈਸੇ ਬਜਟ ਨਾਂ ਦਾ ਕੋਈ ਵੀ ਵਰਡ ਆਪਣੇ ਸੰਵਿਧਾਨ ਦੇ ਵਿੱਚ ਮੈਂਸ਼ਨ ਨਹੀਂ ਹੈ। ਠੀਕ ਹੈ, ਬਜਟ ਦੀ ਥਾਂ ਤੇ ਕਿਹੜਾ ਵਰਡ ਹੈ, ਸਾਲਾਨਾ ਵਿੱਤੀ ਲੇਖਾ ਜੋਖਾ, ਜਾਂ ਫਿਰ ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਬੋਲਾਂਗੇ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਠੀਕ ਹੈ, ਯਾਦ ਰੱਖਣਾ ਬਜਟ ਜਿਹੜਾ ਹੈਗਾ ਹਮੇਸ਼ਾ ਲੋਕ ਸਭਾ ਦੇ ਵਿੱਚ ਆਉਂਦਾ ਹੈ। ਯਾਦ ਰੱਖਣਾ ਬਜਟ ਹਮੇਸ਼ਾ ਕਿੱਥੇ ਆਉਂਦਾ ਹੈ, ਲੋਕ ਸਭਾ ਦੇ ਵਿੱਚ। ਬਜਟ ਹਮੇਸ਼ਾ ਲੋਕ ਸਭਾ ਦੇ ਵਿੱਚ ਆਉਂਦਾ ਹੈ, ਯਾਦ ਰੱਖਣਾ। ਬਜਟ ਹਮੇਸ਼ਾ ਸੰਸਦ ਦੇ ਨਾਂ ਤੇ ਆਉਂਦਾ ਹੈ, ਇਹ ਵੀ ਯਾਦ ਰੱਖਣਾ ਹੈ। ਹਾਂਜੀ, ਸੰਵਿਧਾਨ ਸੋਧ ਦਾ ਤਰੀਕਾ ਜਿਹੜਾ ਹੈਗਾ ਆ, ਹਨਾ, ਹਾਂ ਤਰੀਕਾ ਕਿਹੜੇ ਅਨੁਛੇਦ ਦੇ ਵਿੱਚ ਹੈ, ਯਾਨੀ ਕਿ ਆਪਾਂ ਸੰਵਿਧਾਨ ਨੂੰ ਚੇਂਜ ਕਰ ਸਕਦੇ ਹਾਂ, ਸੰਸ਼ੋਧਨ ਕਰ ਸਕਦੇ ਹਾਂ, ਇਹ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ, ਕਿੱਦਾਂ ਕਰ ਸਕਦੇ ਹਾਂ, ਇਹ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਆਰਟੀਕਲ 359। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਕੁਐਸਚਨ ਹੈਗਾ ਆ। ਠੀਕ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਕੁਐਸਚਨ ਹੈਗਾ ਆਰਟੀਕਲ 368। ਠੀਕ ਹੈ, 368 ਕਿਹੜੇ ਦੇਸ਼ ਤੋਂ ਲਿਆ ਆਪਾਂ ਨੇ ਇਹ ਤਰੀਕਾ, ਇਹ ਆਪਾਂ ਨੇ ਲਿਆ ਸਾਊਥ ਅਫਰੀਕਾ ਤੋਂ। ਸਾਊਥ ਅਫਰੀਕਾ ਤੋਂ ਆਪਾਂ ਨੇ ਇਹ ਤਰੀਕਾ ਲਿਆ ਬਈ ਸੰਵਿਧਾਨ ਨੂੰ ਚੇਂਜ ਕਰਨ ਦਾ, ਸੰਵਿਧਾਨ ਨੂੰ ਸੰਸ਼ੋਧਨ ਕਰਨ ਦਾ ਜਿਹੜਾ ਪ੍ਰੋਸੈਸ ਹੈ। ਠੀਕ ਹੈ, ਯਾਦ ਰੱਖਣਾ ਹੈ। ਉਸ ਤੋਂ ਬਾਅਦ ਆ ਜਾਓ ਬਈ, ਹਾਂਜੀ, ਭਾਰਤ ਦੇ ਸੰਵਿਧਾਨ ਦੇ 5 ਤੋਂ ਲੈ ਕੇ 11 ਅਨੁਛੇਦ ਕਿਹੜੇ ਵਿਸ਼ੇ ਨਾਲ ਸੰਬੰਧਿਤ ਹੈ, 5 ਤੋਂ ਲੈ ਕੇ 11 ਤੱਕ, ਯਾਨੀ ਭਾਗ ਦੂਜੇ ਦੀ ਗੱਲ ਹੋ ਰਹੀ ਹੈ। ਭਾਗ ਦੂਜਾ, ਕਿਉਂਕਿ ਭਾਗ ਦੂਜੇ ਦੇ ਵਿੱਚ ਕਿੰਨੇ ਅਨੁਛੇਦ ਹੈ, 5 ਤੋਂ 11 ਤੱਕ ਇਹ ਤਾਂ ਚੱਲਦੇ ਆ। ਭਾਗ ਪਹਿਲਾ ਜਿਹੜਾ ਹੈਗਾ ਆ ਸੰਵਿਧਾਨ ਦਾ ਭਾਗ ਪਹਿਲਾ, ਭਾਗ ਪਹਿਲੇ ਦੇ ਵਿੱਚ ਆਰਟੀਕਲ ਕਿੰਨੇ ਆ, 1 ਤੋਂ ਲੈ ਕੇ 4। ਭਾਗ ਦੂਜੇ ਦੇ ਵਿੱਚ 5 ਤੋਂ ਲੈ ਕੇ 11। ਠੀਕ ਹੈ, ਭਾਗ ਤੀਜੇ ਦੇ ਵਿੱਚ 12 ਤੋਂ ਲੈ ਕੇ 35। ਭਾਗ ਚੌਥੇ ਦੇ ਵਿੱਚ 36 ਤੋਂ 51, ਹੈ ਨਾ, ਏਦਾਂ ਹੀ ਤਾਂ ਚੱਲਦਾ ਹੈ। ਤਾਂ ਭਾਗ ਦੂਜੇ ਦੇ ਵਿੱਚ ਕੀ ਹੈ, ਭਾਗ ਦੂਜੇ ਦੇ ਵਿੱਚ ਹੈਗੀ ਆ ਵੀ ਸਿਟੀਜ਼ਨਸ਼ਿਪ ਯਾਨੀ ਨਾਗਰਿਕਤਾ, ਸਿਟੀਜ਼ਨਸ਼ਿਪ ਯਾਨੀ ਨਾਗਰਿਕਤਾ, ਇਹ ਭਾਗ ਦੂਜੇ ਦੀ ਗੱਲ ਹੋ ਰਹੀ ਹੈ। ਤੇ ਆਪਣੇ ਦੇਸ਼ ਦੇ ਵਿੱਚ ਕਿਹੋ ਜੀ ਨਾਗਰਿਕਤਾ ਹੈ, ਸਿੰਗਲ ਕਿੱਥੋਂ ਲਈ ਹੈ, UK यानी ब्रिटेन तो। ठीक है, डन, आजो फिर अगे। ठीक है जी, हाँ जी, छूआछूत के खात्मे नाल संबंधित भारतीय संविधान का किहड़ा अनुच्छेद है, तो छूआछूत के नाल संबंधित बई अनुच्छेद हैगा अनुच्छेद 17, अबोलिशन ऑफ अनटचेबिलिटी, कि किसी भी व्यक्ति के नाल इहो जिहा भेदभाव नहीं करा जाएगा, अनटचेबिलिटी वाला, छूआछूत वाला। ठीक है, याद रखना है बई। ठीक है, नैक्सट, ਭਾਰਤ ਦੇ ਸੰਵਿਧਾਨ ਵਿੱਚ ਭਾਰਤ ਦੇ ਕਿਹੜੇ-ਕਿਹੜੇ ਨਾਮਾਂ ਦਾ ਜ਼ਿਕਰ ਕੀਤਾ ਗਿਆ ਹੈ, ਤਾਂ ਭਾਰਤ ਦਾ ਜਿਹੜਾ ਸੰਵਿਧਾਨ ਹੈਗਾ ਵੀ ਉਹਦੇ ਵਿੱਚ ਇੱਕ ਆਰਟੀਕਲ ਹੈ, ਆਰਟੀਕਲ 1, ਸਭ ਤੋਂ ਪਹਿਲਾ ਆਰਟੀਕਲ ਜਿਹੜਾ 1 ਹੈਗਾ, ਆਰਟੀਕਲ 1 ਦੇ ਵਿੱਚ ਇੰਡੀਆ ਦੇ ਨਾਮਾਂ ਦਾ ਮੈਂਸ਼ਨ ਹੈ, ਇੰਡੀਆ, ਡੈਟ ਇਜ਼ ਭਾਰਤ। ਠੀਕ ਹੈ ਨਾ, ਦੋ ਨਾਮ ਹੈ ਬਸ ਬਾਈ। ਠੀਕ ਹੈ, ਭਾਰਤ ਅਤੇ ਇੰਡੀਆ, ਭਾਰਤ ਅਤੇ ਇੰਡੀਆ, ਬਸ ਇਹ ਇਹਨਾਂ ਦੋ ਨਾਮਾਂ ਦਾ ਜ਼ਿਕਰ ਹੈ, ਇਹ ਯਾਦ ਰੱਖਣਾ ਹੈ, ਸਿਰਫ ਇਹਨਾਂ ਦੋ ਨਾਮਾਂ ਦਾ ਜ਼ਿਕਰ ਹੈ, ਯਾਦ ਰੱਖਣਾ ਹੈ। ਠੀਕ ਹੈ, ਆਰਟੀਕਲ 1 ਦੇ ਵਿੱਚ। ਓਕੇ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਨੈਕਸਟ ਆ ਜਾਓ, ਭਾਰਤ ਸੰਵਿਧਾਨ ਦੀ 9ਵੀਂ ਅਨੁਸੂਚੀ ਨੂੰ ਕਿਸ ਸੰਸ਼ੋਧਨ ਨਾਲ ਜੋੜਿਆ ਗਿਆ ਸੀ। ਠੀਕ ਹੈ, ਤਾਂ ਅਨੁਸੂਚੀਆਂ ਦੀ ਗੱਲ ਆਈ ਹੈ ਬਈ। ਦੇਖੋ, ਜਦੋਂ ਆਪਣਾ ਸੰਵਿਧਾਨ ਬਣਿਆ ਟੋਟਲ ਅਨੁਸੂਚੀਆਂ ਸੀਗੀ 8, ਕਿੰਨੀ ਸੀਗੀ 8, ਤੇ ਐਟ ਪ੍ਰੈਜ਼ੈਂਟ ਕਿੰਨੀ ਹੈਗੀਆਂ ਬਈ, ਐਟ ਪ੍ਰੈਜ਼ੈਂਟ ਹੈਗੀਆਂ 12। ਐਟ ਪ੍ਰੈਜ਼ੈਂਟ ਕਿੰਨੀ ਹੈਗੀਆਂ, 12 ਅਨੁਸੂਚੀਆਂ ਹੈਗੀਆਂ, ਯਾਨੀ ਕਿ ਇਹਦਾ ਮਤਲਬ ਹੈ 8 ਤੋਂ ਬਾਅਦ 9ਵੀਂ, 11ਵੀਂ, 10ਵੀਂ ਵੀ ਤਾਂ ਹੋਊਗੀ ਬਈ, ਗਿਣਤੀ ਭੁੱਲ ਗਏ, 9ਵੀਂ, 10ਵੀਂ, 11ਵੀਂ ਤੇ 12ਵੀਂ, ਇਹ ਅਨੁਸੂਚੀਆਂ ਬਾਅਦ ਦੇ ਵਿੱਚ ਜੋੜੀ ਗਈਆਂ। ਤਾਂ ਇਹ ਜਿਹੜੀ 9ਵੀਂ ਅਨੁਸੂਚੀ ਹੈ ਇਹ ਜੋੜੀ ਗਈ ਸੀ ਪਹਿਲੇ ਸੰਸ਼ੋਧਨ ਦੇ ਰਾਹੀਂ 1951 ਦੇ ਵਿੱਚ। ਠੀਕ ਹੈ, ਓਕੇ, ਇਹ ਜਿਹੜੀ 10ਵੀਂ ਅਨੁਸੂਚੀ ਹੈ ਇਹ ਜੋੜੀ ਗਈ ਸੀ 52ਵਾਂ ਸੰਸ਼ੋਧਨ ਸੀਗਾ 1985। ਓਹੋ ਕੀ ਬਾਤ ਹੈ। 11ਵਾਂ ਜਿਹੜੀ ਅਨੁਸੂਚੀ ਹੈ ਇਹ ਜੋੜੀ ਗਈ ਸੀ 73ਵਾਂ ਸੰਸ਼ੋਧਨ 19
92। ਹੁਣ ਕੋਈ ਕਹੇਗਾ ਕਿ 93 ਹੈ, ਕੋਈ ਚੱਕਰ ਨਹੀਂ, 92 ਲਿਖ ਲਓ, 93 ਲਿਖ ਲਓ, ਕਿਸੇ ਦਿਨ ਡਿਟੇਲ ਦੇ ਵਿੱਚ ਸਮਝਾਉਂਗਾ। 74ਵਾਂ ਸੰਸ਼ੋਧਨ 92, 92 ਲਿਖ ਲਓ ਭਾਵੇਂ 93 ਲਿਖ ਲਓ, ਠੀਕ ਹੈ। ਜੇ ਦੋਨੋਂ ਆਪਸ਼ਨ ਦੇ ਵਿੱਚ ਹੈਗੇ ਤਾਂ ਰਾਈਟ ਆਨਸਰ 92 ਹੀ ਹੁੰਦਾ, ਕੋਈ ਚੱਕਰ ਨਹੀਂ, ਬਾਕੀ ਦੋਨੇ ਆਪਸ਼ਨ ਦੇ ਵਿੱਚ ਮਿਲਦੇ ਵੀ ਨਹੀਂ। ਤਾਂ ਇਹ ਹੈਗੇ ਆ, ਇਹ 4 ਅਨੁਸੂਚੀਆਂ ਬਾਅਦ ਦੇ ਵਿੱਚ ਜੋੜੀ ਗਈ ਸੀ, 9ਵੀਂ 10ਵੀਂ 11ਵੀਂ ਤੇ 12ਵੀਂ ਮੈਂ ਤੁਹਾਨੂੰ ਸਾਰੀ ਦੱਸੀ ਹੈ ਕਿਹੜੀ ਅਨੁਸੂਚੀ ਕਦੋਂ ਜੋੜੀ ਗਈ ਹੈ, ਠੀਕ ਹੈ। ਓਕੇ, ਹਾਂਜੀ ਨੈਕਸਟ ਆ ਜਾਓ। ਨਿਮਨ ਲਿਖਿਤ ਵਿੱਚੋਂ ਕਿਹੜਾ ਭਾਰਤ ਵਿੱਚ ਨਾਗਰਿਕਤਾ ਦੇ ਅਧਿਕਾਰ ਨੂੰ ਨਿਯਮਿਤ ਕਰਨ ਦੀ ਸ਼ਕਤੀ ਰੱਖਦਾ ਹੈ? ਮਤਲਬ ਜਿਹੜੀ ਨਾਗਰਿਕਤਾ ਹੈਗੀ ਹੈ ਆਪਣੇ ਦੇਸ਼ ਦੇ ਵਿੱਚ, ਜਿਹੜਾ ਨਾਗਰਿਕਤਾ ਦਾ ਅਧਿਕਾਰ ਹੈ ਉਸ ਨੂੰ ਕੌਣ ਰੈਗੂਲੇਟ ਕਰ ਸਕਦਾ ਹੈ, ਕਿਹਦੇ ਕੋਲ ਪਾਵਰ ਹੈ ਕਿ ਨਾਗਰਿਕਤਾ ਸੰਬੰਧੀ ਕੁਝ ਵੀ ਜੇ ਬਣਾਉਣਾ ਹੈ ਤਾਂ ਉਹ ਬਣਾਏਗਾ? ਤਾਂ ਇਹ ਅਥਾਰਟੀ ਸਿਰਫ ਔਰ ਸਿਰਫ ਆਪਣੀ ਪਾਰਲੀਮੈਂਟ ਕੋਲ ਹੈ। ਇਹ ਹੈਗਾ ਆਪਸ਼ਨ ਦੇ ਵਿੱਚ ਪਾਰਲੀਮੈਂਟ, ਠੀਕ ਹੈ। ਤਾਂ ਪਾਰਲੀਮੈਂਟ ਕੋਲ ਹੀ ਹੈ। ਬਾਕੀ ਸਿਟੀਜ਼ਨਸ਼ਿਪ ਬਾਰੇ ਆਪਾਂ ਦੇਖ ਕੇ ਆਏ ਹਾਂ, ਹੁਣ ਭਾਗ ਦੂਜੇ ਦੇ ਵਿੱਚ ਹੈ 5 ਤੋਂ ਲੈ ਕੇ 11 ਤੱਕ ਹੈ, ਸਿੰਗਲ ਸਿਟੀਜ਼ਨਸ਼ਿਪ ਹੈ। ਨੈਕਸਟ ਆ ਜਾਓ, तो हो गए क्वेश्चन। चलो फिर चलते अगे, कोई चक्कर नहीं। किहड़े देश ने दोहरी नागरिकता की नीति को स्वीकार किया है? दोहरी नागरिकता, ड्यूल सिटीजनशिप, अमेरिका की गल हो रही है बई, क्योंकि अपने देश के तो सिंगल है, अपने देश के किहड़ी है सिंगल है, तो अपने कित्थों लई है ब्रिटेन तो, यानी ब्रिटेन के भी सिंगल है, पाकिस्तान के भी सिंगल है, ठीक है। दोहरी नागरिकता अमेरिका के विच है, यानी 2 पासपोर्ट होंगे इत्थे बंदे कोल, ठीक है। इको स्टेट का अपने रहने वाला जिहड़ी स्टेट का हैगा उत्थे दी सिटीजनशिप उहदे कोल हुंदी है, एक अमेरिका की सिटीजनशिप उहदे कोल हुंदी है। ओके, इट्स प्रमोशन टाइम। देखो बई, ਜਿਹੜੇ भी स्टूडेंट पहली बार अपने वीडियो देख रहे हैं या पहली बार चैनल पर विजिट करें, ठीक है, जो तुम इत्थों तक पहुँच गए तो मतलब थोड़ा वीडियो वधिया लग रही होनी, नॉर्मल जी गल है। चैनल को सबसक्राइब कर लो फिर सब तो पहला था, ठीक है। बैल आइकन भी दबा लो ताकि अगे तो जी वीडियो आए थोड़े कोल पहुँच जाए। टैलीग्राम चैनल हैगा, वीडियो के थले डिस्क्रिप्शन से चैक करो, टैलीग्राम चैनल का लिंक मिलेगा, उन्होंने ज्वाइन कर लो, क्योंकि जो भी PDF वगैरह या वीडियो की लिंक वगैरह होंगी है उत्थे ही शेयर करते हैं सारा कुछ, कोई भी नोटिफिकेशन वगैरह होंगी है या लाइव क्लास होंगी है उत्थे ही होंगी है। इस तो इलावा अपनी एंड्रॉयड ऐप है प्रताप अकैडमी एग्जाम की दे नाम तो, ठीक है। कि अपनी ऐप का नाम, अपनी ऐप का नाम हैगा बई प्रताप अकैडमी एग्जाम की मतलब कुंजी, ठीक है। तो प्रताप अकैडमी एग्जाम की ये अपनी ऐप का नाम है, डाउनलोड कर सकते हो। उत्थे पंजाब के हर एक पेपर के लिए बैच चले हुए हैं, आप तैयारी कराते हैं। जो थोड़ा साढ़े पढ़ाने का वे, तरीका, कंसैप्ट सब कुछ वधिया लगता है, तो तुसीं साडे नाल ऐप के उत्ते जुड़ सकते हो। PDF वगैरह उत्ते प्रोवाइड हो जाती है, जो भी है मतलब, ठीक है। ये थोड़े अगे है, ये कोर्स चलते हैं, ये मेरा कोर्स चलता है GK तो GS का मैजिक बैच, सारी GK GS मैं खुद करांदा इत्थे, ठीक है। तो ये तुसीं जुड़ सकते हो इहदे नाल। इस तो इलावा मैथ मैजिक हैगा बई, ठीक है। कंप्लीट मैथ ते सारी रीजनिंग ये थोनों मिलूगी दीप सर, ठीक है, दीप सर के द्वारा कराई हुई, तो बिल्कुल मतलब वधिया तरीके नाल, मतलब पंजाब दे विच ना तुसीं एक बार इन्हां दी क्लासां पई है यूट्यूब के उत्ते, ठीक है। एक बार मेरे कहण तो इन्हां दी एक अलग तो प्लेलिस्टां बनी हुई है, इन्हां दे कराउण दा तरीका तुसीं देखो, मैथ पढ़ के देखो, ठीक है। तुसीं कितों भी मैथ पढ़ते हो, एक बार इन्हां दी वीडियो जरूर देखो, ठीक है। उस तो बाद तुसीं खुद डिसाइड करना है कि इन्हां दे विच ते बाकियां दे विच की फर्क है, ठीक है। बाकी जे तुसीं चाहते हो कि सारा कंप्लीट पैकेज तुहानूं मिल जाए तो ये अपना प्रतापी बैच है बई, ठीक है। प्रतापी बैच दे विच ये मेरा सारा बैच है जिहड़ा ये इनकलूड हो जाता है, सर का भी सारा बैच इनकलूड हो जाता है। इस तो इलावा होर भी बहुत कुछ ऐड हो जाता है, जिवें इंग्लिश की क्लासां होगी, पंजाबी की होगी या प्रैक्टिस सैट होगी, बहुत कुछ है जिहड़ा ऐड हो जाता है, ठीक है। इस तो इलावा पंजाब का कोई होर एग्जाम हुंदा है जिहदे वास्ते स्पेशल कुछ सबजैक्ट चाहिए होंगे तो वह भी ये ऐड हो जाते हैं बई, यानी पंजाब के किसी भी पेपर की तैयारी करनी है प्रतापी बैच तुसीं ज्वाइन कर लेना है, ठीक है। या फिर जो तुहाडा टारगेट ओनली एंड ओनली पंजाब पुलिस हैगा आ, ठीक है, तुसीं भी कहना ओए छोटू, तो यह बैच तुहाडे वास्ते हैगा आ। ये पंजाब पुलिस का बैच है, ये जो भी पंजाब पुलिस का सिलेबस है वो सारा कराया जाता है बई, ठीक है। तो इन्हां नाल तुसीं जुड़ सकते हो बई। बाकी की डिटेल फोन नंबर तुहाडे कोल हैगे आ, पीली पट्टी चल रही है, ये तो तुसीं लैके कॉल कर सकते हो, ठीक है। हाँ जी, आज अपने नैक्सट प्रश्न के उत्ते, भारत में किस तरह की नागरिकता है? यार हुण तां करके हटे हैं, सिंगल सिटीजनशिप है, ठीक है। ये क्वेश्चन में भी दोबारे आ गया। नैक्सट आ जाओ बई, संविधानिक उपचारां दे अधिकार नूं किसने संविधान का दिल अते आत्मा मन्निया? देखो क्वेश्चन उही है, क्वेश्चन घुमा के किद्दां आंदा है, ठीक है। इन्होंने कहा कि हार्ट एंड सोल, किसने कहा, किसनूं कहा? राइट ऑफ कॉन्स्टिट्यूशनल रेमेडीज, यानी आर्टिकल 32 की ही गल हो रही है। आर्टिकल 32
ਜਿਹਦੇ 'ਚ ਲਿਖਿਆ ਹੋਇਆ ਕਿ ਜੇ ਸਾਨੂੰ ਸਾਡੇ ਮੌਲਿਕ ਅਧਿਕਾਰ ਨਹੀਂ ਮਿਲਦੇ ਤਾਂ ਆਪਾਂ ਸਿੱਧਾ ਸੁਪਰੀਮ ਕੋਰਟ ਜਾ ਸਕਦੇ ਹਾਂ। ਉਹਨੂੰ ਡਾਕਟਰ ਭੀਮ ਰਾਓ ਨੇ ਕਿਹਾ ਸੀ ਕਿ ਉਹ ਸੰਵਿਧਾਨ ਦੀ ਦਿਲ ਅਤੇ ਆਤਮਾ ਹੈ। ਠੀਕ ਹੈ, ਆਰਟੀਕਲ 32 ਦਾ ਹੀ ਨਾਮ ਹੈਗਾ ਏ, ਆਰਟੀਕਲ 32 ਦਾ ਹੀ ਨਾਮ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਇਹ ਆਰਟੀਕਲ 32 ਦੇ ਵਿੱਚ ਹੀ ਲਿਖਿਆ ਹੋਇਆ। ਸੰਵਿਧਾਨਿਕ ਤਰੀਕੇ ਨਾਲ ਉਪਚਾਰ ਹੁੰਦਾ ਇਲਾਜ ਕਰਨਾ, ਹਨਾ, ਇਲਾਜ ਕਰਨਾ। ਠੀਕ ਹੈ, ਤਾਂ ਇਹ ਅਧਿਕਾਰ ਆਪਣੇ ਕੋਲ ਹੈਗਾ ਆ ਕਿ ਆਪਾਂ ਇਲਾਜ ਕਰ ਸਕਦੇ ਹਾਂ। ਜੇ ਸਾਨੂੰ ਸਾਡੇ ਮੌਲਿਕ ਅਧਿਕਾਰ ਨਹੀਂ ਮਿਲ ਰਹੇ ਤਾਂ ਆਪਾਂ ਸੰਵਿਧਾਨਿਕ ਤਰੀਕੇ ਨਾਲ ਉਹਦਾ ਇਲਾਜ ਕਰ ਸਕਦੇ ਹਾਂ, ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ ਸਿੱਧਾ। ਠੀਕ ਹੈ, ਹਾਂਜੀ। ਇਸ ਸਮੇਂ ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਅਧਿਕਾਰ ਹਨ? ਫੰਡਾਮੈਂਟਲ ਰਾਈਟ ਕਿੰਨੇ ਆ ਬਈ? ਐਟ ਪ੍ਰੈਜ਼ੈਂਟ ਹੈਗੇ ਆ 6। ਪਹਿਲਾਂ ਕਿੰਨੇ ਸੀਗੇ? 7। ਪਹਿਲਾਂ ਕਿੰਨੇ ਸੀਗੇ? 7। ਇੱਕ ਡਿਲੀਟ ਹੋ ਗਿਆ 31। ਰਾਈਟ ਟੂ ਪ੍ਰੋਪਰਟੀ ਪੜ੍ਹ ਚੁੱਕੇ ਹਾਂ ਆਪਾਂ। ਠੀਕ ਹੈ, ਕਲੀਅਰ ਹੈ ਨਾ ਇੱਥੋਂ ਤੱਕ? ਠੀਕ ਹੈ ਬਈ, ਇਹ ਫੰਡਾਮੈਂਟਲ ਰਾਈਟ ਪੁੱਛੇ ਆ। ਕਈ ਵਾਰ ਕੁਐਸਚਨ ਫੰਡਾਮੈਂਟਲ ਰਾਈਟ ਦੀ ਥਾਂ ਤੇ ਫੰਡਾਮੈਂਟਲ ਡਿਊਟੀਜ਼ ਆ ਜਾਂਦਾ ਹੈ। ਡਿਊਟੀਜ਼ ਕਿੰਨੀ ਡਿਊਟੀਜ਼ ਹੈਗੀਆਂ ਐਟ ਪ੍ਰੈਜ਼ੈਂਟ? ਤਾਂ ਆਨਸਰ ਹੋ ਜਾਏਗਾ 11 ਹੈਗੀਆਂ। ओरिजिनल ਦੇ ਵਿੱਚ ਕਿੰਨੀ ਡਿਊਟੀ ਸੀਗੀ, ਮਤਲਬ ਜਦੋਂ ਐਡ ਕਰੀ ਗਈਆਂ 10 ਸੀਗੀ ਬਈ। ਠੀਕ ਹੈ, ਜੇ ਤੁਹਾਨੂੰ ਪਹਿਲਾਂ ਪੁੱਛੀ ਜਾਣ 10 ਸੀਗੀ, ਨਾਓ 11। ਠੀਕ ਹੈ, ਯਾਦ ਰੱਖਣਾ ਹੈ। ਫੰਡਾਮੈਂਟਲ ਡਿਊਟੀਜ਼ ਤੇ ਫੰਡਾਮੈਂਟਲ ਰਾਈਟ ਇਹ ਚਾਰੋਂ ਇਕੱਠੇ ਲਿਖ ਲਿਓ ਕਿ ਪਹਿਲਾਂ ਕਿੰਨੇ ਫੰਡਾਮੈਂਟਲ ਰਾਈਟ ਸੀਗੇ, ਹੁਣ ਕਿੰਨੇ ਫੰਡਾਮੈਂਟਲ ਰਾਈਟ ਹੈ। ਪਹਿਲਾਂ ਕਿੰਨੀ ਫੰਡਾਮੈਂਟਲ ਡਿਊਟੀ ਸੀਗੀ, ਹੁਣ ਕਿੰਨੀ ਹੈਗੀ ਆ। ਇਹ ਸਾਰੇ ਇਕੱਠੇ ਲਿਖ ਲਿਓ, ਕਨਫਿਊਜ਼ ਨਾ ਰਿਹਾ ਕਰੋ ਬਈ। ਨੈਕਸਟ ਆ ਜਾਓ, ਕਿਹੜੀ ਸੰਵਿਧਾਨਿਕ ਸੋਧ ਨੇ ਜਾਇਦਾਦ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ? ਠੀਕ ਹੈ ਜੀ, ਯਾਨੀ ਰਾਈਟ ਟੂ ਪ੍ਰੋਪਰਟੀ ਹੈ ਜਿਹੜਾ, ਉਹ ਕਦੋਂ ਹਟਾਇਆ ਗਿਆ? ਰਾਈਟ ਟੂ ਪ੍ਰੋਪਰਟੀ ਆਰਟੀਕਲ 31 ਦੇ ਵਿੱਚ ਸੀਗਾ। ਇਹ ਕਦੋਂ ਹਟਾਇਆ ਗਿਆ? 44ਵੇਂ ਸੰਸ਼ੋਧਨ ਦੇ ਤਹਿਤ ਹਟਾਇਆ ਗਿਆ ਸੀਗਾ ਬਈ 1978 ਦੇ ਵਿੱਚ। ਠੀਕ ਹੈ, 1978 ਦੇ ਵਿੱਚ ਹਟਾਇਆ ਗਿਆ ਸੀ। ਹਾਂਜੀ, ਨੈਕਸਟ ਆ ਜਾਓ, ਵਟ ਇਜ਼ ਦੀ ਮੈਕਸਿਮਮ ਨੰਬਰ ਆਫ ਈਅਰਸ ਆਫ ਪ੍ਰੈਜ਼ੀਡੈਂਸ਼ੀਅਲ ਰੂਲ ਇਨ ਏ ਸਟੇਟ? ਓਕੇ, ਜਦੋਂ ਵੀ ਪ੍ਰੈਜ਼ੀਡੈਂਟ ਰੂਲ ਲੱਗਦਾ ਹੈ ਯਾਨੀ ਰਾਸ਼ਟਰਪਤੀ ਸ਼ਾਸਨ ਲੱਗਦਾ ਹੈ ਕਿਸੇ ਵੀ ਸਟੇਟ ਦੇ ਵਿੱਚ, ਉਹ ਮੈਕਸਿਮਮ ਕਿੰਨੇ ਸਾਲਾਂ ਤੱਕ ਰਹਿ ਸਕਦਾ ਹੈ? ਤਾਂ ਉਹ ਮੈਕਸਿਮਮ 3 ਸਾਲਾਂ ਤੱਕ ਰਹਿ ਸਕਦਾ ਹੈ। ਠੀਕ ਹੈ, ਮੈਕਸਿਮਮ 3 ਸਾਲਾਂ ਤੱਕ ਰਹਿ ਸਕਦਾ ਹੈ। ਜੇ ਉਸ ਤੋਂ ਵੀ ਵੱਧ ਵਧਾਉਣਾ ਹੋਵੇ ਫਿਰ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨੀ ਪੈਂਦੀ ਹੈ। ਕਿ ਅਜਿਹਾ ਹੋਇਆ? ਬਿਲਕੁਲ, ਪੰਜਾਬ ਦੇ ਕੇਸ ਦੇ ਵਿੱਚ ਹੋਇਆ। ਪੰਜਾਬ ਦੇ ਵਿੱਚ ਲਗਭਗ 5 ਸਾਲ ਰਿਹਾ। ਠੀਕ ਹੈ, ਇੱਕ ਅਲੱਗ ਕੇਸ ਹੈਗਾ ਪੰਜਾਬ ਦਾ। ਪ੍ਰੈਜ਼ੀਡੈਂਟ ਰੂਲ ਦਾ ਆਰਟੀਕਲ ਕੀ ਹੈ? ਆਰਟੀਕਲ 356 ਹੈ ਬਈ। ਆਰਟੀਕਲ 356 ਹੈਗਾ ਪ੍ਰੈਜ਼ੀਡੈਂਟ ਰੂਲ ਯਾਨੀ ਰਾਸ਼ਟਰਪਤੀ ਸ਼ਾਸਨ। ਨੈਕਸਟ ਆ ਜਾਓ ਬਈ, ਰਾਸ਼ਟਰਪਤੀ ਦੁਆਰਾ ਲੋਕ ਸਭਾ ਵਿੱਚ ਕਿੰਨੇ ਮੈਂਬਰਾਂ ਨੂੰ ਮਨੋਨੀਤ ਕੀਤਾ ਜਾਂਦਾ ਹੈ? ਮਨੋਨੀਤ ਯਾਨੀ ਨਾਮਾਂਕਿਤ। ਮਨੋਨੀਤ ਦੀ ਥਾਂ ਤੇ ਨਾਮਾਂਕਿਤ ਵਰਡ ਵੀ ਆ ਜਾਂਦਾ ਹੈ ਬਈ, ਨੋਮੀਨੇਟ ਕਰਨਾ। ਤਾਂ ਰਾਸ਼ਟਰਪਤੀ ਕੋਲ ਪਾਵਰ ਹੈ ਕਿ ਉਹ ਲੋਕ ਸਭਾ ਤੇ ਰਾਜ ਸਭਾ ਵਿੱਚ ਕੁਝ ਬੰਦੇ ਭੇਜ ਸਕਦਾ ਹੈ। ਠੀਕ ਹੈ, ਰਾਜ ਸਭਾ ਦੇ ਵਿੱਚ 12 ਭੇਜ ਸਕਦਾ ਹੈ ਤੇ ਲੋਕ ਸਭਾ ਦੇ ਵਿੱਚ ਪਹਿਲਾਂ 2 ਭੇਜ ਸਕਦਾ ਸੀ, ਹੁਣ ਨਹੀਂ ਭੇਜ ਸਕਦਾ। ਹੁਣ ਕੋਈ ਬੰਦਾ ਨਹੀਂ ਭੇਜ ਸਕਦਾ। ਤਾਂ ਆਪਸ਼ਨ ਦੇ ਵਿੱਚ 0 ਹੈਗਾ, ਆਪਾਂ 0 ਕਰਾਂਗੇ। ਪਹਿਲਾਂ ਉਹ 2 ਭੇਜ ਸਕਦਾ ਸੀਗਾ। ਪਹਿਲਾਂ ਉਹ ਕਿੰਨੇ ਭੇਜ ਸਕਦਾ ਸੀਗਾ? 2। ਪਰ ਇਹ ਜਿਹੜਾ ਭੇਜਣ ਵਾਲਾ ਸਿਸਟਮ ਹੈ ਇਹ 104ਵੀਂ ਸੋਧ ਹੋਈ ਹੈ। 104ਵੀਂ ਸੋਧ ਹੋਈ ਸੀ, 104ਵੀਂ ਅਮੈਂਡਮੈਂਟ ਹੋਈ ਸੀ 2020 ਦੇ ਵਿੱਚ। ਉਸ ਤੋਂ ਬਾਅਦ ਇਹ ਸਾਰਾ ਕੁਝ ਡਿਲੀਟ ਕਰਤਾ ਗਿਆ, ਇਹ ਸਾਰਾ ਕੁਝ ਰੱਦ ਕਰ ਦਿੱਤਾ ਗਿਆ ਕਿ ਇਹ 2 ਬੰਦੇ ਭੇਜ ਸਕਦਾ। ਠੀਕ ਹੈ, ਹੁਣ ਕੋਈ ਬੰਦਾ ਨਹੀਂ ਭੇਜ ਸਕਦਾ ਲੋਕ ਸਭਾ ਦੇ ਵਿੱਚ। ਪਰ ਜੇ ਰਾਜ ਸਭਾ ਦੀ ਗੱਲ ਹੋਏ ਤਾਂ 12 ਭੇਜ ਸਕਦਾ ਹੈ, 12। ਠੀਕ ਹੈ, ਰਾਸ਼ਟਰਪਤੀ ਭੇਜ ਸਕਦਾ ਹੈ, ਰਾਸ਼ਟਰਪਤੀ। ਨੈਕਸਟ ਆ ਜਾਓ ਬਈ ਜੀ, ਨੈਸ਼ਨਲ ਐਮਰਜੈਂਸੀ ਕਿਹੜੇ ਆਰਟੀਕਲ ਦੇ ਵਿੱਚ ਹੈ? ਰਾਸ਼ਟਰੀ ਆਪਾਤਕਾਲ। ਤਾਂ ਦੇਸ਼ ਦੇ ਵਿੱਚ ਆਪਣੇ ਦੇਖੋ 3 ਤਰ੍ਹਾਂ ਦੇ ਆਪਾਤਕਾਲ ਹੈ ਬਈ। ਰਾਸ਼ਟਰੀ ਆਪਾਤਕਾਲ ਜਿਹੜਾ ਹੈਗਾ ਉਹ 352 ਦੇ ਵਿੱਚ ਹੈ। ਠੀਕ ਹੈ, ਨੈਸ਼ਨਲ ਐਮਰਜੈਂਸੀ ਯਾਨੀ ਰਾਸ਼ਟਰੀ ਆਪਾਤਕਾਲ, ਇਹ ਜਿਹੜਾ ਹੈਗਾ ਵੀ ਰਾਸ਼ਟਰੀ ਆਪਾਤਕਾਲ। ਠੀਕ ਹੈ, 356 ਦੇ ਵਿੱਚ ਪ੍ਰੈਜ਼ੀਡੈਂਟ ਰੂਲ ਹੋ ਗਿਆ ਕਿਸੇ ਸਟੇਟ ਦੇ ਵਿੱਚ। ਠੀਕ ਹੈ, ਰਾਸ਼ਟਰਪਤੀ ਸ਼ਾਸਨ ਜਿਹਨੂੰ ਆਪਾਂ ਬੋਲਦੇ ਹਾਂ। 360 ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਹੈ। ਫਾਈਨੈਂਸ਼ੀਅਲ ਐਮਰਜੈਂਸੀ ਯਾਨੀ ਵਿੱਤੀ ਆਪਾਤਕਾਲ। ਠੀਕ ਹੈ, ਇਹ ਯਾਦ ਰੱਖਣੀ ਹੈ। 3 ਐਮਰਜੈਂਸੀਆਂ ਹੈਗੀਆਂ ਬਸ, ਇਹ ਯਾਦ ਰੱਖਣੀ ਹੈ ਬਈ। ਠੀਕ ਹੈ, ਨੈਕਸਟ ਆ ਜਾਓ, ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਦੇਸ਼ ਵਿੱਚ ਵਿੱਤੀ ਆਪਾਤਕਾਲ ਦੀ ਘੋਸ਼ਣਾ? ਹੁਣੇ ਲਾਸਟ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵਿੱਤੀ ਆਪਾਤਕਾਲ ਯਾਨੀ ਫਾਈਨੈਂਸ਼ੀਅਲ ਐਮਰਜੈਂਸੀ 360। ਤਾਂ ਇਹਦਾ ਫਿਰ ਰਾਈਟ ਆਨਸਰ ਹੋ ਗਿਆ 360। ਤੇ ਘੋਸ਼ਣਾ ਕੌਣ ਕਰਦਾ ਹੈ? ਰਾਸ਼ਟਰਪਤੀ ਹੀ ਕਰਦਾ ਹੈ, ਪ੍ਰੈਜ਼ੀਡੈਂਟ ਆਫ ਇੰਡੀਆ। ਤੇ ਇਹਨਾਂ ਤਿੰਨਾਂ ਦੀ ਹੀ ਰਾਸ਼ਟਰਪਤੀ ਕਰਦਾ ਹੈ। ਇਹਨਾਂ ਤਿੰਨਾਂ ਦੀ ਹੀ ਘੋਸ਼ਣਾ ਹੈ ਜਿਹੜਾ, ਇਹਨਾਂ ਤਿੰਨਾਂ ਦੀ ਘੋਸ਼ਣਾ ਰਾਸ਼ਟਰਪਤੀ ਦੁਆਰਾ ਹੀ ਕਰੀ ਜਾਂਦੀ ਹੈ। ਲਗਾਉਣ ਦੀ ਵੀ ਤੇ ਹਟਾਉਣ ਦੀ ਵੀ, ਲਗਾਉਣ ਦੀ ਵੀ ਤੇ ਹਟਾਉਣ ਦੀ ਵੀ ਘੋਸ਼ਣਾ ਰਾਸ਼ਟਰਪਤੀ ਦੁਆਰਾ ਹੀ ਕੀਤੀ ਜਾਂਦੀ ਹੈ। ਓਕੇ, ਇਹ ਕੁਐਸਚਨ ਤੁਸੀਂ ਦੇਖੋ ਇੱਕ ਵਾਰ। ਠੀਕ ਹੈ ਜੀ, ਕੀ ਹੈ ਕੁਐਸਚਨ?
ਕਿ ਸੰਵਿਧਾਨ ਦੇ ਅਨੁਸਾਰ ਭਾਰਤ ਦੇ ਕਿਸੇ ਵੀ ਰਾਜ ਦੇ ਵਿਧਾਨ ਸਭਾ ਵਿੱਚ ਕਿੰਨੇ ਮੈਂਬਰ ਹੋ ਸਕਦੇ ਹਨ। ਤਾਂ ਅਕੋਰਡਿੰਗ ਟੂ ਕਨਸਟੀਟਿਊਸ਼ਨ ਬਈ ਕਿਸੇ ਵੀ ਸਟੇਟ ਦੀ, ਆਪਣੇ ਇੰਡੀਆ ਦੇ ਕਿਸੇ ਵੀ ਸਟੇਟ ਦੇ ਵਿੱਚ ਮੈਕਸਿਮਮ ਕਿੰਨੇ ਐਮਐਲਏ ਹੋ ਸਕਦੇ ਆ, ਕਿੰਨੇ ਵਿਧਾਨ ਸਭਾ ਦੇ ਮੈਂਬਰ ਹੋ ਸਕਦੇ ਆ। ਤਾਂ ਇਹਦਾ ਰਾਈਟ ਆਨਸਰ ਆ ਜਾਏਗਾ ਬਈ 500। ਮੈਕਸਿਮਮ 500 ਮੈਂਬਰ ਹੋ ਸਕਦੇ ਆ ਕਿਸੇ ਵੀ ਸਟੇਟ ਦੇ ਵਿੱਚ, ਤੇ ਮਿਨੀਮਮ 60 ਹੋ ਸਕਦੇ ਆ। ਬਟ ਯਾਦ ਰੱਖਣਾ ਕੁਝ ਸਟੇਟਾਂ ਅਜਿਹੀ ਹੈਗੀਆਂ ਜਿਨ੍ਹਾਂ ਦੇ 60 ਤੋਂ ਘੱਟ ਹੈ, ਉਹਨਾਂ ਵਾਸਤੇ ਫਿਰ ਸਪੈਸ਼ਲ ਆਰਟੀਕਲ ਜੋੜਨਾ ਪਿਆ ਸੰਵਿਧਾਨ ਦੇ ਵਿੱਚ, ਠੀਕ ਹੈ, ਕਿਉਂਕਿ ਉੱਥੇ ਇੰਨੀ ਆਬਾਦੀ ਹੈਗੀ ਨਹੀਂ ਕਿ ਉੱਥੇ ਆਪਾਂ 60 ਐਮਐਲਏ ਬਣਾਈਏ। ਉਹਨਾਂ ਦੀ ਆਬਾਦੀ ਘੱਟ ਹੈ ਤਾਂ ਉੱਥੇ 30 ਐਮਐਲਏ ਨਾਲ ਵੀ ਸਰ ਜਾਂਦਾ ਹੈ, 32 ਨਾਲ ਵੀ ਸਰ ਜਾਂਦਾ ਹੈ, 40 ਨਾਲ ਵੀ ਸਰ ਜਾਂਦਾ ਹੈ। ਇਸ ਕਰਕੇ ਕੁਝ 5-7 ਸਟੇਟਾਂ ਹੈਗੀਆਂ, 5-7 ਤੋਂ ਵੀ ਘੱਟ ਹੈ, 3-4 ਸਟੇਟਾਂ ਹੈਗੀਆਂ ਜਿਨ੍ਹਾਂ ਦੇ ਐਮਐਲਏ ਦੀ ਗਿਣਤੀ 60 ਤੋਂ ਘੱਟ ਹੈ, ਠੀਕ ਹੈ। ਉਹ ਕਿਸੇ ਕੁਐਸਚਨ ਦੇ ਵਿੱਚ ਐਮਸੀਕਿਊ ਦੇ ਵਿੱਚ ਮੈਂ ਤੁਹਾਨੂੰ ਕਵਰ ਕਰਾਉਂਗਾ। ਹਾਂਜੀ, ਸਰਵਉੱਚ ਅਦਾਲਤ ਯਾਨੀ ਸੁਪਰੀਮ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਸਨ? ਤਾਂ ਸੁਪਰੀਮ ਕੋਰਟ ਦੇ ਪਹਿਲੇ ਮੁੱਖ ਜੱਜ ਸੀਗੇ ਬਈ ਐਚ.ਜੇ. ਕਨੀਆ ਜਾਂ ਹੀਰਾ ਲਾਲ ਕਨੀਆ, ਠੀਕ ਹੈ। ਇਹ ਸੁਪਰੀਮ ਕੋਰਟ ਦੇ ਪਹਿਲੇ ਮੁੱਖ ਜੱਜ ਸਨ। ਜਿਹੜੀ ਸੁਪਰੀਮ ਕੋਰਟ ਬਣੀ ਹੈ, ਠੀਕ ਹੈ, ਉਹਨੂੰ ਪਹਿਲਾਂ ਸੁਪਰੀਮ ਕੋਰਟ ਨੂੰ ਪਹਿਲਾਂ ਫੈਡਰਲ ਕੋਰਟ ਵੀ ਕਿਹਾ ਜਾਂਦਾ ਸੀ, ਇਹ ਯਾਦ ਰੱਖ ਲਓ, ਫੈਡਰਲ ਕੋਰਟ ਆਫ ਇੰਡੀਆ ਕਿਹਾ ਜਾਂਦਾ ਸੀਗਾ ਬਈ, ਫੈਡਰਲ ਕੋਰਟ ਆਫ ਇੰਡੀਆ, ਠੀਕ ਹੈ, ਯਾਦ ਰੱਖ ਲੈਣਾ। ਤਾਂ 1950 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੂੰ, ਮਤਲਬ ਫੈਡਰਲ ਕੋਰਟ ਨੂੰ ਸੁਪਰੀਮ ਕੋਰਟ ਬਣਾਇਆ ਹੈ ਨਾ, ਉਸ ਟਾਈਮ ਫਿਰ ਜੱਜ ਕੌਣ ਸੀਗੇ? ਐਚ.ਜੇ. ਕਨੀਆ ਸੀਗੇ। ਤੇ ਸਭ ਤੋਂ ਪਹਿਲਾਂ ਸਿਰਫ 8 ਜੱਜ ਹੋ ਸਕਦੇ ਸੀ ਸੁਪਰੀਮ ਕੋਰਟ ਦੇ ਵਿੱਚ। ਜਦੋਂ ਆਪਣਾ ਸੰਵਿਧਾਨ ਹੈ ਜਾਂ 1950 ਚ ਪੁੱਛਿਆ ਜਾਵੇ ਕਿ ਸਭ ਤੋਂ ਪਹਿਲਾਂ ਕਿੰਨੇ ਜੱਜ ਹੋ ਸਕਦੇ ਸੀ? 8। ਤੇ ਐਟ ਪ੍ਰੈਜ਼ੈਂਟ ਜੇ ਆਪਾਂ ਗੱਲ ਕਰੀਏ 2022 ਦੇ ਵਿੱਚ ਕਿੰਨੇ ਜੱਜ ਹੋ ਸਕਦੇ ਆ ਸੁਪਰੀਮ ਕੋਰਟ ਦੇ ਵਿੱਚ? 34। ਹੌਲੀ ਹੌਲੀ ਕਰਕੇ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਕੇ ਆਪਾਂ ਨੇ ਇਹ ਨੰਬਰ ਹੈ ਜਿਹੜਾ ਇਨਕਰੀਜ਼ ਕਰਿਆ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਬਰਡਨ ਵੀ ਹੈ ਜਿਹੜਾ ਉਹ ਵੀ ਤਾਂ ਇਨਕਰੀਜ਼ ਹੋ ਰਿਹਾ, ਦੇਸ਼ ਦੀ ਪੋਪੂਲੇਸ਼ਨ ਹੈ ਤਾਂ ਉਹ ਵੀ ਇਨਕਰੀਜ਼ ਹੋ ਰਹੀ ਹੈ। ਨੋਰਮਲ ਜੀ ਗੱਲ ਹੈ ਤਾਂ ਜੱਜ ਵੀ ਇਨਕਰੀਜ਼ ਹੋਣੀ ਹੈ, ਠੀਕ ਹੈ। ਨੈਕਸਟ ਆ ਜਾਓ ਬਈ, ਭਾਰਤੀ ਸੰਵਿਧਾਨ ਵਿੱਚ ਦਰਜ ਮੂਲ ਅਧਿਕਾਰਾਂ ਦਾ ਸਰਪ੍ਰਸਤ ਕੌਣ ਹੈ? ਤਾਂ ਫੰਡਾਮੈਂਟਲ ਰਾਈਟ ਜਿਹੜੇ ਆਪਣੇ ਹੈਗੇ ਆ ਬਈ, ਫੰਡਾਮੈਂਟਲ ਰਾਈਟ ਜਿਹੜੇ ਆਪਣੇ ਹੈਗੇ ਆ ਉਹਨਾਂ ਦਾ ਸਰਪ੍ਰਸਤ ਕੌਣ ਹੈ? ਸੁਪਰੀਮ ਕੋਰਟ ਹੈ। ਆਲਰੇਡੀ ਕਰ ਚੁੱਕੇ हैं डिस्कस क्वेश्चन, है ना, कुछ क्वेश्चन दोबारा रिपीट हुए हैं, कोई चक्कर नहीं। पर इस समय भारत के संविधान में जायदाद का अधिकार की है? राइट टू प्रॉपर्टी की चीज है? हुण देखो, राइट टू प्रॉपर्टी पहला मौलिक अधिकार सीगा, याद आ गया। आर्टिकल 31 जिहड़ा सीगा बई राइट टू प्रॉपर्टी, ये पहला फंडामेंटल राइट सीगा, बट इनू हटाता सी, डिलीट करता सी 44वें संशोधन के तहत 1978 ਦੇ ਵਿੱਚ। ਇਹਨੂੰ ਹਟਾ ਕੇ ਪਤਾ ਕੀ ਕਰਿਆ? ਇਹਨੂੰ ਹਟਾ ਕੇ ਚੱਕ ਕੇ ਆਰਟੀਕਲ ਨਵਾਂ ਜੋੜਤਾ, ਆਰਟੀਕਲ 300A ਉੱਥੇ ਰੱਖਤਾ ਬਾਈ। ਤੇ ਹੁਣ ਇਹ ਰਾਈਟ ਟੂ ਪ੍ਰੋਪਰਟੀ ਆਪਣੇ ਕੋਲ ਹੈਗਾ ਤਾਂ ਹੈ, ਅਧਿਕਾਰ ਤਾਂ ਹੈ, ਬਟ ਮੌਲਿਕ ਅਧਿਕਾਰ ਨਹੀਂ ਹੈਗਾ, ਫੰਡਾਮੈਂਟਲ ਰਾਈਟ ਨਹੀਂ ਹੈਗਾ। ਹੁਣ ਇਹ ਆਪਣੇ ਕੋਲ ਹੈਗਾ ਲੀਗਲ ਰਾਈਟ, ਕਾਨੂੰਨੀ ਅਧਿਕਾਰ ਹੈ। ਹੁਣ ਆਪਾਂ ਇਹਦੇ ਪਿੱਛੇ ਕਾਨੂੰਨੀ ਲੜਾਈ ਲੜ ਸਕਦੇ ਹਾਂ, ਮੌਲਿਕ ਅਧਿਕਾਰਾਂ ਵਾਲੀ ਲੜਾਈ ਨਹੀਂ, ਕਿਉਂਕਿ ਮੌਲਿਕ ਅਧਿਕਾਰਾਂ ਨੂੰ ਤਾਂ ਲੈ ਕੇ ਆਪਾਂ ਸਿੱਧਾ ਸੁਪਰੀਮ ਕੋਰਟ ਜਾ ਸਕਦੇ ਹਾਂ ਤੇ ਸਾਡੇ ਹੱਕ ਦੇ ਵਿੱਚ ਫੈਸਲਾ ਆਣਾ ਸੀਗਾ, ਠੀਕ ਹੈ। ਹੁਣ ਆਪਾਂ ਕਾਨੂੰਨੀ ਲੜਾਈ ਲੜ ਸਕਦੇ ਹਾਂ ਤੇ ਕਾਨੂੰਨੀ ਲੜਾਈ ਸਿੱਧੀ ਸੁਪਰੀਮ ਕੋਰਟ ਤੇ ਨਹੀਂ ਜਾਂਦੀ, ਪਹਿਲਾਂ ਥੱਲੇ ਵਾਲੀ ਕੋਰਟਾਂ ਤੋਂ ਸ਼ੁਰੂ ਹੁੰਦੀ ਹੈ। ਤੁਹਾਨੂੰ ਪਤਾ ਫਿਰ ਕੇਸ ਕਿੰਨੇ ਲੰਬੇ ਚੱਲਦੇ ਆ। ਤਾਂ ਹੁਣ ਇਹ ਲੀਗਲ ਰਾਈਟ ਹੈਗਾ ਤੇ ਰਾਈਟ ਟੂ ਪ੍ਰੋਪਰਟੀ ਇਸ ਟਾਈਮ ਕੀ ਆਰਟੀਕਲ ਹੈ ਇਹਦਾ? 31 ਦਾ ਨਹੀਂ ਹੈਗਾ, 31 ਤਾਂ ਡਿਲੀਟ ਕਰਤਾ ਸੀ, ਹੁਣ ਆਰਟੀਕਲ ਹੈਗਾ 300A, ਸਮਝੇ? ਚਲੋ ਫਿਰ ਅੱਗੇ ਜੇ ਸਮਝ ਗਏ, ਠੀਕ ਹੈ ਜੀ। ਸੁਤੰਤਰ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਕੌਣ ਬਣੇ? ਭਾਰਤੀ ਗਵਰਨਰ ਜਨਰਲ, ਦੇਖੋ ਸੁਤੰਤਰ ਭਾਰਤ ਯਾਨੀ ਜਦੋਂ 1947 ਚ ਦੇਸ਼ ਆਜ਼ਾਦ ਹੋਇਆ, ਠੀਕ ਹੈ, 1947 ਤੋਂ ਲੈ ਕੇ ਸੰਵਿਧਾਨ ਆਪਣਾ ਲਾਗੂ ਹੋਇਆ 1950 ਦੇ ਵਿੱਚ, ਠੀਕ ਹੈ। ਇਸ ਟਾਈਮ ਤੱਕ ਦੇਸ਼ ਦੇ ਵਿੱਚ ਗਵਰਨਰ ਜਨਰਲ ਸੀਗੇ, ਗਵਰਨਰ ਜਨਰਲ, ਠੀਕ ਹੈ, ਜਿੱਦਾਂ ਅੰਗਰੇਜ਼ ਕਰਦੇ ਸੀ ਉਦਾਂ ਹੀ ਸੀਗਾ ਬਈ, ਗਵਰਨਰ ਜਨਰਲ ਬਣੇ ਹੁੰਦੇ ਸੀ। 1950 ਦੇ ਵਿੱਚ ਸੰਵਿਧਾਨ ਲਾਗੂ ਹੋ ਜਾਂਦਾ, ਫਿਰ ਆਪਾਂ ਨੇ ਗਵਰਨਰ ਜਨਰਲ ਦੀ ਪੋਸਟ ਨੂੰ ਖਤਮ ਕਰਤਾ ਸੀ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਪੋਸਟ ਸ਼ੁਰੂ ਹੋਈ ਸੀ, ਠੀਕ ਹੈ, ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਉਸ ਤੋਂ ਬਾਅਦ ਤਾਂ ਪ੍ਰੈਜ਼ੀਡੈਂਟ ਚੱਲ ਰਹੇ ਆ, ਤੇ ਵਿੱਚ ਇਹ 3 ਸਾਲ ਰਹੇ ਆ, 2 ਗਵਰਨਰ ਜਨਰਲ ਰਹੇ ਆ ਇੰਡੀਆ ਦੇ। ਪਹਿਲੇ ਵਾਲਾ ਕੌਣ ਸੀਗਾ? ਪਹਿਲੇ ਵਾਲਾ ਅੰਗਰੇਜ਼ ਸੀਗਾ ਬਈ, ਮਾਊਂਟ ਬੈਟਨ, ਮਾਊਂਟ ਬੈਟਨ, ਠੀਕ ਹੈ, ਪਰ ਇਹ ਤਾਂ ਅੰਗਰੇਜ਼ ਸੀ। ਕੁਐਸਚਨ ਆਪਣਾ ਕੀ ਹੈ? ਭਾਰਤੀ ਪੁੱਛਿਆ ਇਹਨਾਂ ਨੇ, ਭਾਰਤੀ ਕੌਣ ਸੀਗੇ? ਤਾਂ ਭਾਰਤੀ ਸੀਗੇ ਸੀ ਰਾਜਾ ਗੋਪਾਲਾਚਾਰੀ, ਸੀ ਰਾਜਾ ਗੋਪਾਲਾਚਾਰੀ। ਤਾਂ ਆਪਸ਼ਨ ਬੀ ਰਾਈਟ ਆਂਸਰ ਹੈ, ਠੀਕ ਹੈ। ਜਾਂ ਫਿਰ ਕੁਐਸਚਨ ਇਦਾਂ ਹੁੰਦਾ ਕਿ ਸੁਤੰਤਰ ਭਾਰਤ ਦੇ ਪਹਿਲੇ ਗਵਰਨਰ ਜਨਰਲ ਕੌਣ ਸੀ? ਇਹ ਭਾਰਤੀ ਵਰਡ ਨਹੀਂ ਸੀਗਾ ਇੱਥੇ, ਠੀਕ ਹੈ, ਤਾਂ ਆਂਸਰ ਕੀ ਹੋ ਜਾਂਦਾ? ਆਂਸਰ ਹੋ ਜਾਂਦਾ ਮਾਊਂਟ ਬੈਟਨ। ਹੁਣ ਆਂਸਰ ਕੀ ਹੈ? ਸੀ ਰਾਜਾ ਗੋਪਾਲਾਚਾਰੀ, ਠੀਕ ਹੈ ਬਈ। ਤੇ ਪ੍ਰੈਜ਼ੀਡੈਂਟ 1950 ਚ ਸੰਵਿਧਾਨ ਲਾਗੂ ਹੋ ਗਿਆ, ਪਹਿਲੇ ਪ੍ਰੈਜ਼ੀਡੈਂਟ ਕੌਣ ਬਣੇ ਆ? ਰਾਜਿੰਦਰ ਪ੍ਰਸਾਦ, ਸਮਝੇ ਗੱਲ? ਨੈਕਸਟ ਆ ਜਾਓ, ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਫਰਜ਼ ਹਨ?
ਐਟ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ, ਕਿੰਨੇ ਹਨ? ਤਾਂ ਬੁਨਿਆਦੀ ਫਰਜ਼ ਐਟ ਪ੍ਰੈਜ਼ੈਂਟ ਹਨ 10, ਪਹਿਲਾਂ ਕਿੰਨੇ ਸੀ? 11। ਇਹ ਬੁਨਿਆਦੀ ਫਰਜ਼ਾਂ ਦੀ ਗੱਲ ਹੈ ਬਈ, ਯਾਨੀ ਫੰਡਾਮੈਂਟਲ ਡਿਊਟੀਜ਼। ਫੰਡਾਮੈਂਟਲ ਰਾਈਟ ਐਟ ਪ੍ਰੈਜ਼ੈਂਟ ਕਿੰਨੇ ਹਨ? 6, ਤੇ ਪਹਿਲਾਂ ਕਿੰਨੇ ਸੀ? 7। ਠੀਕ ਹੈ, ਇਹ ਯਾਦ ਰੱਖ ਲੈਣਾ। ਠੀਕ ਹੈ, ਨਾਓ ਹੁਣ ਓਲਡ ਪਹਿਲਾਂ 10 ਸੀਗੇ, ਇਹ 7 ਸੀਗੇ। ਠੀਕ ਹੈ, ਇਦਾਂ ਬਣਾ ਲਿਓ, ਯਾਦ ਰਹੇਗਾ। ਇਹ ਚਾਰੇ ਕੁਐਸਚਨ ਬਣਦੇ ਆ ਆਪਣੇ ਆਪ ਦੇ ਵਿੱਚ। ਠੀਕ ਹੈ, ਨੈਕਸਟ ਹੈ ਜੀ 73ਵਾਂ ਸੰਸ਼ੋਧਨ ਕਿਹਦੇ ਨਾਲ ਸੰਬੰਧਿਤ ਹੈ? ਤਾਂ 73ਵੇਂ ਸੰਸ਼ੋਧਨ ਦੇ ਵਿੱਚ ਕੀ ਜੋੜਿਆ ਗਿਆ ਸੀ ਬਈ? 73ਵੇਂ ਸੰਸ਼ੋਧਨ ਦੇ ਵਿੱਚ ਪੰਚਾਇਤਾਂ ਜੋੜੀ ਗਈ ਸੀ। ਸਿੰਪਲ ਤਾਂ ਹੈ, ਯਾਦ ਆ ਗਿਆ। 73ਵੇਂ ਸੰਸ਼ੋਧਨ ਦੇ ਵਿੱਚ ਪੰਚਾਇਤਾਂ ਜਿਹੜੀ ਉਹ ਜੋੜੀ ਗਈ ਸੀ। ਪੰਚਾਇਤਾਂ ਕਿਹੜੇ ਭਾਗ ਦੇ ਵਿੱਚ ਹੈ? 9ਵੇਂ ਭਾਗ ਦੇ ਵਿੱਚ ਹੈ ਪੰਚਾਇਤਾਂ। 9ਵੇਂ ਭਾਗ ਦੇ ਵਿੱਚ ਹੈ ਪੰਚਾਇਤਾਂ। ਠੀਕ ਹੈ, ਯਾਦ ਰੱਖਣਾ ਹੈ। ਪੰਚਾਇਤੀ ਰਾਜ ਦਿਵਸ ਕਦੋਂ ਮਨਾਇਆ ਜਾਂਦਾ ਹੈ? 24 ਅਪ੍ਰੈਲ। ਇਹ ਵੀ ਤਾਂ ਲਿਖ ਲਓ, ਬਹੁਤ ਇੰਪੋਰਟੈਂਟ ਹੈ। ਪੰਚਾਇਤੀ ਰਾਜ ਦਿਵਸ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਤੇ ਪੰਚਾਇਤਾਂ ਨੂੰ ਸੰਵਿਧਾਨਿਕ ਦਰਜਾ ਮਿਲਿਆ ਸੀਗਾ 24 ਅਪ੍ਰੈਲ 1993 ਨੂੰ, 1993 ਨੂੰ। ਠੀਕ ਹੈ, ਓਕੇ, ਨੈਕਸਟ ਆ ਜਾਓ ਫਿਰ। ਪਹਿਲੇ ਯੋਜਨਾ ਆਯੋਗ ਦਾ ਗਠਨ ਕਦੋਂ ਕੀਤਾ ਗਿਆ ਸੀ? ਪਹਿਲੇ ਯੋਜਨਾ ਆਯੋਗ ਦਾ ਗਠਨ ਕਦੋਂ ਕੀਤਾ ਗਿਆ ਸੀ? ਤਾਂ ਪਹਿਲੇ, ਅੱਛਾ, ਤੇ ਆਪਸ਼ਨ 4 ਇੱਥੇ ਦਿਖ ਨਹੀਂ ਰਿਹਾ ਬਈ, 1950 ਹੈਗਾ ਆ, ਤੇ ਰਾਈਟ ਆਨਸਰ ਵੀ ਉਹੀ ਹੈ, ਯੋਜਨਾ ਆਯੋਗ। ਹੁਣ ਯੋਜਨਾ ਆਯੋਗ ਯਾਨੀ ਪਲੈਨਿੰਗ ਕਮਿਸ਼ਨ ਨਹੀਂ ਹੈ, ਹੁਣ ਇਹਦੀ ਥਾਂ ਤੇ ਆ ਗਿਆ ਨੀਤੀ ਆਯੋਗ। ਠੀਕ ਹੈ, ਤੇ ਨੀਤੀ ਆਯੋਗ 2015 ਤੋਂ ਚੱਲਦਾ ਹੈ ਕੰਮ ਇਹਦਾ। ਠੀਕ ਹੈ, ਚਾਹੇ ਯੋਜਨਾ ਆਯੋਗ ਹੋ ਚਾਹੇ ਨੀਤੀ ਆਯੋਗ ਹੋ, ਦੋਨਾਂ ਦਾ ਚੇਅਰਮੈਨ ਕੌਣ ਹੁੰਦਾ ਹੈ? ਪ੍ਰਾਈਮ ਮਿਨਿਸਟਰ। ਮਤਲਬ ਯੋਜਨਾ ਆਯੋਗ ਦਾ ਚੇਅਰਮੈਨ ਕੌਣ ਹੁੰਦਾ ਸੀ? ਪ੍ਰਾਈਮ ਮਿਨਿਸਟਰ। ਤੇ ਨੀਤੀ ਆਯੋਗ ਦਾ ਕੌਣ ਹੈ? ਹੁਣ ਪ੍ਰਾਈਮ ਮਿਨਿਸਟਰ ਹੈ। ਦੋਨਾਂ ਨੂੰ ਆਪਾਂ ਥਿੰਕ ਟੈਂਕ ਬੋਲਦੇ ਹਾਂ। ਪਾਲਿਸੀ ਵਗੈਰਾ ਬਣਾਉਣ ਦਾ ਕੰਮ ਹੁੰਦਾ ਇਹਨਾਂ ਦਾ, ਸਲਾਹ ਦੇਣ ਦਾ। ਥਿੰਕ ਟੈਂਕ ਇਹਨਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਯੋਜਨਾ ਆਯੋਗ ਸੀਗਾ ਭਾਵੇਂ ਨੀਤੀ ਆਯੋਗ ਸੀਗਾ ਬਈ। ਠੀਕ ਹੈ, ਯੋਜਨਾ ਆਯੋਗ ਨੇ ਪੰਚਵਰਸ਼ੀ ਯੋਜਨਾ ਵੀ ਚਲਾਈ ਹੋਈ ਸੀ, 5 ਈਅਰ ਪਲਾਨ, 5 ਈਅਰ ਪਲਾਨਸ, ਪੰਚਵਰਸ਼ੀ ਯੋਜਨਾ। ਇਹ 5 ਈਅਰ ਪਲਾਨ ਆਪਾਂ ਨੇ ਕਿਹੜੇ ਦੇਸ਼ ਤੋਂ ਲਏ ਸੀ? ਰਸ਼ੀਆ ਤੋਂ ਲਏ ਸੀ, ਰੂਸ ਤੋਂ। ਇਹ ਸਾਰੇ ਪੁਆਇੰਟ ਯਾਦ ਰੱਖਣ ਵਾਲੇ ਹੁੰਦੇ ਆ। ਠੀਕ ਹੈ, ਬਾਕੀ ਦੇ ਪੁਆਇੰਟ ਆਪਾਂ ਹੋਰ ਕਿਸੇ ਵੀਡੀਓ 'ਚ ਹੋਰ ਕਿਸੇ ਕੁਐਸਚਨ 'ਚ ਡਿਸਕਸ ਕਰ ਲਾਂਗੇ। ਨੈਕਸਟ ਆ ਜਾਓ ਬਈ। ਭਾਰਤੀ ਸੰਵਿਧਾਨ ਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਲੇਖ ਪ੍ਰੈਸ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ? ਓਕੇ, ਬਹੁਤ ਵਧੀਆ ਕੁਐਸਚਨ ਹੈ। ਫਰੀडम ਜਿਹੜੀ ਮਿਲੀ ਹੋਈ ਹੈ ਪ੍ਰੈਸ ਨੂੰ, ਲਿਖ ਦਿੰਦੇ ਆ ਕੁਝ ਵੀ, ਹਨਾ, ਜੋ ਇਹਨਾਂ ਦੇ ਮਨ ਦੇ ਵਿੱਚ ਆਏ। ਇਹ ਕਿਹੜੇ ਆਰਟੀਕਲ ਦੇ ਵਿੱਚ ਹੈ? ਮਤਲਬ ਇਹ ਬੋਲਣ ਦੇ ਆਰਟੀਕਲ ਦੇ ਵਿੱਚ ਆਊਗਾ। ਰਾਈਟ ਟੂ ਜਿਹੜੀ ਫਰੀडम ਸਪੀਚ ਐਂਡ ਐਕਸਪ੍ਰੈਸ਼ਨ ਹੈ, ਇਹ ਆਰਟੀਕਲ 19 ਦੀ ਗੱਲ ਹੋ ਰਹੀ ਹੈ। ਠੀਕ ਹੈ, ਹੋਰ ਜੇ ਡਿਟੇਲ 'ਚ ਪੁੱਛਿਆ ਜਾਏ ਤਾਂ 19(1)(a), 19(1)(a। ਠੀਕ ਹੈ, 19(1)(a), ਇਹ ਹੈਗਾ ਪੂਰਾ ਆਰਟੀਕਲ। ਠੀਕ ਹੈ, ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਇਹ ਸਾਰਾ ਕੁਝ। ਨੈਕਸਟ ਆ ਜਾਓ ਬਈ। 42ਵਾਂ ਸੰਸ਼ੋਧਨ ਕਦੋਂ, ਕਿਸ ਸਾਲ 42ਵੇਂ ਸੰਸ਼ੋਧਨ ਰਾਹੀਂ ਨਾਗਰਿਕਾਂ ਦੇ ਮੌਲਿਕ ਕਰਤੱਵਿਆਂ ਨੂੰ ਜੋੜਿਆ ਗਿਆ ਸੀ? ਨਾਗਰਿਕਾਂ ਨੂੰ ਜਿਹੜੇ ਮੌਲਿਕ ਕਰਤੱਵ ਮਿਲੇ ਹੋਏ ਆ ਉਹ ਕਿਹੜੇ ਸਾਲ ਜੋੜੇ ਗਏ ਆ? ਤਾਂ 42ਵਾਂ ਸੰਸ਼ੋਧਨ ਕਦੋਂ ਹੋਇਆ ਸੀ? 4 ਤੇ 2 6, ਯਾਨੀ 76। ਠੀਕ ਹੈ, 1976। ਠੀਕ ਹੈ, ਕਿਹੜੇ ਦੇਸ਼ ਤੋਂ ਆਪਾਂ ਨੇ ਲਏ ਆ ਮੌਲਿਕ ਕਰਤੱਵ? ਤਾਂ ਮੌਲਿਕ ਕਰਤੱਵ ਯਾਨੀ ਫੰਡਾਮੈਂਟਲ ਡਿਊਟੀਜ਼ ਜਿਹੜੀ ਹੈਗੀਆਂ ਆਪਾਂ ਨੇ USSR ਤੋਂ ਲਈਆਂ ਨੇ। ਕਿੰਨੀ ਲਈ ਸੀ? ਸਟਾਰਟਿੰਗ ਦੇ ਵਿੱਚ 10 ਸੀਗੀ, ਐਟ ਪ੍ਰੈਜ਼ੈਂਟ 11 ਹੈ। ਕਿਹੜੀ ਕਮੇਟੀ ਸੀਗੀ? ਸਵਰਨ ਸਿੰਘ ਕਮੇਟੀ। ਨੈਕਸਟ ਆ ਜਾਓ ਬਈ। ਇਨ ਵਿਚ ਸਿਟੀ ਰੈਸੇਨਾ ਹਿਲ ਵੇਅਰ ਦੀ ਪ੍ਰੈਜ਼ੀਡੈਂਸ਼ੀਅਲ ਪੈਲੇਸ ਇਜ਼ ਲੋਕੇਟਡ, ਜਿੱਥੇ ਰਾਸ਼ਟਰਪਤੀ ਰਹਿੰਦਾ ਹੈ ਬਈ, ਉਹ ਰੈਸੇਨਾ ਹਿਲ ਕਿੱਥੇ ਹੈ? ਦਿੱਲੀ। ਕਾਮਨ, ਬਿਲਕੁਲ ਸਿੰਪਲ ਜੇ ਕੁਐਸਚਨ ਹੈ। ਕਿਹਨੇ ਡਿਜ਼ਾਈਨ ਕਰਿਆ ਸੀਗਾ ਇਹ? ਰਾਸ਼ਟਰਪਤੀ ਭਵਨ ਡਿਜ਼ਾਈਨ ਕਰਿਆ ਸੀਗਾ ਬਈ ਲੁਟੀਅਨਸ ਨੇ। ਇਹ ਵਰਡ, ਇਸ ਵਰਡ ਤੇ ਫੋਕਸ ਰੱਖਣਾ, ਲੁਟੀਅਨਸ। ਠੀਕ ਹੈ, ਇਹਨੇ ਡਿਜ਼ਾਈਨ ਕਰਿਆ ਸੀ। ਠੀਕ ਹੈ, ਯਾਦ ਰੱਖਣਾ। ਹੁਣ ਜਿਹੜੀ ਨਵੀਂ ਪਾਰਲੀਮੈਂਟ ਬਣ ਰਹੀ ਹੈ ਉਹਦਾ ਕੀ ਨਾਂ ਹੈ? ਨਵੀਂ ਪਾਰਲੀਮੈਂਟ ਬਣ ਰਹੀ ਹੈ ਨਾ, ਉਹਦਾ ਨਾਂ ਕੀ ਹੈ? ਉਹਦਾ ਡਿਜ਼ਾਈਨਰ ਕੌਣ ਹੈ? ਪਤਾ ਕਰਕੇ ਰੱਖੋ, ਕੁਐਸਚਨ ਆਏਗਾ। ਠੀਕ ਹੈ, ਨੈਕਸਟ ਹੈ ਜੀ। ਇੱਕ ਰਾਸ਼ਟਰਪਤੀ ਆਰਡੀਨੈਂਸ ਜਾਂ ਅਧਿਆਦੇਸ਼ ਜਿਹੜਾ ਜਾਰੀ ਕਰਦਾ ਹੈ ਕਿੰਨੇ ਮਹੀਨਿਆਂ ਲਈ ਲਾਗੂ ਰਹਿੰਦਾ ਹੈ? ਆਰਡੀਨੈਂਸ ਜਾਰੀ ਕਰ ਸਕਦਾ ਹੈ ਰਾਸ਼ਟਰਪਤੀ। ਰਾਸ਼ਟਰਪਤੀ ਆਰਡੀਨੈਂਸ ਜਾਰੀ ਕਰ ਸਕਦਾ ਹੈ। ਆਰਡੀਨੈਂਸ ਦਾ ਆਰਟੀਕਲ ਹੈਗਾ ਆਰਟੀਕਲ 1, 2, 3। ਰਾਸ਼ਟਰਪਤੀ ਜਿਹੜਾ ਆਰਡੀਨੈਂਸ ਜਾਰੀ ਕਰਦਾ ਉਹਦਾ ਆਰਟੀਕਲ ਹੈਗਾ 1, 2, 3। ਆਰਡੀਨੈਂਸ ਜਿਹੜਾ ਜਾਰੀ ਹੁੰਦਾ ਹੈ ਉਹ ਜ਼ਿਆਦਾ, ਦੇਖੋ ਆਪਸ਼ਨ ਦੇ ਵਿੱਚ 6 ਮਹੀਨੇ ਲਿਖਿਆ ਹੋਇਆ ਤਾਂ ਉਹ ਰਾਈਟ ਆਨਸਰ ਹੋ ਗਿਆ 6 ਮਹੀਨੇ। ਜੇ ਆਪਸ਼ਨ ਦੇ ਵਿੱਚ 6 ਮਹੀਨੇ ਪਲੱਸ 6 ਵੀਕ ਵੀ ਹੁੰਦਾ ਤਾਂ ਰਾਈਟ ਆਨਸਰ ਇਹ ਹੋ ਜਾਣਾ ਸੀਗਾ, ਕਿਉਂਕਿ ਇੱਕ ਆਰਡੀਨੈਂਸ ਜ਼ਿਆਦਾ ਤੋਂ ਜ਼ਿਆਦਾ 6 ਮਹੀਨੇ 6 ਵੀਕ ਤੱਕ ਰਹਿ ਸਕਦਾ ਹੈ। ਆਰਡੀਨੈਂਸ ਕੀ ਹੁੰਦਾ? ਜਦੋਂ ਰਾਸ਼ਟਰਪਤੀ ਨੂੰ ਕੋਈ ਅਰਜੈਂਟ ਕਾਨੂੰਨ ਹੈ ਕੋਈ ਬਣਾਉਣਾ ਪੈ ਜੇ, ਹਨਾ, ਜਾਂ ਸਰਕਾਰ ਨੂੰ ਕੋਈ ਅਰਜੈਂਟ ਕਾਨੂੰਨ ਬਣਾਉਣਾ ਪੈ ਜੇ ਤਾਂ ਉਹ ਰਾਸ਼ਟਰਪਤੀ ਨੂੰ ਕਹਿ ਕੇ ਕਾਨੂੰਨ ਬਣਵਾ ਲੈਂਦੇ ਆ। ਜੇ ਕਾਨੂੰਨ ਵੈਸੇ ਬਣਾਉਣਾ ਹੁੰਦਾ ਹੈ ਨਾ ਤਾਂ ਉਹ ਲੋਕ ਸਭਾ ਤੋਂ ਪਾਸ ਹੁੰਦਾ ਹੈ, ਫਿਰ ਰਾਜ ਸਭਾ ਤੋਂ ਪਾਸ ਹੁੰਦਾ ਹੈ, ਫਿਰ ਰਾਸ਼ਟਰਪਤੀ ਸਾਈਨ ਕਰਦਾ ਹੈ, ਫਿਰ ਜਾ ਕੇ ਕੋਈ ਕਾਨੂੰਨ ਬਣਦਾ ਹੈ।
बट जो लोक सभा भी नहीं चल रही, राज्य सभा भी नहीं चल रही, कहने का मतलब है कोई सैशन नहीं चल रहा, तो सरकार की करती है सीधा राष्ट्रपति तो कानून बनवा देंगी है, उन्होंने आप ऑर्डीनेंस कहते हैं। ठीक है, वो ज़्यादा तो ज़्यादा 6 महीने चल सकता है, 6 महीने प्लस 6 वीक चल सकते हैं। ठीक, तो आप ऑप्शन के हिसाब नाल 6 महीने इत्थे करें। हाँ जी, राज्य सभा का चेयरमैन कौन होंगे, तो बिल्कुल सिंपल जिहा क्वेश्चन है, जो भी देश का वाइस प्रेजिडेंट होंगे वो ऐटोमैटिकली देश राज्य सभा का चेयरमैन होंगे। जो भी देश का वाइस प्रेजिडेंट होंगे वो ऐटोमैटिकली राज्य सभा का चेयरमैन होंगे भाई। क्लीयर है? ठीक है। इस समय भारत में कितनी उच्च अदालत हैं? उच्च अदालत मतलब हाई कोर्ट, उच्च अदालत, हाई कोर्ट, सर्वोच्च अदालत, सुप्रीम कोर्ट। तो सुप्रीम कोर्ट तो एक हैगी दिल्ली दे विच, बाकी हर स्टेटां दी लगभग हर स्टेट की अपनी एक हाई कोर्ट होंदी है, कुछ स्टेटां नूं छड्ड के या फिर 2 स्टेटां नूं मिला के एक दी हो जाती है, जिवें अपना पंजाब हरियाणा हो गया। ठीक है, तो इस टाइम हैगी भाई 25, इस टाइम हैगी 25 हाई कोर्ट। ठीक है, याद रखना है। हाई कोर्ट का आर्टिकल की है? हाई कोर्ट का आर्टिकल हैगा आर्टिकल 214। हाई कोर्ट का आर्टिकल की है? आर्टिकल 214 भाई। हाँ जी, इस आर्टिकल के तहत सुप्रीम कोर्ट को अपने फैसले की समीक्षा करने की शक्ति है, यानी जी अपनी जजमेंट सुप्रीम कोर्ट ने दी है वो अपनी जजमेंट को दोबारे रिव्यू कर सकती है सुप्रीम कोर्ट, तो जो चेंज करना है ना सुप्रीम कोर्ट अपने फैसले को, अपनी जजमेंट को भी चेंज कर सकती है, कोई इशू नहीं है। ये आर्टिकल हैगा आर्टिकल 137, आर्टिकल 137 बहुत इंपोर्टेंट है, याद रखना है। नैक्सट, लोक लेखा कमेटी विच किन्ने मैंबर होंगे हैं, यानी पब्लिक अकाउंट कमेटी यानी पैक PAC, इस कमेटी विच किन्ने मैंबर होंगे हैं? तो इस कमेटी के विच मैंबर होंगे हैं बई 12। इस कमेटी के विच मैंबर किन्ने होंगे हैं? 12। तो इस कमेटी के विच 12 मैंबर जिहड़े होंगे हैं, लोक सभा तो किन्ने आते हैं? लोक सभा तो आते हैं 15 मैंबर, राज्य सभा तो आते हैं 7 मैंबर। ठीक है, 7 5 22, मैं पहला 12 बोल रहा सी, 22 है बई आंसर। ठीक है, मे बी मैनू लगे कि मैं 12 बोलिया। तो लोक लेखा समिति विच किन्ने मैंबर होंगे हैं? लोक लेखा समिति के विच 22 मैंबर होंगे हैं, किन्ने? 22। ठीक है, 22 मैंबर होंगे हैं बई, 15 जिहड़े होंगे हैं लोक सभा तो आते हैं, 7 जिहड़े होंगे हैं वो राज्य सभा तो आते हैं। ठीक है, इस कमेटी का जिहड़ा चेयरमैन होंगे, लोक लेखा कमेटी यानी पब्लिक अकाउंट कमेटी का जिहड़ा भी चेयरमैन होंगे वो चेयरमैन होंगे विपक्षी दल का, विपक्षी दल का जिहड़ा नेता होंगे वही होंगे चेयरमैन इहदा। ठीक है, याद रखना है। नैक्सट, मनी बिल आलवेज इंट्रोड्यूस ऑन द रिकमेंडेशन ऑफ, मनी बिल जिहड़ा हुंदा ओह किहदी सिफारिशां ते आंदा है? तो मनी बिल हमेशा, मैं तुहानूं पहलां कहा, मनी बिल हमेशा 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 राष्ट्रपति के कहण ते ही आंदा है। राष्ट्रपति हो गया प्रेजिडेंट, तो मनी बिल हमेशा लोक सभा दे विच ही आंदा है, तो हमेशा लोक सभा का स्पीकर ही डिसाइड करता कि कोई बिल मनी बिल है या नहीं है। ठीक है, मनी बिल के आर्टिकल भी मैं तुहानूं दस्से 109 तो 110। ठीक है, एक बार ये देखो तुसी क्वेश्चन, हाँ जी, राष्ट्रपति नूं माफ करने के अधिकार किस अनुच्छेद के अधीन हैं? राष्ट्रपति है जिहड़ा बई वो माफी दे सकता है, सज़ा माफ कर सकता है, कोई भी सज़ा होवे किन्नी भी वड्डी होवे सब कुछ माफ कर सकता है राष्ट्रपति। ये सारा कुछ हैगा बई आर्टिकल 72 दे विच, बहुत इंपोर्टेंट है, याद रखना है। राष्ट्रपति कोल किन्नी शक्तियां हैगियां माफ करने वाली? 5 हैगियां, 5 पार्डनिंग पावर्स, पार्डनिंग पावर्स इनू कहा जाता है बई, पार्डनिंग पावर्स किन्नी हैगी 5, किहड़ा आर्टिकल है? आर्टिकल 72, बहुत ही इंपोर्टेंट है। ठीक है, किन्नी भी वड्डी सज़ा होवे, देशद्रोह होवे, कोर्ट मार्शल होवे, कुछ भी होवे माफ कर सकते। उस तो बाद बई किस देश तो भारत के राष्ट्रपति के महाभियोग का तरीका लिया गया? महाभियोग मतलब इंपीचमेंट, इंपीचमेंट करने का तरीका। इंपीचमेंट होंगे अपनी पोस्ट तो कढ़ना, हटाना। ठीक है, यानी जो राष्ट्रपति सानू हटाना पै गया धक्के नाल, उन्होंने बोलांगे आप इंपीचमेंट। महाभियोग हिंदी का वर्ड हो गया, महादोष भी आ जाता है कई बार। ठीक है, महाभियोग या महादोष ये अपने लिया बई अमेरिका तो, कितों लिया? अमेरिका तो। ठीक है, यदा आर्टिकल की है इंपीचमेंट का? आर्टिकल है 61, आर्टिकल की है 61। तो राष्ट्रपति को हटाने का प्रोसैस कितों शुरू होंगे है? लोक सभा तो या फिर राज्य सभा तो? दोनों तो शुरू हो सकता है, भावें लोक सभा तो कर लो भावें राज्य सभा तो कर लो। ठीक है, तो कई बार क्वेश्चन आ जाता है कि राष्ट्रपति के महाभियोग का प्रोसैस शुरू करने तो किन्ने दिन पहला नोटिस है जो चले जाता है, एडवांस नोटिस देना पैंदा है राष्ट्रपति को या फिर जो भी पार्लीमेंट है, किन्ने दिनों का एडवांस नोटिस जाता है? 14 दिनों का, 14 दिनों का एडवांस नोटिस जाता है भाई। नैक्सट आ जाओ, भारतीय संविधान का किहड़ा अनुच्छेद भारत के संसद के गठन नाल संबंधित है?
ਤਾਂ ਜਿਹੜੀ ਆਪਣੀ ਪਾਰਲੀਮੈਂਟ ਹੈ, ਸੰਸਦ ਆ, ਉਹ ਕਿਹੜੇ ਆਰਟੀਕਲ ਦੇ ਵਿੱਚ ਹੈ? ਤਾਂ ਆਪਣੀ ਸੰਸਦ, ਆਪਣੀ ਪਾਰਲੀਮੈਂਟ ਹੈਗੀ ਹੈ ਬਈ 79 ਆਰਟੀਕਲ ਦੇ ਵਿੱਚ। ਠੀਕ ਹੈ, 79 ਆਰਟੀਕਲ ਦੇ ਵਿੱਚ ਆਪਣੀ ਪਾਰਲੀਮੈਂਟ ਹੈਗੀ ਆ ਸੰਸਦ। ਤੇ ਪਾਰਲੀਮੈਂਟ ਦੇ ਕਿੰਨੇ ਹਿੱਸੇ ਆ ਬਈ? 3 ਹਿੱਸੇ ਆ। ਇੱਕ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਆ, ਇੱਕ ਹੈਗੀ ਹੈ ਰਾਜ ਸਭਾ ਤੇ ਇੱਕ ਹੈਗੀ ਹੈ ਲੋਕ ਸਭਾ। ਪਾਰਲੀਮੈਂਟ ਕਿਹੜੇ ਆਰਟੀਕਲ ਦੇ ਵਿੱਚ ਹੈ? 79 ਦੇ ਵਿੱਚ। ਠੀਕ ਹੈ, ਰਾਜ ਸਭਾ ਕਿਹੜੇ ਆਰਟੀਕਲ ਦੇ ਵਿੱਚ ਹੈ? ਆਰਟੀਕਲ 80 ਦੇ ਵਿੱਚ। ਲੋਕ ਸਭਾ ਕਿਹੜੇ ਆਰਟੀਕਲ ਦੇ ਵਿੱਚ ਹੈ? 81 ਦੇ ਵਿੱਚ। ਠੀਕ ਹੈ, ਓਕੇ। ਰਾਸ਼ਟਰਪਤੀ ਕਿਹੜੇ ਆਰਟੀਕਲ ਦੇ ਵਿੱਚ ਹੈ? ਰਾਸ਼ਟਰਪਤੀ ਆਰਟੀਕਲ ਦੇ ਵਿੱਚ ਹੈਗਾ 52। ਡਨ, ਠੀਕ ਹੈ, ਓਕੇ। ਅੱਛਾ, ਫਿਰ ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਸੀਟਾਂ ਦੀ ਗਿਣਤੀ ਕੀ ਹੈ? ਯਾਨੀ ਲੋਕ ਸਭਾ ਜਿਹੜੀ ਹੈਗੀ ਹੈ ਬਈ, ਉੱਥੇ ਰਿਜ਼ਰਵੇਸ਼ਨ ਹੈਗਾ ਆ, ਐਸਸੀਆਂ ਨੂੰ ਵੀ ਸੀਟਾਂ ਰਿਜ਼ਰਵ ਕਰੀ ਹੋਈਆਂ, ਐਸਸੀਆਂ ਵਾਸਤੇ ਵੀ ਤੇ ਐਸਟੀਆਂ ਵਾਸਤੇ ਵੀ ਕਰੀ ਹੋਈਆਂ। ਕਿੰਨੀ ਸੀਟਾਂ ਹੈਗੀਆਂ? ਇਹ ਅਕੋਰਡਿੰਗ ਟੂ ਵੈਸੇ ਪੋਪੂਲੇਸ਼ਨ ਹੈ, ਕਿਉਂਕਿ 10 ਸਾਲ ਬਾਅਦ ਜਦੋਂ ਜਨਗਣਨਾ ਹੁੰਦੀ ਹੈ ਤਾਂ ਜਿੰਨੀ ਐਸਸੀਆਂ ਦੀ ਪੋਪੂਲੇਸ਼ਨ ਹੈ ਉਸ ਹਿਸਾਬ ਨਾਲ ਸੀਟਾਂ ਰਿਜ਼ਰਵ ਕਰੀ ਹੋਈ ਹੈ। ਠੀਕ ਹੈ, ਬਟ ਇਹ ਹੈ ਕਿ ਹਰ ਜਨਗਣਨਾ ਤੋਂ ਬਾਅਦ ਇਹ ਚੇਂਜ ਨਹੀਂ ਹੁੰਦੀ ਹੈ। ਐਟ ਪ੍ਰੈਜ਼ੈਂਟ ਕਿੰਨੀ ਹੈਗੀਆਂ ਉਹ ਯਾਦ ਰੱਖੋ, ਹਾਲੇ 2026 ਤੱਕ ਚੇਂਜ ਵੀ ਨਹੀਂ ਹੋਣੀ, ਤਾਂ ਟੈਨਸ਼ਨ ਫਰੀ ਰਹੋ, ਤੁਹਾਡੇ ਪੇਪਰ ਤੋਂ ਪਹਿਲਾਂ ਚੇਂਜ ਨਹੀਂ ਹੁੰਦੀ। ਲੋਕ ਸਭਾ ਦੇ ਵਿੱਚ, ਹਾਂ, ਰਾਜ ਸਭਾ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹੈ, ਇਹ ਵੀ ਯਾਦ ਰੱਖਣਾ ਹੈ। ਸੀਟਾਂ ਰਿਜ਼ਰਵ ਸਿਰਫ ਲੋਕ ਸਭਾ ਦੇ ਵਿੱਚ ਹੈ। ਜੇ ਪਾਰਲੀਮੈਂਟ ਦੀ ਗੱਲ ਕਰੀਏ ਜਾਂ ਸਟੇਟ ਦੀ ਗੱਲ ਕਰੀਏ ਤਾਂ ਸਿਰਫ ਜਿਹੜਾ ਵਿਧਾਨ ਸਭਾ ਹੁੰਦੀ ਹੈ ਉੱਥੇ ਰਿਜ਼ਰਵ ਹੈ। ਤਾਂ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਸੀਟਾਂ ਰਿਜ਼ਰਵ ਹੈਗੀਆਂ, ਐਸਸੀਆਂ ਵਾਸਤੇ 84 ਹੈ, ਐਸਟੀਆਂ ਵਾਸਤੇ 47 ਹੈ। ਬਹੁਤ ਬਹੁਤ ਸੱਚੀ ਉਹ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਐਸਸੀਆਂ ਵਾਸਤੇ 84 ਸੀਟਾਂ ਰਿਜ਼ਰਵ ਹੈ ਤੇ ਐਸਟੀਆਂ ਵਾਸਤੇ 47 ਸੀਟਾਂ ਰਿਜ਼ਰਵ ਹੈ। ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਲੋਕ ਸਭਾ ਦੀ ਸੀਟਾਂ ਹੈਗੀਆਂ ਕਿੰਨੀ ਹੈ? ਭੁੱਲ ਗਿਆ ਮੈਂ ਤਾਂ, 13 ਹਨਾ, ਹਾਂ 13 ਹੈ। 13 ਸੀਟਾਂ ਹੈਗੀਆਂ ਬਈ, 13 ਵਿੱਚੋਂ 4 ਸੀਟਾਂ ਐਸਸੀਆਂ ਵਾਸਤੇ ਰਿਜ਼ਰਵ ਹੈ। 4 ਸੀਟਾਂ ਐਸਸੀਆਂ ਵਾਸਤੇ ਰਿਜ਼ਰਵ ਹੈ। ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਸੀਟਾਂ ਕਿੰਨੀ ਹੈ? ਲੈਜਿਸਲੇਟਿਵ ਅਸੈਂਬਲੀ ਦੀ 117। 117 ਵਿੱਚੋਂ ਐਸਸੀਆਂ ਵਾਸਤੇ 34 ਸੀਟਾਂ ਰਿਜ਼ਰਵ ਹੈ। ਠੀਕ ਹੈ, ਵਿਧਾਨ ਸਭਾ ਦੇ ਵਿੱਚ ਐਸਸੀਆਂ ਵਾਸਤੇ 34 ਹੈ, ਲੋਕ ਸਭਾ ਦੇ ਵਿੱਚ ਐਸਸੀਆਂ ਵਾਸਤੇ 4 ਸੀਟਾਂ ਰਿਜ਼ਰਵ ਹੈ ਪੰਜਾਬ ਦੇ ਕੇਸ ਦੇ ਵਿੱਚ। ਅਦਰਵਾਈਜ਼ ਨੈਸ਼ਨਲ ਲੈਵਲ ਤੇ 84 ਤੇ 47 ਐਸਸੀ ਐਸਟੀ ਯਾਦ ਰੱਖਣਾ। ਨੈਕਸਟ ਆ ਜਾਓ ਬਈ। ਓਹੋ, ਸੰਵਿਧਾਨ ਦੇ ਕਿਹੜੇ ਅਨੁਛੇਦ ਸਾਡੇ ਦੇਸ਼ ਵਿੱਚ ਚੋਣ ਪ੍ਰਣਾਲੀ ਦਾ ਪ੍ਰਬੰਧ ਕਰਦੇ ਹਨ? ਤਾਂ ਬਈ ਜਿਹੜਾ ਇਲੈਕਟੋਰਲ ਸਿਸਟਮ ਹੈ, ਇਲੈਕਸ਼ਨ ਵਾਲਾ ਸਿਸਟਮ ਹੈ, ਚੋਣ ਪ੍ਰਣਾਲੀ ਹੈ, ਉਹ ਕਿਹੜੇ ਆਰਟੀਕਲ ਤੋਂ ਸ਼ੁਰੂ ਹੋ ਕੇ ਕਿਹੜੇ ਆਰਟੀਕਲ ਤੇ ਖਤਮ ਹੁੰਦੀ ਹੈ? ਭਾਗ 15। ਸੰਵਿਧਾਨ ਦਾ ਭਾਗ 15 ਹੈ ਬਈ ਇਹ। ਠੀਕ ਹੈ, ਅਨੁਛੇਦ 324 ਤੋਂ ਲੈ ਕੇ 329 ਤੱਕ। ਠੀਕ ਹੈ, ਨੈਕਸਟ ਆ ਜਾਓ ਫਟਾਫਟ। ਠੀਕ ਹੈ, ਹਾਂਜੀ। ਖੇਤਰ ਦੇ ਅਨੁਸਾਰ ਆਮ ਚੋਣਾਂ ਵਿੱਚ ਸਭ ਤੋਂ ਛੋਟਾ ਲੋਕ ਸਭਾ ਖੇਤਰ ਕਿਹੜਾ ਹੈ? ਸਭ ਤੋਂ ਛੋਟਾ ਲੋਕ ਸਭਾ ਖੇਤਰ ਮਤਲਬ ਅਕੋਰਡਿੰਗ ਟੂ ਏਰੀਆ, ਆਬਾਦੀ ਦੇ ਹਿਸਾਬ ਨਾਲ ਨਹੀਂ, ਏਰੀਆ ਦੇ ਹਿਸਾਬ ਨਾਲ। ਤਾਂ ਇਹਦਾ ਰਾਈਟ ਆਨਸਰ ਹੈ ਬਈ ਫਿਰ ਚਾਂਦਨੀ ਚੌਕ। ਠੀਕ ਹੈ, ਦਿੱਲੀ ਦਾ ਚਾਂਦਨੀ ਚੌਕ ਦਾ ਜਿਹੜਾ ਇਲਾਕਾ ਹੈ ਉਹ ਬਹੁਤ ਜ਼ਿਆਦਾ ਛੋਟਾ ਹੈ, ਇੱਕ ਪੂਰੀ ਦੀ ਪੂਰੀ ਲੋਕ ਸਭਾ ਦੀ ਸੀਟ ਹੈ ਉਹ। ਠੀਕ ਹੈ, ਬਸ ਉੱਥੇ ਆਬਾਦੀ ਜ਼ਿਆਦਾ ਹੈ। ਹਾਂਜੀ, ਭੰਗ ਲੋਕ ਸਭਾ ਦੇ ਆਖਰੀ ਸੈਸ਼ਨ ਤੇ ਲੋਕ ਸਭਾ ਦੇ ਵਾਪਸ ਬੁਲਾਉਣ ਦੇ ਵਿਚਕਾਰ ਅਧਿਕਤਮ ਮਿਆਦ ਕਿੰਨੀ ਹੋ ਸਕਦੀ ਹੈ? ਤਾਂ ਕਹਿਣ ਦਾ ਮਤਲਬ ਹੈ ਲੋਕ ਸਭਾ ਦੇ ਜਿਹੜੇ ਸੈਸ਼ਨ ਚੱਲਦੇ ਆ, ਇੱਕ ਸਾਲ ਦੇ ਵਿੱਚ 3 ਸੈਸ਼ਨ ਹੁੰਦੇ ਆ ਲੋਕ ਸਭਾ ਦੇ। ਇੱਕ ਸਾਲ ਦੇ ਵਿੱਚ ਕਿੰਨੇ ਸੈਸ਼ਨ ਹੁੰਦੇ ਆ ਲੋਕ ਸਭਾ ਦੇ? 3 ਹੁੰਦੇ ਆ। ਤਾਂ 2 ਸੈਸ਼ਨਾਂ ਦੇ ਵਿਚਕਾਰ ਵੱਧ ਤੋਂ ਵੱਧ ਗੈਪ ਕਿੰਨਾ ਹੋ ਸਕਦਾ ਹੈ? 2 ਸੈਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਗੈਪ ਹੈ ਜਿਹੜਾ ਉਹ ਹੋ ਸਕਦਾ 6 ਮਹੀਨੇ ਦਾ। ਯਾਦ ਰੱਖਣਾ ਹੈ, ਭਾਵੇਂ ਲੋਕ ਸਭਾ ਹੋਵੇ ਭਾਵੇਂ ਰਾਜ ਸਭਾ ਹੋਵੇ, ਗੈਪ 6 ਮਹੀਨੇ ਤੋਂ ਵੱਧ ਨਹੀਂ ਹੋ ਸਕਦਾ 2 ਸੈਸ਼ਨਾਂ ਦੇ ਵਿਚਕਾਰ। ਨੈਕਸਟ ਆ ਜਾਓ ਬਈ। ਕਿਸੇ ਵੀ ਰਾਜ ਦੇ ਮੁੱਖ ਮੰਤਰੀ ਬਣਨ ਦੇ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਜ਼ਰੂਰੀ ਹੈ? ਮੁੱਖ ਮੰਤਰੀ ਬਣਨ ਦੇ ਲਈ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ 25 ਸਾਲ। 25 ਸਾਲ। ਠੀਕ ਹੈ, ਯਾਦ ਰੱਖਣਾ ਹੈ ਬਈ। ਤੇ ਪ੍ਰਾਈਮ ਮਿਨਿਸਟਰ ਬਣਨ ਦੇ ਲਈ ਕਿੰਨੀ ਉਮਰ ਚਾਹੀਦੀ ਹੈ? ਦੱਸੋ ਜਰਾ ਕਮੈਂਟ ਕਰਕੇ, ਤੁਹਾਡੇ ਕਮੈਂਟ ਦੀ ਵੇਟ ਕਰਦਾ ਮੈਂ। ਠੀਕ ਹੈ, ਨੈਕਸਟ ਆ ਜਾਓ। ਹਾਂਜੀ, ਰਾਜ ਸਰਕਾਰ ਦੇ ਕਾਨੂੰਨੀ ਸਲਾਹਕਾਰ ਵਜੋਂ ਕੌਣ ਜਾਣੇ ਜਾਂਦੇ ਹਨ? ਕਾਨੂੰਨੀ ਸਲਾਹਕਾਰ ਤਾਂ ਰਾਜ ਸਰਕਾਰ ਦੀ ਗੱਲ ਹੋ ਰਹੀ ਹੈ, ਆਪਾਂ ਭਾਰਤ ਸਰਕਾਰ ਵਾਲਾ ਵੀ ਦੇਖਾਂਗੇ। ਠੀਕ ਹੈ, ਇੱਕ ਸਟੇਟ ਗਵਰਨਮੈਂਟ ਦਾ ਕਾਨੂੰਨੀ ਸਲਾਹਕਾਰ ਜਿਹੜਾ ਹੁੰਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਐਡਵੋਕੇਟ ਜਨਰਲ। ਕੀ ਬੋਲਦੇ ਹਾਂ? ਐਡਵੋਕੇਟ ਜਨਰਲ, ਕਾਨੂੰਨੀ ਸਲਾਹਕਾਰ। ਇਹ ਹੁੰਦਾ ਹੈ ਰਾਜ ਸਰਕਾਰ ਦਾ ਵਕੀਲ, ਜਿਹਦਾ ਕਿ ਆਰਟੀਕਲ ਹੈਗਾ ਆਰਟੀਕਲ 165। ਤੇ ਜੇ ਇੰਡੀਆ ਦੀ ਸਰਕਾਰ ਦੀ ਗੱਲ ਕਰੀਏ, ਦਾ ਲੀਗਲ ਐਡਵਾਈਜ਼ਰ ਆਫ ਦੀ ਯੂਨੀਅਨ ਗਵਰਨਮੈਂਟ, ਹੈ ਨਾ, ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਤਾਂ ਫਿਰ ਆਨਸਰ ਹੋ ਜਾਏਗਾ ਅਟੋਰਨੀ ਜਨਰਲ, ਜਿਹਦਾ ਕਿ ਆਰਟੀਕਲ ਹੈਗਾ ਆਰਟੀਕਲ 76। ਠੀਕ ਹੈ, ਯਾਦ ਰੱਖਣਾ ਹੈ। ਇਹ ਰਾਜ ਸਰਕਾਰ ਦਾ ਵਕੀਲ ਹੁੰਦਾ ਹੈ ਐਡਵੋਕੇਟ ਜਨਰਲ,
ਤੇ ਇਹ ਅਟਾਰਨੀ ਜਨਰਲ ਹੈਗਾ ਜਿਹੜਾ ਇਹ ਸੈਂਟਰ ਦੀ ਸਰਕਾਰ ਦਾ ਵਕੀਲ ਹੁੰਦਾ ਹੈ। ਸਰਕਾਰ ਨੂੰ ਕੋਈ ਵੀ ਸਲਾਹ ਮਸ਼ਵਰਾ ਕਰਨਾ ਹੈ ਕਾਨੂੰਨੀ ਮਾਮਲੇ ਦੇ ਉੱਤੇ ਤਾਂ ਸੈਂਟਰ ਵਾਲੀ ਅਟਾਰਨੀ ਜਨਰਲ ਤੋਂ ਕਰੇਗੀ, ਸਟੇਟ ਵਾਲੀ ਐਡਵੋਕੇਟ ਜਨਰਲ ਤੋਂ ਕਰੇਗੀ। ਸਮਝਿਓ ਗੱਲ ਬਈ? ਓਕੇ ਠੀਕ ਹੈ। ਨੈਕਸਟ ਆ ਜਾਓ ਫਿਰ ਫਟਾਫਟ। ਭਾਰਤ ਵਿੱਚ ਮੋਬਾਈਲ ਕੋਰਟ ਕਿਸ ਦੀ ਸਲਾਹ ਹੈ? ਠੀਕ ਹੈ, ਭਾਰਤ ਦੇ ਵਿੱਚ ਜਿਹੜੀ ਮੋਬਾਈਲ ਕੋਰਟ ਆਈ ਹੈ, ਮੋਬਾਈਲ ਕੋਰਟ ਇਹ ਨਹੀਂ ਕਿ ਕੋਈ ਮੋਬਾਈਲ ਦੇ ਉੱਤੇ ਕੋਰਟ ਚੱਲ ਰਹੀ ਹੈ, ਮੋਬਾਈਲ ਦਾ ਮਤਲਬ ਹੁੰਦਾ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਹੈ। ਠੀਕ ਹੈ, ਪਿੰਡਾਂ ਦੇ ਵਿੱਚ। ਠੀਕ ਹੈ, ਮੋਬਾਈਲ ਕੋਰਟ ਇਹ ਹੈਗਾ ਬਈ ਜਸਟਿਸ ਭਗਵਤੀ ਦਾ ਆਈਡੀਆ। ਠੀਕ ਹੈ, ਜਸਟਿਸ ਭਗਵਤੀ ਜਾਂ PN ਭਗਵਤੀ, ਜਸਟਿਸ PN ਭਗਵਤੀ ਦਾ ਆਈਡੀਆ ਹੈ ਮੋਬਾਈਲ ਕੋਰਟ। ਉਸ ਤੋਂ ਬਾਅਦ ਬਈ ਕਿਹੜਾ ਅਨੁਛੇਦ ਅਨੁਸੂਚਿਤ ਜਾਤੀਆਂ ਦੇ ਲਈ ਰਾਸ਼ਟਰੀ ਕਮਿਸ਼ਨ ਦੇ ਨਾਲ ਸੰਬੰਧਿਤ ਹੈ? ਤਾਂ ਅਨੁਸੂਚਿਤ ਜਾਤੀਆਂ ਪੁੱਛਿਆ। ਠੀਕ ਹੈ, ਯਾਨੀ ਸ਼ਡਿਊਲ ਕਾਸਟ ਯਾਨੀ SC ਭਾਈਚਾਰੇ ਵਾਸਤੇ ਜਿਹੜਾ ਨੈਸ਼ਨਲ ਕਮਿਸ਼ਨ ਬਣਾਇਆ ਜਾ ਸਕਦਾ ਹੈ, ਰਾਸ਼ਟਰੀ ਆਯੋਗ ਬਣਾਇਆ ਜਾ ਸਕਦਾ ਹੈ, ਉਹਦਾ ਆਰਟੀਕਲ ਕੀ ਹੈ? ਤਾਂ ਉਹਦਾ ਆਰਟੀਕਲ ਹੈਗਾ ਬਈ ਆਰਟੀਕਲ 338। ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ। ਆਰਟੀਕਲ 338 ਯਾਦ ਰੱਖਣਾ ਹੈ ਬਈ। ਠੀਕ ਹੈ, SCਆਂ ਵਾਸਤੇ ਵੀ ਹੈਗਾ ਤਾਂ STਆਂ ਵਾਸਤੇ ਵੀ ਹੈਗਾ ਆ, ਹਨਾ, OBC ਵਾਸਤੇ ਵੀ ਹੈਗਾ ਆ। ਤਾਂ ਆਰਟੀਕਲ 338 A ਹੋ ਜਾਏਗਾ, ਇਹ 338 B ਹੋ ਜਾਏਗਾ OBCਆਂ ਵਾਸਤੇ। ਠੀਕ ਹੈ, ਯਾਦ ਰੱਖ ਲੈਣਾ ਹੈ। SCਆਂ ਵਾਸਤੇ ਤਾਂ 338 ਹੈਗਾ ਹੀ ਹੈ। ਇਹ ਕੌਣ ਬਣਾਉਂਦਾ ਹੈ? ਜਿਹੜਾ ਨੈਸ਼ਨਲ ਕਮਿਸ਼ਨ ਹੈ ਨਾ, ਇਹ ਸਾਰਾ ਕੁਝ ਤਾਂ ਇਹਨੂੰ ਕੌਣ ਅਪਾਇੰਟ ਕਰਦਾ ਹੈ? ਪ੍ਰੈਜ਼ੀਡੈਂਟ। ਅਪਾਇੰਟ ਕੌਣ ਕਰਦਾ ਹੈ? ਪ੍ਰੈਜ਼ੀਡੈਂਟ ਕਰਦਾ ਹੈ। ਤੁਹਾਨੂੰ ਪਤਾ ਹੀ ਹੈ ਸਾਰੀ ਅਪਾਇੰਟਮੈਂਟ ਜਿਹੜੀ ਹੈਗੀ ਹੈ ਘੁੰਮ ਫਿਰ ਕੇ ਰਾਸ਼ਟਰਪਤੀ ਕੋਲ ਪਹੁੰਚ ਜਾਂਦੀ ਹੈ। ਠੀਕ ਹੈ, ਆਰਟੀਕਲ 343 ਕੀ ਹੈ ਬਈ? ਇਹ ਚੀਜ਼ ਕੀ ਹੈ ਆਰਟੀਕਲ 343? ਇਹ ਹਿੰਦੀ ਲੈਂਗੁਏਜ ਦੀ ਗੱਲ ਕਰਦਾ ਹੈ। ਇਹ ਜਿਹੜੀ ਹਿੰਦੀ ਭਾਸ਼ਾ ਜਿਹੜੀ ਹੈਗੀ ਹੈ ਉਹ ਵੀ ਦੇਵਨਾਗਰੀ ਲਿਪੀ 'ਚ ਲਿਖੀ ਹੋਈ। ਦੇਵਨਾਗਰੀ ਲਿਪੀ ਦੇ ਵਿੱਚ ਜਿਹੜੀ ਆਪਾਂ ਹਿੰਦੀ ਲਿਖਦੇ ਆ ਨਾ, ਕ ਖ ਗ, ਜੋ ਵੀ ਹਿੰਦੀ ਲਿਖਦੇ ਆ ਉਹ ਦੇਵਨਾਗਰੀ ਲਿਪੀ ਹੁੰਦੀ ਹੈ। ਜਿਵੇਂ ਆਪਣਾ ਊੜਾ ਐੜਾ ਈੜੀ ਹੋ ਗਿਆ, ਇਹ ਗੁਰਮੁਖੀ ਲਿਪੀ ਹੈ, ਤਾਂ ਸੇਮ ਕ ਖ ਗ ਜਿਹੜਾ ਹੈਗਾ ਉਹ ਦੇਵਨਾਗਰੀ ਲਿਪੀ ਹੈ। ਤਾਂ ਹਿੰਦੀ ਜਿਹੜੀ ਦੇਵਨਾਗਰੀ ਲਿਪੀ ਦੇ ਵਿੱਚ ਹੈ ਉਹ ਓਫੀਸ਼ੀਅਲ ਲੈਂਗੁਏਜ ਹੈਗੀ ਹੈ ਦੇਸ਼ ਦੀ। ਓਫੀਸ਼ੀਅਲ ਲੈਂਗੁਏਜ ਹੈ, ਨੈਸ਼ਨਲ ਲੈਂਗੁਏਜ ਨਹੀਂ ਹੈ, ਕਨਫਿਊਜ਼ ਨਹੀਂ ਹੋਣਾ। ਨੈਸ਼ਨਲ ਲੈਂਗੁਏਜ ਅਲੱਗ ਹੁੰਦੀ ਹੈ ਜਿਹੜੀ ਕਿ ਆਪਣੇ ਦੇਸ਼ ਦੀ ਕੋਈ ਹੈਗੀ ਨਹੀਂ, ਓਫੀਸ਼ੀਅਲ ਲੈਂਗੁਏਜ ਹੈ। ਠੀਕ ਹੈ, ਉਸ ਤੋਂ ਬਾਅਦ ਬਈ ਇਹਨਾਂ ਵਿੱਚੋਂ ਕਿਹੜੇ ਸੰਵਿਧਾਨਿਕ ਸੰਸਥਾ ਨਹੀਂ ਹੈ? ਸੰਵਿਧਾਨਿਕ ਸੰਸਥਾ ਹੁੰਦੀ ਹੈ ਜਿਹਨੂੰ ਸੰਵਿਧਾਨ ਦੇ ਵਿੱਚ ਐਡ ਕਰਿਆ ਹੁੰਦਾ ਹੈ। ਠੀਕ ਹੈ, ਸੰਵਿਧਾਨ ਦੇ ਵਿੱਚ ਹੁੰਦੀ ਹੈ ਜਿਹਦੇ ਪ੍ਰੋਪਰ ਆਰਟੀਕਲ ਹੁੰਦੇ ਆ। ਤਾਂ ਇਹ ਆਪਸ਼ਨ ਹੈ ਥੋੜੇ ਜਿਹੇ ਉਲਟੇ ਸਿੱਧੇ ਪਏ ਹੋਏ ਆ ਇੱਥੇ। ਠੀਕ ਹੈ, ਦੇਖੋ ਸੰਵਿਧਾਨਿਕ ਸੰਸਥਾ ਨਹੀਂ ਹੈ ਇਹਨਾਂ ਨੇ ਪੁੱਛਿਆ, ਤਾਂ ਪਹਿਲੀ ਗੱਲ ਤਾਂ ਯੋਜਨਾ ਆਯੋਗ ਵੀ ਨਹੀਂ ਹੈਗੀ ਬਈ, ਹੁਣ ਤਾਂ ਯੋਜਨਾ ਆਯੋਗ ਰਿਹਾ ਹੀ ਨਹੀਂ। ਠੀਕ ਹੈ, ਤੇ ਨਾ ਇਹ ਹੈਗੀ ਬਈ। ਠੀਕ ਹੈ, ਇਹ ਵੀ ਹੈਗਾ ਆ, ਚੋਣ ਕਮਿਸ਼ਨ ਵੀ ਹੈਗਾ ਆ ਸੰਵਿਧਾਨਿਕ ਸੰਸਥਾ, ਤੇ ਅੰਤਰਰਾਜੀ ਪਰਿਸ਼ਦ ਵੀ ਹੈਗੀ ਹੈ ਸੰਵਿਧਾਨਿਕ ਸੰਸਥਾ। ਠੀਕ ਹੈ, ਇਹ ਦੋ ਨਹੀਂ ਸੀਗੇ ਬਈ। ਓਕੇ, ਜਿਹਦਾ ਜ਼ਿਕਰ ਸੰਵਿਧਾਨ ਦੇ ਵਿੱਚ ਨਹੀਂ ਹੈ, ਜਿਹਦਾ ਆਰਟੀਕਲ ਨਹੀਂ ਕੋਈ ਹੈ, ਉਹ ਸੰਵਿਧਾਨਿਕ ਸੰਸਥਾ ਨਹੀਂ ਹੈ ਬਈ, ਸੰਸਥਾ ਨਹੀਂ ਹੈ। ਠੀਕ ਹੈ, ਹਾਂਜੀ। ਭਾਰਤੀ ਸੰਸਦ ਦੀ ਸਭ ਤੋਂ ਵੱਡੀ ਕਮੇਟੀ ਕਿਹੜੀ ਹੈ? ਤਾਂ ਭਾਰਤੀ ਸੰਸਦ ਦੀ ਸਭ ਤੋਂ ਵੱਡੀ ਕਮੇਟੀ ਹੈਗੀ ਹੈ ਐਸਟੀਮੇਟ ਕਮੇਟੀ। ਕਿਹੜੀ ਕਮੇਟੀ ਹੈ? ਐਸਟੀਮੇਟ ਕਮੇਟੀ ਹੈ। ਇਹਦੇ ਚ 30 ਮੈਂਬਰ ਹੁੰਦੇ ਆ, 30 ਦੇ 30 ਲੋਕ ਸਭਾ ਦੇ ਹੁੰਦੇ ਆ। ਠੀਕ ਹੈ, ਯਾਦ ਰੱਖਣਾ ਹੈ 30 ਮੈਂਬਰ ਹੁੰਦੇ ਆ, 30 ਦੇ 30 ਲੋਕ ਸਭਾ ਤੋਂ ਹੁੰਦੇ ਆ। ਇਹਦਾ ਕੰਮ ਹੁੰਦਾ ਹੈ ਬਜਟ ਦੇ ਵਿੱਚ ਜੋ ਸਰਕਾਰ ਨੇ ਖਰਚਾ ਦੱਸਿਆ ਨਾ ਕਿ ਇੰਨਾ ਪੈਸਾ ਚਾਹੀਦਾ, ਇਹ ਕਰਾਂਗੇ ਉਹ ਕਰਾਂਗੇ, ਉਹ ਸਾਰਿਆਂ ਦੇ ਐਸਟੀਮੇਟ ਲਗਾਉਂਦੇ ਆ ਇਹ ਕਮੇਟੀ। ਠੀਕ ਹੈ, ਐਸਟੀਮੇਟ ਕਮੇਟੀ ਸਭ ਤੋਂ ਵੱਡੀ ਕਮੇਟੀ ਹੈ। ਨੈਕਸਟ ਹੈ ਜੀ, ਭਾਰਤ ਵਿੱਚ ਲੜਕੀਆਂ ਲਈ ਵਿਆਹ ਕਰਨ ਦੀ ਕਾਨੂੰਨੀ ਉਮਰ ਕੀ ਹੈ? ਤਾਂ ਪਹਿਲਾਂ ਸੀਗੀ 18 ਸਾਲ, ਹੁਣ ਤੁਹਾਨੂੰ ਪਤਾ ਹੈ ਨਿਊਜ਼ ਦੇ ਵਿੱਚ ਚੱਲਿਆ ਹੋਇਆ ਸੀਗਾ ਹਨਾ, 21 ਸਾਲ ਹੈ ਜਿਹੜੀ ਕਰੀ ਗਈ ਹੈ। ਠੀਕ ਹੈ, ਹੁਣ 21 ਸਾਲ ਹੋਈ ਹੈ। ਸਾਰਦਾ ਐਕਟ ਤੁਸੀਂ ਜ਼ਰੂਰ ਯਾਦ ਰੱਖਣਾ। ਸਾਰਦਾ ਐਕਟ ਸੰਬੰਧ ਕਿਹਦੇ ਨਾਲ ਹੈ? ਸਾਰਦਾ ਐਕਟ ਦਾ ਸੰਬੰਧ ਹੈਗਾ ਆ ਵਿਆਹ ਦੀ ਉਮਰ ਦੇ ਨਾਲ। ਠੀਕ ਹੈ, ਮਿਨੀਮਮ ਏਜ ਜਿਹੜੀ ਹੈਗੀ ਆ। ਠੀਕ ਹੈ, ਯਾਦ ਰੱਖਣਾ ਹੈ ਸਾਰਦਾ ਐਕਟ, ਸਾਰਦਾ ਐਕਟ। ਬਾਕੀ ਇਹਦੇ ਬਾਰੇ ਆਪਾਂ ਜਦੋਂ ਥੋੜੇ ਜਿਹੇ ਹੋਰ ਐਡਵਾਂਸ ਕੁਐਸਚਨ ਕਰਾਂਗੇ ਨਾ ਪੋਲਿਟੀ ਦੇ, ਦੇਖੋ ਪਿਛਲੀ ਵੀਡੀਓ ਸੀਗੀ ਉਹਦੇ ਚ ਵੀ ਬੇਸਿਕ ਜਿਹੇ ਕੁਐਸਚਨ ਸੀਗੇ, ਅੱਜ ਦੀ ਵੀਡੀਓ ਦੇ ਵਿੱਚ ਵੀ ਬੇਸਿਕ ਜਿਹੇ ਕੁਐਸਚਨ ਹੈ। ਯਾਨੀ 150 ਕੁਐਸਚਨ ਤੁਹਾਡੇ ਬੇਸਿਕ ਜਿਹੇ ਹੋ ਗਏ। ਕੱਲ 50 ਸੀਗੇ, ਅੱਜ ਆਪਾਂ ਨੇ 100 ਡਿਸਕਸ ਕਰ ਲਏ। 150 ਕੁਐਸਚਨ ਇਹ ਬੇਸਿਕ ਜਿਹੇ ਕੁਐਸਚਨ ਹੈ, ਤੁਹਾਡਾ ਮਤਲਬ ਸੰਵਿਧਾਨ ਦਾ ਬੇਸ ਜਿਹਾ ਬਣ ਗਿਆ। ਹੁਣ ਇਸ ਤੋਂ ਬਾਅਦ ਜਿਹੜੇ ਕੁਐਸਚਨ ਆਣਗੇ ਥੋੜੇ ਜਿਹੇ ਮਤਲਬ ਕਨਸੈਪਚੁਅਲ ਵੱਲ ਆਪਾਂ ਚੱਲਾਂਗੇ। ਠੀਕ ਹੈ, ਫਿਰ ਮੈਂ ਤੁਹਾਨੂੰ ਸਾਰਦਾ ਐਕਟ ਵਗੈਰਾ ਇਹ ਜਿਹੜੇ ਹਾਈ ਲੈਵਲ ਦੇ ਕੁਐਸਚਨ ਹੈ ਥੋੜੇ ਜਿਹੇ ਇਹ ਕਰਾਉਂ। ਉਸ ਤੋਂ ਬਾਅਦ ਬਈ ਇਸ ਰਾਜ ਵਿੱਚ ਪੰਚਾਇਤਾਂ ਦੀ ਚੋਣਾਂ ਕਿਸ ਦੁਆਰਾ ਕਰਾਈ ਜਾਂਦੀਆਂ ਹਨ? ਤਾਂ ਦੇਖੋ ਜੀ, ਪੰਚਾਇਤਾਂ ਦੀ ਚੋਣਾਂ ਹੋ ਗਈ ਜਾਂ ਨਗਰ ਪਾਲਿਕਾ ਦੀ ਚੋਣਾਂ ਹੋ ਗਈਆਂ, ਇਹ ਕਰਾਉਂਦੇ ਆ ਸਟੇਟ ਦਾ ਚੁਣਾਵ ਆਯੋਗ ਜਿਹੜਾ ਹੈਗਾ ਆ, ਰਾਜ ਦਾ ਚੋਣ ਕਮਿਸ਼ਨ ਆ ਜਿਹੜਾ ਉਹ ਕਰਾਉਂਦਾ ਹੈ। ਤਾਂ ਇਹਦਾ ਰਾਈਟ ਆਨਸਰ ਹੋ ਗਿਆ ਰਾਜ ਦਾ ਚੋਣ ਕਮਿਸ਼ਨ। ਠੀਕ ਹੈ, ਰਾਜ ਦਾ ਚੋਣ ਕਮਿਸ਼ਨ ਹੈ ਜਿਹੜਾ ਉਹ ਪੰਚਾਇਤਾਂ ਦੇ ਨਗਰ ਪਾਲਿਕਾ ਦੇ ਚੁਣਾਵ ਕਰਾਉਂਦਾ ਹੈ। ਇਸ ਤੋਂ ਉੱਪਰ ਦੇ ਚੁਣਾਵ ਜਿਹੜੇ ਹੁੰਦੇ ਆ ਜਿਵੇਂ MLA ਦੇ ਹੋ ਗਏ, ਉੱਥੋਂ ਫਿਰ ਕੌਣ ਸ਼ੁਰੂ ਹੋ ਜਾਂਦਾ ਹੈ? ਸੈਂਟਰ ਦਾ ਚੁਣਾਵ ਆਯੋਗ, ਸੈਂਟਰ ਦਾ ਚੋਣ ਕਮਿਸ਼ਨ ਯਾਨੀ ਕੇਂਦਰ ਚੋਣ ਕਮਿਸ਼ਨ। ਤਾਂ MLA ਦੇ ਚੁਣਾਵ ਕੌਣ ਕਰਾਉਂਦਾ? ਵਿਧਾਨ ਸਭਾ ਦੇ ਕੇਂਦਰ ਦਾ ਚੋਣ ਕਮਿਸ਼ਨ ਕਰਾਉਂਦਾ ਹੈ। ਉਸ ਤੋਂ ਥੱਲੇ ਹੁੰਦੀ ਹੈ ਪੰਚਾਇਤਾਂ, ਮਿਊਨਿਸਪੈਲਿਟੀਜ਼, ਉਹਨਾਂ ਦਾ ਚੁਣਾਵ ਕੌਣ ਕਰਾਉਂਦਾ? ਨਗਰ ਪਾਲਿਕਾ ਦਾ ਰਾਜ ਦਾ ਚੋਣ ਕਮਿਸ਼ਨ। ਓਕੇ, ਠੀਕ ਹੈ,
ਹਾਂਜੀ, ਸੁਪਰੀਮ ਕੋਰਟ ਦੇ ਜੱਜਾਂ ਦੀ ਉਮਰ ਕਿੰਨੀ ਮਤਲਬ ਹੁੰਦੀ ਹੈ ਜਿਹਦੇ ਤੇ ਉਹ ਰਿਟਾਇਰ ਹੋ ਜਾਂਦੇ ਆ? 62 ਸਾਲ। ਸੁਪਰੀਮ ਕੋਰਟ ਹੈ ਤਾਂ 65 ਹੈ ਬਾਈ। ਸੁਪਰੀਮ ਕੋਰਟ 65 ਹੈ, ਹਾਈ ਕੋਰਟ ਪੁੱਛਣ ਤਾਂ 62 ਹੈ। ਠੀਕ ਹੈ, ਹਾਈ ਕੋਰਟ ਦੇ ਜੱਜ 62 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੁੰਦੇ ਆ, ਸੁਪਰੀਮ ਕੋਰਟ ਦੇ 65 ਦੀ ਉਮਰ ਦੇ ਵਿੱਚ ਰਿਟਾਇਰ ਹੋ ਜਾਂਦੇ ਆ। ਕੋਈ ਫਿਕਸ ਕਾਰਜਕਾਲ ਨਹੀਂ ਇਹਨਾਂ ਦਾ ਹੁੰਦਾ। ਠੀਕ ਹੈ, ਬਸ ਜਦੋਂ ਇਹ 65 ਦੇ ਹੋਏ ਰਿਟਾਇਰ ਹੋ ਜਾਣਗੇ, ਜਾਂ ਜਿਹੜੇ ਹਾਈ ਕੋਰਟ ਵਾਲੇ 62 ਤੇ ਹੋਏ ਰਿਟਾਇਰ ਹੋ ਜਾਣਗੇ, ਭਾਵੇਂ ਬਣੇ ਨੂੰ ਇੱਕ ਦਿਨ ਕਿਉਂ ਨਾ ਹੋਇਆ ਹੋਵੇ। ਠੀਕ ਹੈ, ਜਾਂ ਬਣੇ ਨੂੰ ਹਲੇ 10 ਸਾਲ ਕਿਉਂ ਨਾ ਹੋ ਗਏ ਹੋਣ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਨੈਕਸਟ ਆ ਜਾਓ ਫਟਾਫਟ। ਸੰਸਦ ਦੇ ਹੇਠਲੇ ਸਦਨ ਵਿੱਚ ਕੁੱਲ ਕਿੰਨੀ ਸੀਟਾਂ ਹਨ? ਹੇਠਲਾ ਸਦਨ ਕਿਹੜਾ ਹੁੰਦਾ ਹੈ? ਹੇਠਲਾ ਯਾਨੀ ਲੋਅਰ ਹਾਊਸ ਹੁੰਦਾ ਹੈ ਲੋਕ ਸਭਾ। ਲੋਕ ਸਭਾ, ਠੀਕ ਹੈ, ਇਹਦੇ ਵਿੱਚ ਕਿੰਨੀ ਸੀਟਾਂ ਹਨ ਬਈ? ਤਾਂ ਇਹਦੇ ਵਿੱਚ ਹੈਗੀਆਂ ਬਈ 552 ਸੀਟਾਂ। ਕਿੰਨੀ ਹਨ ਪੁੱਛੇ ਇਹਨਾਂ ਨੇ, ਹਨਾ, ਹਨ। ਠੀਕ ਹੈ, ਦੇਖੋ ਪਤਾ ਕੀ ਚੱਕਰ ਹੈ, ਲੋਕ ਸਭਾ ਦੇ ਵਿੱਚ ਮੈਕਸਿਮਮ ਸੀਟਾਂ ਹੋ ਸਕਦੀਆਂ 552 ਇਹ ਹੋ ਸਕਦੀ ਹੈ ਮੈਕਸਿਮਮ ਸੀਟਾਂ। ਤੇ ਐਟ ਪ੍ਰੈਜ਼ੈਂਟ ਕਿੰਨੀ ਹੈਗੀਆਂ ਬਈ? ਐਟ ਪ੍ਰੈਜ਼ੈਂਟ ਹੈਗੀਆਂ 545। ਬਸ ਮੈਂ ਤੁਹਾਨੂੰ ਦੋਨੇ ਦੱਸਦੇ। ਹੁਣ ਦੇਖੋ ਇਹਨਾਂ ਨੇ ਪੁੱਛਿਆ ਕਿ ਕਿੰਨੀ ਹਨ, ਤਾਂ ਹਨ ਤਾਂ ਬਈ 545 ਹੈ, ਬਟ 545 ਤਾਂ ਆਪਸ਼ਨ 'ਚ ਹੈਗਾ ਹੀ ਨਹੀਂ। ਤਾਂ ਫਿਰ ਇਹਦਾ ਮਤਲਬ ਇਹ ਪੁੱਛ ਰਹੇ ਆ ਕਿ ਕਿੰਨੀ ਹੋ ਸਕਦੀਆਂ, ਹਨਾ, ਤਾਂ ਆਪਾਂ 552 ਕਰ ਦਾਂਗੇ, ਫਿਰ ਕੋਈ ਚੱਕਰ ਨਹੀਂ। ਬਸ ਇਹ ਤੁਸੀਂ ਆਪਣੇ ਮਾਈਂਡ ਦੇ ਵਿੱਚ ਕਲੀਅਰ ਰੱਖੋ, ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ 552 ਸੀਟਾਂ ਹੋ ਸਕਦੀਆਂ, ਬਟ ਇਹ ਹੁਣ ਹੈਗੀ ਹੈ 545। ਤੇ ਜੇ ਲੋਕ ਸਭਾ ਦੀ ਥਾਂ ਤੇ ਰਾਜ ਸਭਾ ਪੁੱਛਿਆ ਜਾਵੇ, ਠੀਕ ਹੈ ਨਾ, ਰਾਜ ਸਭਾ ਦੇ ਵਿੱਚ ਮੈਕਸਿਮਮ ਸੀਟਾਂ ਕਿੰਨੀ ਹੋ ਸਕਦੀਆਂ? 250। ਤੇ ਐਟ ਪ੍ਰੈਜ਼ੈਂਟ ਕਿੰਨੀ ਹੈਗੀਆਂ? ਐਟ ਪ੍ਰੈਜ਼ੈਂਟ ਹੈਗੀਆਂ ਭਾਈ 245। ਓਕੇ, ਠੀਕ ਹੈ ਨਾ, ਕਲੀਅਰ ਹੈ ਇੱਥੋਂ ਤੱਕ? ਚਲੋ ਫਿਰ ਅੱਗੇ ਭਾਈ, ਲੋਕ ਸਭਾ ਦਾ ਪਹਿਲਾ ਸੈਸ਼ਨ ਕਦੋਂ ਹੋਇਆ ਸੀ? ਤਾਂ ਲੋਕ ਸਭਾ ਯਾਨੀ ਪਹਿਲਾ ਇਲੈਕਸ਼ਨ ਕਦੋਂ ਹੋਇਆ? 52 ਦੇ ਵਿੱਚ ਇਲੈਕਸ਼ਨ ਹੋਇਆ। ਇਲੈਕਸ਼ਨ ਹੋਣ ਤੋਂ ਬਾਅਦ ਰਿਜ਼ਲਟ ਆਇਆ, ਤੇ ਪਹਿਲੀ ਵਾਰ ਜਦੋਂ ਲੋਕ ਸਭਾ ਪ੍ਰੋਪਰ ਇਲੈਕਟ ਹੋ ਕੇ ਚੁਣ ਕੇ ਪਹੁੰਚੀ ਹੈ, ਠੀਕ ਹੈ ਨਾ, ਉਹ ਕਿਹੜੀ ਤਰੀਕ ਸੀ? 13 ਮਈ 1952। 13 ਮਈ 1952 ਇਹ ਪਹਿਲਾ ਸੈਸ਼ਨ ਸੀਗਾ ਵੀ ਲੋਕ ਸਭਾ ਦਾ ਆਪਣੇ ਦੇਸ਼ ਦੇ ਵਿੱਚ। ਇਸ ਤੋਂ ਪਹਿਲਾਂ ਜਿਹੜੀ ਲੋਕ ਸਭਾ ਸੀਗੀ ਉਹ ਤਾਂ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਦੇ ਦੁਆਰਾ ਹੀ ਉਹ ਚੁਣਾਵ ਕਰਾ ਕੇ ਬਣਾਏ ਗਏ ਸੀ, ਉਹਦੇ 'ਚ ਜਨਤਾ ਨੇ ਵੋਟ ਨਹੀਂ ਪਾਈ ਸੀ। ਠੀਕ ਹੈ, ਉਹ ਚੁਣਾਵ ਜਿਹੜੇ ਸੀਗੇ ਇਨਡਾਇਰੈਕਟ ਸੀਗੇ। ਫਿਰ ਸੰਵਿਧਾਨ ਲਾਗੂ ਹੋਇਆ 1950 ਦੇ ਵਿੱਚ, ਫਿਰ ਹੌਲੀ ਹੌਲੀ 1952 ਦੇ ਵਿੱਚ ਇਲੈਕਸ਼ਨ ਹੋਏ ਆ। 50 'ਚ ਸੰਵਿਧਾਨ ਲਾਗੂ ਹੋਇਆ, 51 'ਚ ਇਲੈਕਸ਼ਨ ਹੋਏ ਆ। ਇਲੈਕਸ਼ਨ ਹੋਣ ਤੋਂ ਬਾਅਦ ਫਿਰ 52 'ਚ ਇਲੈਕਸ਼ਨ ਖਤਮ ਹੋਏ, ਰਿਜ਼ਲਟ ਆਇਆ, ਪਹਿਲੀ ਲੋਕ ਸਭਾ ਬਣੀ, ਪਹਿਲਾ ਸੈਸ਼ਨ ਸ਼ੁਰੂ ਹੋਇਆ 13 ਮਈ 1952 ਨੂੰ। 489 ਸੀਟਾਂ ਦੇ ਉੱਤੇ ਇਲੈਕਸ਼ਨ ਹੋਇਆ ਸੀ, 489 ਸੀਟਾਂ ਦੇ ਉੱਤੇ, ਤੇ ਕਾਂਗਰਸ ਪਾਰਟੀ ਨੂੰ ਮੈਜੋਰਟੀ ਮਿਲੀ ਸੀਗੀ ਬਾਈ। ਠੀਕ ਹੈ, ਨੈਕਸਟ ਆ ਜਾਓ। ਲੋਕ ਸਭਾ ਦਾ ਸਭ ਤੋਂ ਲੰਬੇ ਸਮੇਂ ਲਈ ਸਪੀਕਰ ਬਣਿਆ ਰਹਿਣ ਵਾਲਾ ਵਿਅਕਤੀ ਕੌਣ ਸੀ? ਤਾਂ ਲੋਕ ਸਭਾ ਦੇ ਵਿੱਚ ਸਪੀਕਰ ਹੁੰਦੇ ਆ ਬਾਈ, ਠੀਕ ਹੈ, ਸਭ ਤੋਂ ਲੰਬੇ ਟਾਈਮ ਤੱਕ ਕੌਣ ਬਣ ਕੇ ਰਿਹਾ? ਬਲਰਾਮ ਜਾਖੜ। ਬਲਰਾਮ ਜਾਖੜ ਦਾ ਕਾਰਜਕਾਲ ਜਿਹੜਾ ਹੈਗਾ ਲੋਕ ਸਭਾ ਦੇ ਸਪੀਕਰ ਦੇ ਤੌਰ ਤੇ ਸਭ ਤੋਂ ਲੰਬਾ ਰਿਹਾ ਹੈ। ਠੀਕ ਹੈ, ਪਹਿਲਾ ਸਪੀਕਰ ਕੌਣ ਸੀਗਾ ਬਾਈ? ਪਹਿਲਾ ਸਪੀਕਰ ਸੀਗਾ ਜੀਵੀ ਮਾਵਲੰਕਰ, ਤੇ ਐਟ ਪ੍ਰੈਜ਼ੈਂਟ ਸਪੀਕਰ ਕੌਣ ਹੈ? ਓਮ ਬਿਰਲਾ। 17ਵੇਂ ਸਪੀਕਰ ਹੈ ਓਮ ਬਿਰਲਾ, ਕੋਟਾ ਰਾਜਸਥਾਨ ਤੋਂ MP ਹੈਗੇ ਆ ਉਹ। ਨੈਕਸਟ ਹੈ, ਲੋਕ ਸਭਾ ਵਿੱਚ ਇੱਕ ਸਾਲ ਵਿੱਚ ਕਿੰਨੇ ਸੈਸ਼ਨ ਹੁੰਦੇ ਹਨ? ਲੋਕ ਸਭਾ ਹੋਵੇ, ਰਾਜ ਸਭਾ ਹੋਵੇ, ਸੈਸ਼ਨ 3 ਹੀ ਹੁੰਦੇ ਆ। ਠੀਕ ਹੈ, ਕੀ ਕੋਈ ਸੈਸ਼ਨ ਹੈ ਜਿਹੜਾ ਕੈਂਸਲ ਕਰਿਆ ਜਾ ਸਕਦਾ ਹੈ? ਯਸ, ਆਪਾਂ ਸੈਸ਼ਨ ਨੂੰ ਕੈਂਸਲ ਕਰ ਸਕਦੇ ਹਾਂ, ਬਟ ਸ਼ਰਤ ਕੀ ਹੈ? 2 ਸੈਸ਼ਨਾਂ ਦੇ ਵਿਚਕਾਰ ਗੈਪ 6 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ। ਠੀਕ ਹੈ, ਯਾਦ ਰੱਖਣਾ ਹੈ। ਲੋਕ ਸਭਾ ਹੋਵੇ, ਰਾਜ ਸਭਾ ਹੋਵੇ, ਸੈਸ਼ਨ ਕਿੰਨੇ ਹੋ ਸਕਦੇ ਆ? 3 ਹੋ ਸਕਦੇ ਆ ਬਈ। ਨੈਕਸਟ ਹੈ ਜੀ, ਜਿਹੜਾ ਯੋਜਨਾ ਕਮਿਸ਼ਨ ਸੀਗਾ, ਹਨਾ, ਪਹਿਲਾਂ ਸੀਗਾ, ਹੁਣ ਤਾਂ ਹੈਗਾ ਨਹੀਂ। ਯੋਜਨਾ ਆਯੋਗ ਜਿਹੜਾ ਹੈਗਾ, ਪਲੈਨਿੰਗ ਕਮਿਸ਼ਨ ਪਹਿਲਾਂ ਸੀਗਾ, ਹੁਣ ਨਹੀਂ ਹੈਗਾ, ਹੁਣ ਤਾਂ ਕੈਂਸਲ ਹੋ ਗਿਆ ਸੀ। ਇਹਦੀ ਥਾਂ ਤੇ ਨੀਤੀ ਆਯੋਗ ਹੈ ਬਈ ਇਸ ਟਾਈਮ। ਠੀਕ ਹੈ, ਤਾਂ ਇਹਦਾ ਪਹਿਲਾ ਡਿਪਟੀ ਚੇਅਰਮੈਨ ਕੌਣ ਸੀ? ਡਿਪਟੀ ਚੇਅਰਮੈਨ ਕਿਉਂ ਪੁੱਛਿਆ? ਕਿਉਂਕਿ ਚੇਅਰਮੈਨ ਤਾਂ ਹਮੇਸ਼ਾ ਰਾਸ਼ਟਰ ਉਹੀ ਹੁੰਦਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ, ਉਹੀ ਚੇਅਰਮੈਨ ਹੁੰਦਾ। ਪਹਿਲਾਂ ਯੋਜਨਾ ਆਯੋਗ ਸੀ, ਉਹਦਾ ਚੇਅਰਮੈਨ ਵੀ ਕੌਣ ਸੀ? ਉਹਦਾ ਚੇਅਰਮੈਨ ਵੀ ਪ੍ਰਧਾਨ ਮੰਤਰੀ ਸੀ। ਹੁਣ ਹੈਗਾ ਨੀਤੀ ਆਯੋਗ, ਇਹਦਾ ਚੇਅਰਮੈਨ ਵੀ ਕੌਣ ਹੈ? ਪ੍ਰਧਾਨ ਮੰਤਰੀ ਹੈ। ਠੀਕ ਹੈ, ਤਾਂ ਡਿਪਟੀ ਚੇਅਰਮੈਨ ਕੌਣ ਹੈ? ਡਿਪਟੀ ਚੇਅਰਮੈਨ ਬਈ ਜਿਹੜਾ ਯੋਜਨਾ ਆਯੋਗ ਸੀਗਾ, ਇਹਦਾ ਡਿਪਟੀ ਚੇਅਰਮੈਨ ਸੀਗਾ ਗੁਲਜ਼ਾਰੀ ਲਾਲ ਨੰਦਾ। ਠੀਕ ਹੈ, ਹੁਣ ਨੀਤੀ ਆਯੋਗ ਹੈ, ਹੁਣ ਦੇ ਨੀਤੀ ਆਯੋਗ ਦਾ ਡਿਪਟੀ ਚੇਅਰਮੈਨ ਕੌਣ ਹੈ? ਬਹੁਤ ਇੰਪੋਰਟੈਂਟ ਹੈ ਬਾਈ, ਵਾਈਸ ਚੇਅਰਮੈਨ ਐਟ ਪ੍ਰੈਜ਼ੈਂਟ ਨੀਤੀ ਆਯੋਗ ਦਾ ਕੌਣ ਹੈ? ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਨੇ। ਇਹ ਕੁਐਸਚਨ ਤੁਹਾਨੂੰ ਡੈਫੀਨੇਟਲੀ ਆਉਣ ਵਾਲੇ ਜਿਹੜੇ ਪੇਪਰ ਹੈਗੇ ਪੱਕਾ ਮਿਲੇਗਾ ਕੁਐਸਚਨ। ਠੀਕ ਹੈ, ਨੀਤੀ ਆਯੋਗ ਦਾ ਐਟ ਪ੍ਰੈਜ਼ੈਂਟ ਵਾਈਸ ਚੇਅਰਮੈਨ ਕੌਣ ਹੈ? ਠੀਕ ਹੈ, ਵਾਈਸ ਚੇਅਰਮੈਨ ਯਾਨੀ ਮਤਲਬ ਦੇਖੋ, ਚੇਅਰਮੈਨ ਤਾਂ ਉਹੀ ਹੋ ਗਿਆ ਆਪਣਾ ਮੋਦੀ ਹੋ ਗਿਆ, ਨਰਿੰਦਰ ਮੋਦੀ। ਵਾਈਸ ਚੇਅਰਮੈਨ ਦੱਸੋ ਕੌਣ ਹੈ? ਠੀਕ ਹੈ, ਤੇ ਇੱਕ CEO ਕੌਣ ਹੈ? CEO 2 ਬੰਦੇ ਹੁੰਦੇ ਆ ਕੰਮ ਵਾਲੇ ਮੇਨ ਤਾਂ, ਇੱਕ CEO
ਇਹ ਦੱਸਣਾ ਨੀਤੀ ਆਯੋਗ ਦਾ ਕੌਣ ਹੈ ਤੇ ਇੱਕ ਵਾਈਸ ਚੇਅਰਮੈਨ। ਨੈਕਸਟ ਆ ਜਾਓ ਫਟਾਫਟ। ਰਾਸ਼ਟਰਪਤੀ ਜਿਹੜਾ ਹੈਗਾ ਬਈ ਉਹ ਰਾਜ ਸਭਾ ਦੇ ਵਿੱਚ ਕਿੰਨੇ ਬੰਦੇ ਭੇਜ ਸਕਦਾ ਹੈ? ਰਾਸ਼ਟਰਪਤੀ ਕੋਲ ਪਾਵਰ ਹੈ, ਮੈਂ ਤੁਹਾਨੂੰ ਕਿਹਾ ਹੈ ਰਾਜ ਸਭਾ ਦੇ ਵਿੱਚ ਵੀ ਬੰਦੇ ਭੇਜ ਸਕਦਾ ਹੈ ਤੇ ਲੋਕ ਸਭਾ ਦੇ ਵਿੱਚ ਵੀ। ਲੋਕ ਸਭਾ ਵਾਲਾ ਤਾਂ ਖਤਮ ਹੋ ਗਿਆ, ਲੋਕ ਸਭਾ ਦੇ ਵਿੱਚ 2 ਭੇਜ ਸਕਦਾ ਸੀ, ਉਹ ਖਤਮ ਕਰਤੇ ਹਨਾ, ਹੁਣ 0 ਹੈ। ਰਾਜ ਸਭਾ ਦੇ ਵਿੱਚ ਹੈਗੀ ਹੈ ਪਾਵਰ 12 ਬੰਦੇ ਭੇਜ ਸਕਦਾ ਹੈ। ਕਿੰਨੇ? 12 ਬੰਦੇ ਯਾਦ ਰੱਖਣਾ ਹੈ। ਰਾਜ ਸਭਾ ਦੇ ਵਿੱਚ ਕਿੰਨੇ ਬੰਦੇ ਭੇਜ ਸਕਦਾ? 12 ਬੰਦੇ। ਇਹ ਕਿਹੜੀ ਫੀਲਡ ਦੇ ਹੈਗੇ ਆ? 12 ਬੰਦੇ ਜਿਹੜੇ ਹੈਗੇ ਆ ਬਈ ਇਹ 4 ਫੀਲਡਾਂ ਦੇ ਨੇ ਬਈ। ਕਿਹੜੀ 4 ਫੀਲਡ ਹੈਗੀ ਆ? ਆਰਟ ਯਾਨੀ ਕਲਾ, ਲਿਟਰੇਚਰ ਯਾਨੀ ਸਾਹਿत्य, कोई नावल कोई लिखता है बंदा ना, लिखारी लोग ਜਿਹੜੇ ਹੋ ਗਏ, ठीक है जी। सोशल सर्विस ਜਿਹੜੇ ਕਰਦੇ ਆ ਸਮਾਜ ਸੇਵਾ ਕਰਦੇ ਆ ਨਾ ਉਹਨਾਂ ਵਾਸਤੇ ਹੈ। ਸਾਇੰਸ, ਵਿਗਿਆਨਿਕ, ਇਹ 4 ਫੀਲਡ ਹੈਗੀਆਂ। ਇਹਨਾਂ 4 ਫੀਲਡਾਂ ਦੇ ਵਿੱਚ ਕਿਸੇ ਨੇ ਕੋਈ ਐਕਸੀਲੈਂਟ ਕੰਮ ਕਰਿਆ ਹੋਵੇ, ਇਨ 4 ਫੀਲਡਾਂ ਦੇ ਜਿਹੜੇ ਐਕਸਪੀਰੀਅੰਸ ਵਾਲੇ ਬੰਦੇ ਹੈਗੇ ਆ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਰਾਸ਼ਟਰਪਤੀ ਹੈ ਜਿਹੜਾ ਭੇਜ ਸਕਦਾ ਹੈ ਰਾਜ ਸਭਾ ਦੇ ਵਿੱਚ। ਯਾਦ ਰੱਖਣਾ ਹੈ। ਸਪੋਰਟਸ ਦੀ ਕੋਈ ਕੈਟਾਗਰੀ ਇੱਥੇ ਨਹੀਂ, ਧਿਆਨ ਨਾਲ ਦੇਖ ਲਓ। ਆਰਟ, ਲਿਟਰੇਚਰ, ਸੋਸ਼ਲ ਸਰਵਿਸ ਤੇ ਸਾਇੰਸ। ਸਪੋਰਟਸ ਨਹੀਂ ਹੈਗਾ। ਕੁਐਸਚਨ ਪਤਾ ਕਿੱਦਾਂ ਆਉਂਦਾ ਹੈ? 4 ਆਪਸ਼ਨ ਦੇਣਗੇ, ਆਰਟ, ਲਿਟਰੇਚਰ, ਸੋਸ਼ਲ ਸਰਵਿਸ ਤੇ ਸਪੋਰਟਸ, ਠੀਕ ਹੈ। ਸਪੋਰਟਸ ਤੇ ਕਹਿਣਗੇ ਇਹਨਾਂ ਵਿੱਚੋਂ ਕਿਹੜੀ ਕੈਟਾਗਰੀ ਦੇ ਵਿੱਚ ਰਾਸ਼ਟਰਪਤੀ ਜਿਹੜਾ ਬੰਦੇ ਨੋਮੀਨੇਟ ਨਹੀਂ ਕਰ ਸਕਦਾ ਰਾਜ ਸਭਾ ਦੇ ਵਿੱਚ? ਤਾਂ ਸਪੋਰਟਸ ਤੋਂ ਨਹੀਂ ਕਰ ਸਕਦਾ ਬਈ, ਠੀਕ ਹੈ। ਫਿਰ ਸਪੋਰਟਸ ਵਾਲੇ ਕਿੱਦਾਂ ਪਹੁੰਚਦੇ ਆ? ਜਿਹੜਾ ਸਚਿਨ ਤੰਦੂਲਕਰ ਹੈ ਉਹ ਕਿੱਦਾਂ ਗਿਆ ਹੋਇਆ ਬਈ? ਇਸ ਕੈਟਾਗਰੀ ਦਾ ਕੋਈ ਹਿਸਾਬ ਕਿਤਾਬ ਨਹੀਂ। ਸੋਸ਼ਲ ਸਰਵਿਸ ਕੀ ਹੈ? ਕੌਣ ਕਰਦਾ ਹੈ ਸੋਸ਼ਲ ਸਰਵਿਸ? ਸਾਰੇ ਆਪਣੇ ਆਪ ਨੂੰ ਸਮਾਜ ਸੇਵੀ ਹੀ ਬਣਦੇ ਆ, ਤੁਹਾਨੂੰ ਪਤਾ ਤਾਂ ਹੈ, ਠੀਕ ਹੈ। ਨੈਕਸਟ, ਹਾਂਜੀ, ਫੰਡਾਮੈਂਟਲ ਰਾਈਟ ਜਦੋਂ ਨਹੀਂ ਮਿਲਦੇ ਸੁਪਰੀਮ ਕੋਰਟ ਰਿਟ ਜਾਰੀ ਕਰਦੀ ਹੈ। ਇਹ ਕੁਐਸਚਨ ਮੈਂ ਰੱਟਾ ਮਾਰ ਕੇ ਬਹੁਤ ਫੈਡਅਪ ਹੋ ਚੁੱਕਿਆ, ਠੀਕ ਹੈ। ਅਨੁਛੇਦ 32, ਠੀਕ ਹੈ, ਬਹੁਤ ਵਾਰ ਆਪਾਂ ਨੇ ਡਿਸਕਸ ਕਰ ਲਿਆ, ਠੀਕ ਹੈ। ਤਾਂ ਇਹ ਬਈ ਅੱਜ ਦੇ 150 ਕੁਐਸਚਨ ਹੋ ਗਏ, ਮਤਲਬ ਅੱਜ ਦੇ 100 ਕੁਐਸਚਨ ਹੋ ਗਏ। ਕੱਲ ਆਪਾਂ ਨੇ 50 ਕਰੇ ਸੀ। ਇਹ 150 ਕੁਐਸਚਨ ਸੀਗੇ ਜਿਹੜੇ ਬੇਸਿਕ ਹੈ, ਬਿਲਕੁਲ ਬੇਸਿਕ ਹੈ। ਇਹ ਤਾਂ ਤੁਹਾਨੂੰ ਆਣੇ ਹੀ ਚਾਹੀਦੇ ਆ ਕਿਹੜਾ ਵੀ ਐਗਜ਼ਾਮ ਤੁਸੀਂ ਦੇਣ ਜਾ ਰਹੇ ਹੋ, ਠੀਕ ਹੈ ਬਈ। ਤੇ ਜੇ ਵੀਡੀਓ ਵਧੀਆ ਲੱਗੀ ਹੈ ਬਈ, ਪਹਿਲੀ ਗੱਲ ਵੀਡੀਓ ਨੂੰ ਸ਼ੇਅਰ ਕਰਨਾ ਹੈ ਦਬਾ ਕੇ, ਠੀਕ ਹੈ। ਇਸ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਆਊਗੀ ਉਹਦੇ ਵਿੱਚ ਥੋੜੇ ਜਿਹੇ ਕੁਐਸਚਨ ਹੈ, ਥੋੜੇ ਜਿਹੇ ਡਿਫਰੈਂਟ ਟਾਈਪ ਦੇ ਤੁਹਾਨੂੰ ਮਿਲਣਗੇ, ਠੀਕ ਹੈ। ਤਾਂ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ, ਠੀਕ ਹੈ। ਸੇਮ ਚੈਨਲ, ਸੇਮ ਜਗ੍ਹਾ, ਸੇਮ ਟਾਈਮ। ਜਸਟ ਜੋਕਿੰਗ। ਓਕੇ, ਥੈਂਕ ਯੂ।